ਨਜ਼ਾਰਾ ਹੈ। ਦਰਸ਼ਕੋ, ਪ੍ਰੋਗਰਾਮ ਅੱਜ ਦਾ ਮਸਲਾ 'ਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ। ਦਰਸ਼ਕੋ, ਇਹ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਦੁਨੀਆ ਦੇ ਬਹੁਤੇ ਵੱਡੇ ਦੇਸ਼ ਜਿਹੜੇ ਸਾਡੇ ਵੱਲ ਦੇਖਦੇ ਹੈ ਕਿ ਲੋਕਤੰਤਰਕ ਪ੍ਰਣਾਲੀ ਪਿਛਲੇ ਕਈ ਸਾਲਾਂ ਤੋਂ ਕਿੰਨੇ ਸੋਹਣੇ ਤਰੀਕੇ ਨਾਲ ਨਿਭਦੀ ਆ ਰਹੀ ਹੈ। ਸਾਡੇ ਆਲੇ ਦੁਆਲੇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ ਜਿੱਥੇ ਲੋਕ ਡਰ ਜਾਂਦੇ ਆ ਕਿ ਲੋਕਤੰਤਰ ਕਈ ਵਾਰੀ ਕਬਜ਼ੇ ਦੇ ਵਿੱਚ ਹੁੰਦਾ। ਪਰ ਮੈਂ ਆਪਣੇ ਵੋਟਰਾਂ ਨੂੰ ਔਰ ਆਪਣੇ ਲੋਕਾਂ ਨੂੰ ਇਹ ਵਧਾਈ ਦੇਣਾ ਚਾਹੂੰਗਾ ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਇਸ ਲੋਕਤੰਤਰਿਕ ਪ੍ਰਣਾਲੀ 'ਚ ਸਦਾ ਵਿਸ਼ਵਾਸ ਪ੍ਰਗਟ ਕੀਤਾ ਤੇ ਹਿੱਸਾ ਲਿਆ। ਚੋਣਾਂ ਫਿਰ ਸਿਰ 'ਤੇ ਨੇ, ਵਾਤਾਵਰਨ ਦੇ ਵਿੱਚ ਬੜੀ ਗਰਮਜੋਸ਼ੀ ਹੈ, ਮਾਹੌਲ ਭਾਕਿਆ ਪੂਰੀ ਤਰ੍ਹਾਂ। ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੰਬੇ ਚੌੜੇ ਭਾਸ਼ਣਾਂ ਦੀ ਕਵਾਇਦ ਹੈ। ਅਸੀਂ ਦੇਖਦੇ ਹਾਂ ਕਿ ਹਰ ਤਰ੍ਹਾਂ ਦੀ ਪਾਰਟੀ ਜਿਹੜੀ ਹੈ, ਹਰ ਜਿਹੜਾ ਕੈਂਡੀਡੇਟ ਹੈ ਉਹ ਆਪਣੀ ਗੱਲ ਰੱਖਣ ਲਈ ਕਾਹਲਾ ਹੈ। ਲੇਕਿਨ ਕਿਤੇ ਸਾਡੇ ਵੋਟਰ ਖਾਮੋਸ਼ ਤਾਂ ਨਹੀਂ, ਕਿਤੇ ਸਾਡੇ ਵੋਟਰ ਜਿਹੜੇ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਦੂਰ ਬੈਠੇ ਤਾਂ ਨਹੀਂ, ਕਿਤੇ ਅਸੀਂ ਵੋਟ ਨਾ ਪਾ ਕੇ ਕੋਈ ਗੁਨਾਹ ਤਾਂ ਨਹੀਂ ਕਰ ਰਹੇ। ਸਾਡੇ ਫਰਜ਼ ਕੀ ਨੇ? ਅਸੀਂ ਲੋਕਤੰਤਰ ਦੇ ਵਿੱਚ ਅਸਲੀ ਮਾਲਕ ਦਾ ਨਾਅਰਾ ਬਾਰ-ਬਾਰ ਸੁਣਦੇ ਹਾਂ, ਲੋਕਾਂ ਦੀ ਸ਼ਮੂਲੀਅਤ ਬਾਰੇ ਸੁਣਦੇ ਹਾਂ, ਪਰ ਮੈਨੂੰ ਸ਼ੱਕ ਹੁੰਦਾ ਹੈ ਕਈ ਵਾਰੀ ਕਿ ਅਸੀਂ ਅਵੇਸਲੇ ਹੋ ਜਾਂਦੇ ਹਾਂ ਤੇ ਬਹੁਤ ਸਾਰੇ ਲੋਕ ਇਹਦਾ ਫਾਇਦਾ ਚੱਕ ਜਾਂਦੇ ਆ। ਸਾਨੂੰ ਸਾਡੀ ਮਰਜ਼ੀ ਦੀ ਸਰਕਾਰ ਚੁਣਨ ਦਾ ਸੰਵਿਧਾਨਕ ਹੱਕ ਮਿਲਿਆ, ਇਸ ਹੱਕ ਦਾ ਇਸਤੇਮਾਲ ਨਹੀਂ ਕਰਦੇ। ਮੁੜ ਕੇ ਪੂਰੇ 5 ਸਾਲ ਜਾਂ ਲਗਾਤਾਰ ਅਸੀਂ ਸ਼ਿਕਾਇਤਾਂ ਕਰਦੇ ਹਾਂ। ਸੋ ਸ਼ਿਕਾਇਤਾਂ ਤੋਂ ਉਰੇ ਸਾਡੇ ਕੋਲ ਇੱਕ ਅਧਿਕਾਰ ਹੈ, ਉਸ ਅਧਿਕਾਰ ਦੀ ਵਰਤੋਂ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਕਰਨੀ ਬੜੀ ਜ਼ਰੂਰੀ ਹੈ। ਸੋ ਅੱਜ ਅਸੀਂ ਇਸ ਨਾਜ਼ੁਕ ਔਰ ਇਸ ਸੰਵੇਦਨਸ਼ੀਲ ਮਸਲੇ ਦੇ ਉੱਤੇ ਤੁਹਾਡੇ ਰੂਬਰੂ ਹੈ। ਸਾਡੇ ਪ੍ਰੋਗਰਾਮ ਦਾ ਅਨੁਮਾਨ ਹੈ ਨਿਰਪੱਖ ਚੋਣਾਂ 'ਚ ਵੋਟਰ ਅਤੇ ਚੋਣ ਕਮਿਸ਼ਨ ਦੀ ਭੂਮਿਕਾ। ਚੋਣ ਕਮਿਸ਼ਨ ਪਿਛਲੇ ਕਰਸੇ ਤੋਂ ਬੜਾ ਹੀ ਸਖਤ ਹੈ ਔਰ ਹਰ ਤਰ੍ਹਾਂ ਦੀ ਇੱਕ ਬਾਜ ਨਜ਼ਰ ਜਿਹੜੀ ਪੰਜਾਬੀ ਦਾ ਸ਼ਬਦ ਹੈ ਉਹ ਰੱਖਦਾ ਇਸ ਸਾਰੀ ਚੋਣ ਪ੍ਰਕਿਰਿਆ ਤੇ। ਤੁਸੀਂ ਸਾਡੇ ਨਾਲ ਰਹਿਣਾ ਹੈ। ਮੈਂ ਸਭ ਤੋਂ ਪਹਿਲਾਂ ਤੁਹਾਡੀ ਜਾਣ ਪਛਾਣ ਕਰਾ ਦਿਆਂ। ਮੇਰੇ ਬਿਲਕੁਲ ਨਾਲ ਬੈਠੇ ਨੇ ਸ਼੍ਰੀ ਵਰਨ ਰੋਜਮ ਜੀ, ਜਿਹੜੇ ਕਿ ਡਿਪਟੀ ਕਮਿਸ਼ਨਰ ਨੇ ਜਲੰਧਰ ਦੇ। ਸਤਿ ਸ਼੍ਰੀ ਅਕਾਲ ਜੀ। ਬੜੇ ਹੀ ਨੌਜਵਾਨ ਔਰ ਬੜੀਆਂ ਸੋਹਣੀਆਂ ਸੋਚਾਂ ਦੇ ਨਾਲ ਆਪਣਾ ਕੰਮ ਕਰਨ ਦੇ ਵਿੱਚ ਮਾਹਿਰ ਨੇ, ਪ੍ਰਵੀਨ ਨੇ। ਸਾਨੂੰ ਖੁਸ਼ੀ ਹੈ ਕਿ ਸਾਡੇ ਨਾਲ ਨੇ। ਅਸੀਂ ਬਹੁਤ ਸਾਰੀ ਜਾਣਕਾਰੀ ਚੋਣ ਕਮਿਸ਼ਨ ਤੇ ਚੋਣ ਪ੍ਰਕਿਰਿਆ ਬਾਰੇ ਇਹਨਾਂ ਤੋਂ ਲਵਾਂਗੇ। ਸ਼੍ਰੀ ਇਰਵਨ ਖੰਨਾ ਜੀ ਬਹੁਤ ਅੱਛੇ ਬੋਲਦੇ ਨੇ, ਚੰਗੇ ਬੁਲਾਰੇ ਨੇ, ਵਕਤਾ ਨੇ। ਸਾਡੇ ਇਹਨਾਂ ਮੰਚਾਂ ਤੋਂ ਲੋਕਾਂ ਦੀ ਰਾਏ ਔਰ ਖਾਸ ਤੌਰ ਤੇ ਅਖਬਾਰ ਨਵੀਸਾਂ ਦੀ ਰਾਏ ਰੱਖਦੇ ਨੇ। ਸੰਪਾਦਕ ਨੇ ਉੱਤਮ ਹਿੰਦੂ ਦੇ ਔਰ ਕਲਮ ਬੜੀ ਬੇਬਾਕੀ ਨਾਲ ਚਲਾਉਂਦੇ ਨੇ, ਤੁਸੀਂ ਜਾਣਦੇ ਹੀ ਹੋ। ਸਦਾ ਪਿਆਰਾ ਸਿੰਘ ਭੋਗਲ ਇੱਕ ਐਸਾ ਨਾਮ, ਕਿਤਾਬਾਂ ਨਾਲ ਜੁੜੇ ਹੋਏ, ਲੋਕ ਮਸਲਿਆਂ ਨਾਲ ਜੁੜੇ ਹੋਏ ਬੜੇ ਪ੍ਰਸਿੱਧ ਲੇਖਕ ਨੇ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਇੱਥੋਂ ਤੱਕ ਪਹੁੰਚੇ ਹਾਂ। ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਵੀ ਲੋਕਾਂ ਦੀ ਨਬਜ਼ ਪਛਾਣੀ ਹੈ। ਤੁਸੀਂ ਸਾਡੇ ਨਾਲ ਰਹਿਣਾ। 0112814261 ਤੇ 0112814264। ਇਹ ਦੋ ਸੰਪਰਕ ਨੰਬਰ ਨੇ ਜਿਹੜੇ ਸਾਡੇ ਤੁਹਾਡੇ 'ਚ ਪੁਲ ਦਾ ਕੰਮ ਕਰਨਗੇ। ਤੁਸੀਂ ਆਪਣੀ ਗੱਲ ਕਹਿਣੀ ਹੈ, ਗੱਲ ਰੱਖਣੀ ਹੈ, ਸੱਚਾਈ ਸਾਡੇ ਸਾਹਮਣੇ ਲਿਆਉਣੀ ਹੈ। ਬਹੁਤ ਜ਼ਿਆਦਾ ਆਸ਼ਾਵਾਦੀ ਹੋਣਾ ਬਣਦਾ ਹੈ, ਲੇਕਿਨ ਜਿਹੜੀਆਂ ਖਾਮੀਆਂ ਕੁਰੀਤੀਆਂ ਉਹਨਾਂ ਤੇ ਉਂਗਲ ਚੱਕਣੀ ਵੀ ਬਣਦੀ ਹੈ, ਉੱਥੇ ਹੱਥ ਰੱਖਣਾ ਵੀ ਬਣਦਾ ਹੈ। ਡੀਸੀ ਸਾਹਿਬ, ਲੋਕਾਂ ਦੇ ਇੱਕ ਬੜਾ ਸੋਹਣਾ ਮੁਹਾਵਰਾ ਹੈ, ਡੀਸੀ ਹੋਣਾ ਬਹੁਤ ਵੱਡੀ ਗੱਲ ਹੈ। ਸਾਡੇ ਲੋਕਾਂ ਦੀ ਮਾਨਸਿਕਤਾ 'ਚ ਵਸਿਆ ਕਿ ਡੀਸੀ ਸਭ ਤੋਂ ਉੱਪਰ ਹੈ। ਸਾਡੇ ਲੋਕਾਂ ਲਈ ਡੀਸੀ ਇੱਕ ਨਾਂ ਨਹੀਂ, ਇੱਕ ਸੰਕਲਪ ਹੈ। ਤੇ ਤੁਸੀਂ ਸਾਰੇ ਜ਼ਿਲ੍ਹੇ ਨੂੰ ਚਲਾਉਂਦੇ ਹੋ। ਜਿਹੜੀ ਇਹ ਸਾਰੀ ਪ੍ਰਕਿਰਿਆ ਚੋਣ ਦੀ ਚੱਲਦੀ ਪਈ ਹੈ, ਇਹਦੇ ਬਾਰੇ ਮੇਰੇ ਲੋਕਾਂ ਨੂੰ ਦੱਸੋਗੇ ਜ਼ਰਾ ਵੀ ਇਹ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਂਦੀ ਹੈ? ਇਹਦੇ ਵਿੱਚ ਇੱਦਾਂ ਹੈਗਾ ਜੀ, 5 ਮਾਰਚ ਨੂੰ ਜਿਹੜਾ ਹੈਗਾ ਇਲੈਕਸ਼ਨ ਜਿਹੜੀ 30 ਅਪ੍ਰੈਲ ਨੂੰ ਪੰਜਾਬ 'ਚ ਹੋਣੀ ਹੈ ਉਹਦੀ ਘੋਸ਼ਣਾ ਹੋ ਗਈ ਸੀ ਜੀ। ਉਹਦੇ ਨਾਲ ਹੀ ਜਿਹੜਾ ਹੈਗਾ ਚੋਣ ਜਾਬਤਾ, ਜਿਹਨੂੰ ਮਾਡਲ ਕੋਡ ਆਫ ਕੰਡਕਟ ਕਹਿੰਦੇ ਆ, ਉਹ ਲਾਗੂ ਹੋ ਗਿਆ। ਉਹਦੇ ਵਿੱਚ ਇੱਕ ਜਿਵੇਂ ਵੋਲੰਟਰੀ ਕੋਡ ਹੈਗਾ ਜੀ ਪੋਲੀਟੀਕਲ ਪਾਰਟੀਜ਼ ਲਈ ਜੀ, ਡੂਜ਼ ਐਂਡ ਡੋਂਟਸ ਹੈਗੇ ਆ ਵੀ ਇਹ ਤੁਸੀਂ ਕਰ ਸਕਦੇ ਹੋ, ਤੁਸੀਂ ਨਹੀਂ ਕਰ ਸਕਦੇ। ਬਿਲਕੁਲ। ਤੇ ਖਿਆਲ ਇਹ ਰੱਖਿਆ ਜਾਂਦਾ ਹੈ ਕਿ ਇਲੈਕਸ਼ਨ ਬਿਲਕੁਲ ਵਿਦਾਊਟ ਫੀਅਰ ਐਂਡ ਫੇਵਰ ਹੋਵੇ। ਅੱਛਾ। ਕਿਸੇ ਨੂੰ ਕੋਈ ਐਡਵਾਂਟੇਜ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਡਿਸਐਡਵਾਂਟੇਜ ਨਹੀਂ ਹੋਣਾ ਚਾਹੀਦਾ। ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਟੋਟਲੀ ਜਿਹੜੀ ਹੈਗੀ ਨਿਰਪੱਖ ਹੋਣੀ ਚਾਹੀਦੀ ਹੈਗੀ ਜੀ। ਸੋ ਇਹਨੂੰ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਇਹਨੂੰ ਇੰਪਲੀਮੈਂਟ ਕਰਨਾ, ਅਮਲ 'ਚ ਲਿਆਉਣਾ। ਹਾਂਜੀ ਜੀ। ਸੋ ਡਿਊਰਿੰਗ ਜਦ ਤੱਕ ਇਲੈਕਸ਼ਨਾਂ ਖਤਮ ਨਹੀਂ ਹੁੰਦੀਆਂ ਜੀ, ਤਦ ਤੱਕ ਇਹ ਮਾਡਲ ਕੋਡ ਆਫ ਕੰਡਕਟ ਜਿਹੜਾ ਲਾਗੂ ਰਹਿੰਦਾ। ਚੋਣ ਜਾਬਤਾ ਇਹਨੂੰ ਕਹਿੰਦੇ ਜੀ। ਸੋ ਇਹਦੇ ਨਾਲ ਜਿਹੜਾ ਹੈਗਾ ਬੜਾ ਵੱਡਾ ਇੱਕ ਮਕੈਨਿਜ਼ਮ ਹੈ ਜੀ। ਉਹਨੂੰ ਅਸੀਂ ਜਿਵੇਂ ਕਹਿੰਦੇ ਹਾਂ ਵੀ ਐਕਸਪੈਂਡੀਚਰ ਮੋਨੀਟਰਿੰਗ ਇੱਕ ਮਕੈਨਿਜ਼ਮ ਹੁੰਦਾ ਹੈ ਜੀ। ਉਹਦੇ ਵਿੱਚ ਅਸੀਂ ਕੈਂਡੀਡੇਟ ਦਾ ਦੇਖਦੇ ਹਾਂ ਵੀ ਖਰਚਾ ਜਿਹੜੀ ਲਿਮਿਟ ਤੈਅ ਹੈਗੀ ਹੈ ਜੀ, ਉਹਨੂੰ ਅਸੀਂ ਵਾਚ ਰੱਖਦੇ ਹਾਂ, ਉਹਨੂੰ ਨਜ਼ਰ ਰੱਖਦੇ ਹੈਗੇ ਹਾਂ ਜੀ। ਦੈਨ ਅਸੀਂ ਇਹ ਵੀ ਦੇਖਣਾ ਹੁੰਦਾ ਹੈਗਾ ਕਿ ਇਲੀਗਲ ਜਿਹੜੇ ਐਕਟੀਵਿਟੀਜ਼ ਹੈਗੀਆਂ ਜੀ, ਜਿਵੇਂ ਬਰਾਈਬਰੀ ਆਫ ਵੋਟਰ ਹੈ ਜੀ, ਉਹ ਜਿਹੜੇ ਹੈਗੀਆਂ ਹਰਕਤਾਂ ਨਹੀਂ ਹੋਣੀ ਚਾਹੀਦੀਆਂ। ਮਨੀ ਪਾਵਰ ਮਸਲ ਪਾਵਰ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ।
ਨਾਲ ਅਸੀਂ ਜਿਹੜਾ ਹੈਗਾ ਇੱਕ ਬੜਾ ਇਹਦੇ ਵਿੱਚ ਇਸ ਵਾਰ ਨਵੀਂ ਜਿਹੜੀ ਇੱਕ ਚੀਜ਼ ਚੱਲੀ ਹੈ ਉਹ ਹੈਗੀ ਹੈ ਜੀ ਸਵੀਪ ਕੈਂਪੇਨ ਕਹਿੰਦੇ ਆ ਜੀ, ਸਿਸਟਮੈਟਿਕ ਵੋਟਰ ਐਜੂਕੇਸ਼ਨ ਜੀ, ਜਿਹੜਾ ਐਨਰੋਲਮੈਂਟ ਐਂਡ ਪਾਰਟਿਸਿਪੇਸ਼ਨ, ਉਹਦੇ ਅੰਤਰਗਤ ਅਸੀਂ ਜਿਹੜੇ ਯੰਗ ਵੋਟਰਸ ਨੇ, ਅੱਛਾ ਜਿਹੜਾ ਕਿ ਅਸੀਂ ਦੇਖਿਆ ਹੈਗਾ ਕਿ ਜਨਰਲੀ ਵੋਟਿੰਗ ਦੇ ਵਿੱਚ ਜ਼ਿਆਦਾ ਹਿੱਸਾ ਨਹੀਂ ਪਾਉਂਦੇ, ਜੀ, ਉਹਨਾਂ ਨੂੰ ਅਸੀਂ ਐਤਕੀ ਅਵੇਅਰ ਕਰ ਰਹੇ ਹੈਗੇ ਆ ਕਿ ਤੁਸੀਂ ਵੱਧ ਤੋਂ ਵੱਧ ਪਹਿਲਾਂ ਤਾਂ ਹੁਣ 2 ਅਪ੍ਰੈਲ ਤੱਕ ਆਪਣੀਆਂ ਵੋਟਾਂ ਬਣਾਓ। ਮਤਲਬ ਚੋਣ ਕਮਿਸ਼ਨ ਦਾ ਇਸ ਵਾਰੀ ਨਾਰਾ ਹੀ ਮੈਨੂੰ ਲੱਗਦਾ ਹੈ ਕਿ ਨੌਜਵਾਨ ਜ਼ਰੂਰ ਸ਼ਮੂਲੀਅਤ ਕਰਨ। ਬਿਲਕੁਲ ਜੀ, ਜੀ। ਸੋ ਉਹਦੇ ਵਿੱਚ ਅਸੀਂ ਇਹਨਾਂ ਨੂੰ ਕਾਲਜ ਟੂ ਕਾਲਜ ਜਾ ਰਹੇ ਹਾਂ। ਅਸੀਂ ਇੱਕ FM ਚੈਨਲ ਨਾਲ ਟਾਈ ਅਪ ਕੀਤਾ ਹੈਗਾ। ਅੱਛਾ, ਤੁਸੀਂ ਦੇਖਿਆ ਹੋਣਾ ਸਾਡੇ ਸੰਦੇਸ਼ ਜਾਂਦੇ ਹੈਗੇ, ਜਿੰਗਲਸ ਹੁੰਦੇ ਵੱਡੇ ਵੱਡੇ ਹੋਰਡਿੰਗਸ ਲੱਗੇ ਸਾਰੇ ਸ਼ਹਿਰਾਂ 'ਚ ਨੇ ਜੀ, ਪੋਸਟਰ ਨੇ, ਬੈਨਰ ਨੇ। ਸੋ ਉਹ ਸਾਰਾ ਅਸੀਂ ਐਕਟੀਵਿਟੀਜ਼ ਸਾਰੇ ਪਾਸੇ ਕਰ ਰਹੇ ਹਾਂ ਤਾਂ ਕਿ ਜਿਹੜਾ ਲੈਫਟ ਆਊਟ ਵੋਟਰ ਹੈਗਾ ਜੀ, ਖਾਸ ਕਰਕੇ ਯੰਗ ਵੋਟਰ, ਜੀ, ਉਹ ਆਪਦੇ ਰਾਈਟ ਪ੍ਰਤੀ ਜਿਹੜਾ ਰਾਈਟ ਟੂ ਵੋਟ ਹੈ ਉਹਦੇ ਪ੍ਰਤੀ ਅਵੇਅਰ ਹੋਵੇ, ਆਪਣੀ ਵੋਟਸ ਬਣਾਉਣ ਤੇ ਮੁੜ ਕੇ ਜਿਹੜਾ 30 ਅਪ੍ਰੈਲ ਨੂੰ ਹੈਗਾ ਉਹਨੂੰ ਆਪਦਾ ਵੋਟ ਨੂੰ ਯੂਜ਼ ਕਰਨ। ਬਹੁਤ ਅੱਛੀ ਗੱਲ ਹੈ। ਮੈਨੂੰ ਵੈਸੇ ਖੰਨਾ ਸਾਹਿਬ ਇਸ ਗੱਲ ਦੀ ਬੜੀ ਖੁਸ਼ੀ ਹੈ, ਸਾਡੇ ਕੋਲ ਵਰੁਣ ਜੀ ਵਰਗੇ ਡਿਪਟੀ ਕਮਿਸ਼ਨਰ ਹੋਣ, ਔਰ ਮੈਂ ਇਹਨਾਂ ਦੇ ਚਿਹਰੇ ਤੋਂ ਹੀ ਲੋਕਾਂ ਦੀ ਇੱਕ ਨੁਮਾਇੰਦਗੀ ਦੇਖਦਾ ਪਿਆ ਸੀਗਾ ਕਿ ਆਮ ਤੌਰ ਤੇ ਅਫਸਰ ਜਿਹੜੇ ਆ ਉਹ ਬੜੇ ਸਖਤ ਔਰ ਲੋਕਾਂ ਤੋਂ ਦੂਰੀ ਬਣਾ ਕੇ ਚੱਲਣ ਵਾਲੇ, ਪਰ ਮੈਨੂੰ ਲੱਗੀ ਨਹੀਂ ਇਹਨਾਂ 'ਚ ਗੱਲ। ਵਧੀਆ ਲੱਗਿਆ, ਬੜੇ ਦੇਰ ਬਾਅਦ ਕੋਈ ਵੱਡੇ ਅਫਸਰ ਸਾਡੇ ਨਾਲ ਬੁਲਾਏ ਅਫਸਰ ਹੈ। ਹਾਂ ਬਿਲਕੁਲ ਬਿਲਕੁਲ, ਬੜੀ ਖੁਸ਼ੀ ਹੋਈ ਹੈ। ਮੈਂ ਤੁਹਾਡੇ ਵੱਲ ਜਾਊਂ, ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਪੂਰੀ ਪ੍ਰਕਿਰਿਆ ਜਿਹਦੇ ਵਿੱਚ ਪੂਰਾ ਪ੍ਰਸ਼ਾਸਨ ਲੱਗਿਆ ਹੁੰਦਾ ਹੈ, ਫਿਰ ਵੀ ਬਹੁਤ ਸਾਰਾ ਕੁਝ ਇਹੋ ਜਿਹਾ ਸਾਹਮਣੇ ਆਉਂਦਾ ਜਿਹੜਾ ਲੋਕ ਵੇਖ ਕੇ ਡਰਦੇ ਵੀ ਆ, ਚਰਚਾ ਵੀ ਕਰਦੇ ਆ, ਮਖੌਲ ਵੀ ਕਰਦੇ ਆ। ਲੋਕਤੰਤਰ ਦਾ ਕਿਤੇ ਕਿਤੇ ਕੋਈ ਮਜ਼ਾਕ ਵੀ ਬਣਦਾ ਹੈ। ਹਾਲਾਂਕਿ ਸਾਡਾ ਲੋਕਤੰਤਰ ਬਹੁਤ ਵਿਸ਼ਾਲ ਹੈ ਤੇ ਸਾਨੂੰ ਇੱਥੇ ਮਾਣ ਹੈ। ਮੈਂ ਰੰਧਾਵਾ ਜੀ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਹਿੰਦੁਸਤਾਨ ਹੈ ਇਹ ਪਰਵਾਂ ਦਾ ਦੇਸ਼ ਹੈ ਜੀ। ਵੱਖਰੇ ਧਰਮ ਸੰਪਰਦਾਇ, ਜਾਤੀਆਂ, ਏਰੀਆ, ਹਰ ਇੱਕ ਦੇ ਆਪਣੇ ਆਪਣੇ ਲੋਕਲ ਪਰਵ ਵੀ ਹੈ, ਰਾਸ਼ਟਰੀ ਸਤਰ ਦੇ ਪਰਵ ਵੀ ਹੈ ਜੀ। ਜਿਹੜੇ ਚੁਣਾਵ ਜਿਹੜਾ ਹੈ ਲੋਕ ਸਭਾ ਦੇ ਚੁਣਾਵ, ਇਹ ਮੈਂ ਕਹਿੰਦਾ ਸਾਰੇ ਜਿਹੜਾ ਸਾਡੀ ਵਿਵਸਥਾ ਸਾਰਿਆਂ ਨਾਲੋਂ ਵੱਡਾ ਪਰਵ ਹੈ ਜੀ। ਔਰ ਇਹਦੇ ਜਿਹੜੀ ਸ਼ਮੂਲੀਅਤ, ਤੁਸੀਂ ਅਧਿਕਾਰ ਦੀ ਗੱਲ ਕੀਤੀ, ਮੈਂ ਸਮਝਦਾ ਜ਼ਿੰਮੇਵਾਰੀ ਵੀ ਉਨੀ ਹੈ। ਜ਼ਿੰਮੇਵਾਰੀ ਵੀ ਹੈ। ਜਿੰਨੀ ਜ਼ਿੰਮੇਵਾਰੀ ਅਧਿਕਾਰ ਪਾਉਣ ਦੀ ਮਤਦਾਨ ਕਰਨ ਦੀ ਹੈ, ਉਨਾ ਕਰਤੱਵ ਵੀ ਸਾਡਾ ਬਣਦਾ। ਬਿਲਕੁਲ ਬਣਦਾ, ਕਿਉਂਕਿ ਜਿਹੜੇ ਹਿਊਮਨ ਰਾਈਟਸ, ਜਦੋਂ UN ਦੀ ਹਿਊਮਨ ਰਾਈਟਸ ਜਿਹੜੀਆਂ ਘੋਸ਼ਣਾ, ਉਹਦੇ 2 ਬੇਸਿਕ ਗੱਲਾਂ ਨੇ ਕੀਆਂ ਵੀ ਹਰ ਆਦਮੀ ਦਾ ਇਹ ਮਾਨਵ ਅਧਿਕਾਰ ਹੈ ਕਿ ਉਹ ਆਪਣੇ ਸ਼ਾਸਨ ਦੇ ਵਿੱਚ, ਆਪਣੇ ਦੇਸ਼ ਦੇ ਸ਼ਾਸਨ ਦੇ ਵਿੱਚ, ਉਹ ਜਾਂ ਸਿੱਧੇ ਰੂਪ ਵਿੱਚ ਜਾਂ ਜਨਪ੍ਰਤੀ ਦੇ ਮਾਧਿਅਮ ਦੇ ਨਾਲ ਉਹਦਾ ਪਾਰਟਿਸਿਪੇਟ ਕਰੇ। ਔਰ ਉਹਦੀ ਪਾਰਟਿਸਿਪੇਸ਼ਨ ਜਿਹੜਾ ਉਹ ਸ਼ਾਸਨ ਦਾ ਆਧਾਰ ਕੀ ਹੋਵੇ, ਜਨਮਤ, ਲੋਕ ਇੱਛਾ। ਔਰ ਲੋਕ ਇੱਛਾ ਦਾ ਜਿਹੜਾ ਪ੍ਰਮਾਣਿਤ ਕੀ ਹੈ, ਉਹਦਾ ਜਿਹੜਾ ਪ੍ਰਮਾਣਿਕ ਚੁਣਾਵ, ਔਰ ਉਹ ਅਸੀਂ 16ਵੀਂ ਲੋਕ ਸਭਾ ਲਈ ਜਾਣਦੇ ਪਏ ਹਾਂ, ਇਹਦਾ ਜਿਹੜਾ ਰਿਜ਼ਲਟ ਹੈ ਇਹ ਸਾਡੀ ਜਨਮਤ ਹੈ। ਪਰ ਇੱਕ ਦੁਖਾਂਤ ਜਿਹੜਾ ਸ਼ਾਸਨ ਦਾ ਦੁਖਾਂਤ ਰਿਹਾ ਹੈ ਕਿ ਜਿਹੜੇ ਵਰਗ ਇਹਨਾਂ ਗੱਲਾਂ ਨੂੰ ਜਾਣਦੇ ਨੇ, ਇਹਨਾਂ ਚੀਜ਼ਾਂ ਨੂੰ ਜਾਣਦੇ ਆ, ਉਹ ਸ਼ਾਇਦ ਉਸ ਦਿਨ ਛੁੱਟੀ ਮੰਨ ਕੇ ਘਰੇ ਬੈਠੇ ਰਹਿੰਦੇ ਆ। ਮੈਨੂੰ ਲੱਗਦਾ ਗਰੀਬੀ ਰੇਖਾ ਦੇ ਨੇੜੇ ਤੇੜੇ ਰਹਿਣ ਵਾਲੇ ਜ਼ਿਆਦਾ ਜ਼ੋਰ ਨਾਲ ਜਾਂ ਜੋਸ਼ ਨਾਲ ਉਹ ਮੈਂ ਸਮਝਦਾ ਵੀ ਉਹ ਇੱਕ ਗੁਨਾਹ ਕਰਦੇ ਨੇ। ਹਾਂ, ਉਹ ਆਪਣੀ ਜ਼ਿੰਮੇਵਾਰੀ ਤੋਂ ਦੌੜਦੇ ਆ, ਗੱਲ ਜ਼ਿਆਦਾ ਕਰਦੇ ਔਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨਹੀਂ, ਔਰ ਕਹਿੰਦੇ ਦੂਸਰਾ ਸਾਡਾ ਕੰਮ ਕਰ ਦੇਵੇ, ਅਸੀਂ ਕੁਝ ਨਹੀਂ ਕਰਨਾ। ਇਹ ਉਹਨਾਂ ਦਾ ਗੁਨਾਹ ਹੈ, ਮੈਂ ਸਮਝਦਾ, ਜਿਹੜੇ ਨਹੀਂ ਕਰਦੇ। ਇਹ ਬਹੁਤ ਵੱਡਾ ਗੁਨਾਹ ਬਣ ਕੇ ਚੱਲਿਆ ਜਾ ਸਕਦਾ। ਭੋਗਲ ਸਾਹਿਬ, ਜੀਵਨ ਦੇ ਕਈ ਰੰਗ ਵੇਖੇ ਤੁਸੀਂ, ਔਰ ਬੜੇ ਉਤਰਾਅ ਚੜਾਅ, ਸਮਾਜ ਦੇ ਬਦਲਦੇ ਹੋਏ ਰੰਗ ਸਰੂਪ ਜਿਹੜੇ ਆ ਤੁਹਾਡੀਆਂ ਅੱਖਾਂ 'ਚ ਵਸੇ ਹੋਣਗੇ, ਦਿਮਾਗ ਦਾ ਹਿੱਸਾ ਨੇ। ਲਿਖਤਾਂ ਤੁਹਾਡੀਆਂ 'ਚ ਜ਼ਰੂਰ ਉਹਨਾਂ ਦਾ ਜ਼ਿਕਰ ਆਉਂਦਾ ਹੈ। ਇਤਿਹਾਸ ਨੂੰ ਕਿਵੇਂ ਰੂਪਮਾਨ ਹੁੰਦੇ ਦੇਖਿਆ? ਬਦਲਾਅ ਦੀ ਜਿਹੜੀ ਪ੍ਰਕਿਰਿਆ ਸੀ ਇੰਨੇ ਸਾਲ ਆਜ਼ਾਦੀ ਤੋਂ ਬਾਅਦ, ਅੱਜ ਕਿੱਥੇ ਖੜੇ ਆ? ਤਸਵੀਰ ਬਣਾਓਗੇ ਜ਼ਰਾ? ਹਾਂ ਰੰਧਾਵਾ ਸਾਹਿਬ, ਮੈਨੂੰ ਤੁਹਾਡੇ ਇਸ ਸਵਾਲ ਨੂੰ ਸੁਣ ਕੇ ਆਪਣੇ ਪਿੰਡ ਦੇ ਜੀਵਨ ਦੀ ਗੱਲ ਯਾਦ ਆ ਰਹੀ ਹੈ ਜੀ। 1952 ਦੀਆਂ ਚੋਣਾਂ ਹੋਣੀਆਂ ਸੀ। ਅੱਛਾ ਜੀ। ਵੋਟਰ ਬਣਾਏ ਜਾ ਰਹੇ ਸੀ, ਠੀਕ ਹੈ, ਪਿੰਡ ਵਿੱਚ ਵੀ। ਔਰ ਕੋਈ ਅਧਿਆਪਕ, ਸਕੂਲ ਦੇ ਟੀਚਰ ਘਰ ਘਰ ਜਾ ਕੇ ਵੋਟਰਾਂ ਨੂੰ ਪੁੱਛ ਰਹੇ ਸੀ ਵੀ ਤੁਸੀਂ 21 ਸਾਲ ਦੇ, ਉਦੋਂ 21 ਸਾਲ ਦਾ ਵੋਟਰ ਬਣਦਾ ਜਦੋਂ ਸੰਵਿਧਾਨ ਲਾਗੂ ਹੋਇਆ। ਹਾਂਜੀ, 21 ਸਾਲ ਦੇ ਤੁਸੀਂ ਹੈਗੇ ਆ ਜੀ। ਮੈਂ ਸੱਚੀ ਗੱਲ ਕਰਨਾ, ਮੈਂ ਉਸ ਅਧਿਆਪਕ ਨੂੰ ਕਿਹਾ ਵੀ ਮੈਂ 21 ਸਾਲ ਦਾ, ਮੇਰੀ ਵੋਟ ਦਰਜ ਕਰੋ ਜੀ। ਸਾਡੇ ਪਿੰਡ ਦੇ ਇੱਕ ਨੰਬਰਦਾਰ ਸਾਹਿਬ ਬਜ਼ੁਰਗ ਜੀ, ਉਹ ਮੈਨੂੰ ਕਹਿਣ ਲੱਗੇ ਵੀ ਤੂੰ 21 ਸਾਲ ਦਾ ਨਹੀਂ ਹੈ, ਤੈਨੂੰ ਵੋਟ ਬਣਾਉਣ ਦਾ ਕੋਈ ਅਧਿਕਾਰ ਨਹੀਂ। ਠੀਕ ਹੈ। ਮੈਂ ਕਿਹਾ ਮੇਰੇ ਮੱਥੇ ਤੇ ਲਿਖਿਆ ਹਾਂਜੀ ਵੀ ਮੈਂ 21 ਸਾਲ ਦਾ ਨਹੀਂ ਹਾਂ, ਮੈਂ ਸਕੂਲ 'ਚ ਪੜ੍ਹਦਾ ਹਾਂ, ਤੁਸੀਂ ਮੇਰੇ ਟੀਚਰ ਨੂੰ ਪੁੱਛ ਲਓ ਵੀ ਮੈਂ 21 ਸਾਲ ਦਾ ਹੈਗਾ। ਸੱਚੀ ਗੱਲ ਇਹ ਆ ਵੀ ਮੈਂ ਹਾਲੇ 21 ਸਾਲ ਦਾ ਹੋਇਆ ਨਹੀਂ ਸੀ। ਥੋੜਾ ਸਮਾਂ ਸੀ, ਠੀਕ ਹੈ, ਪਰ ਇੰਨਾ ਜੋਸ਼ ਸੀ ਵੀ ਅਸੀਂ ਵੋਟਰ ਬਣਨਾ ਤੇ ਵੋਟ ਪਾਉਣੀ ਆ, ਉਤਸ਼ਾਹ ਸੀ। ਹਾਂਜੀ। ਔਰ 1952 ਤੱਕ ਤਾਂ ਮੈਂ ਜਦੋਂ ਚੋਣਾਂ ਹੋਈਆਂ ਮੈਂ 21 ਸਾਲ ਦਾ ਹੋ ਗਿਆ ਸੀ ਔਰ ਮੈਂ ਵੋਟ ਪਾਈ। ਲੋਕਾਂ ਨੇ ਤੁਹਾਡੀ ਉਮਰ ਦਾ ਹਿਸਾਬ ਲਾ ਲੈਣਾ ਹੁਣੇ। ਡੀਸੀ ਸਾਹਿਬ ਵੱਲ ਜਾਊਂਗਾ ਮੈਂ। ਡੀਸੀ ਸਾਹਿਬ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ,
ਛੋਟਾ ਜਿਹਾ ਸਵਾਲ ਸੀ, ਮੈਨੂੰ ਸਵਾਲ ਨਾਲ ਜੁੜ ਗਿਆ ਕਿ ਅਸੀਂ ਕਿੰਨੇ ਸਾਲ ਦੇ ਹੋ ਕੇ ਵੋਟ ਬਣਾ ਸਕਦੇ ਹਾਂ, ਪਾ ਸਕਦੇ ਹਾਂ, ਕੈਂਡੀਡੇਟ ਬਣ ਸਕਦੇ ਹਾਂ? ਨਿੱਕੀਆਂ ਨਿੱਕੀਆਂ ਚੀਜ਼ਾਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਇਹਦੇ ਵਿੱਚ ਇਦਾਂ ਹੈਗਾ ਜੀ, ਤੁਹਾਡੇ ਅਫਸਰਾਂ ਕੋਲੋਂ ਬੜੀਆਂ ਸੁਣੀਆਂ ਹੋਣਗੀਆਂ ਥੱਲੇ ਲੈ, ਅੱਜ ਡੀਸੀ ਸਾਹਿਬ ਕੋਲੋਂ ਸੁਣਨਾ ਚਾਹਾਂਗੇ ਕਿ ਜਿਹੜਾ ਵੀ ਵਿਅਕਤੀ ਭਾਰਤੀ ਨਾਗਰਿਕ 18 ਸਾਲ ਦਾ ਜਿਹੜਾ ਹੋ ਗਿਆ ਜੀ, ਉਹ ਆਪਣੀ ਜਿਹੜੀ ਹੈਗੀ ਹੈ ਨਵੀਂ ਵੋਟ ਬਣਾ ਸਕਦਾ। ਠੀਕ ਹੈ। ਇਹਦਾ ਬਣਾਉਣ ਦਾ ਬੜਾ ਇੱਕ ਸਿੰਪਲ ਪ੍ਰੋਸੈਸ ਹੁੰਦਾ ਜੀ, ਉਹਨੂੰ ਫਾਰਮ 6 ਕਹਿੰਦੇ ਹੈਗੇ ਜੀ। ਜੀ, ਇਹ ECI ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੀ, ਉਹਦੀ ਵੈਬਸਾਈਟ ਉੱਤੇ ਫਾਰਮ 6 ਅਵੇਲੇਬਲ ਹੈਗਾ। ਅੱਛਾ ਜੀ, ਵੈਬਸਾਈਟ ਦਾ ਮੈਂ ਨਾਮ ਵੀ ਦੱਸ ਦਿੰਦਾ, ਬਿਲਕੁਲ ਦੱਸੋ। ECI.nic.in ਜੀ। ਸੋ ਉਹਦੇ ਉੱਤੇ ਇਹ ਫਾਰਮ ਡਾਊਨਲੋਡ ਹੋ ਸਕਦਾ ਹੈਗਾ। ਇਹ ਸਾਡੇ SDM ਦਫ਼ਤਰਾਂ ਦੇ ਵਿੱਚ, DC ਦਫ਼ਤਰਾਂ ਦੇ ਵਿੱਚ ਵੀ ਪਿਆ ਹੁੰਦਾ। ਇਹ ਸਿੰਪਲ ਫਾਰਮ ਤੁਸੀਂ ਭਰ ਕੇ SDM ਆਫਿਸ ਵਿੱਚ ਹੀ ਆਪਣੇ ERO ਆਫਿਸ ਦੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਜੀ। ਤੇ ਜੋ ਸਾਡਾ ਰੂਲ ਹੈਗਾ ਵੀ ਵਿਦਿਨ 7 ਡੇਜ਼, ਇਹਨਾਂ ਦਿਨਾਂ ਦੇ ਵਿੱਚ ਅਸੀਂ ਵਿਦਿਨ 7 ਡੇਜ਼ ਉਹਨੂੰ ਉਹਦੀ ਵੋਟ ਬਣਾ ਕੇ ਦੇਣੀ ਹੁੰਦੀ ਹੈ। ਠੀਕ ਹੈ। ਐਂਡ ਅਲੋਂਗ ਵਿਦ ਦੈਟ ਇੱਕ ਐਪਿਕ ਕਾਰਡ ਹੁੰਦਾ ਜਿਹਨੂੰ ਇਲੈਕਸ਼ਨ ਆਈ ਕਾਰਡ ਕਹਿੰਦੇ ਹੈਗੇ ਜੀ ਜੀ। ਇੱਕ ਪੈਨ ਆਇਡੈਂਟੀਟੀ ਪ੍ਰੂਫ ਹੈ, ਉਹ ਪੂਰੇ ਭਾਰਤ ਵਰਸ਼ ਵਿੱਚ ਜਿੱਥੇ ਵੀ ਤੁਸੀਂ ਐਂਟਰੀ ਲੈਣੀ ਹੈ ਜਾਂ ਆਪਣੀ ਆਇਡੈਂਟੀਟੀ ਪ੍ਰੂਵ ਕਰਨੀ ਹੈ ਜੀ, ਐਪਿਕ ਕਾਰਡ ਨਾਲ ਤੁਸੀਂ ਆਪਣੀ ਆਇਡੈਂਟੀਟੀ ਪ੍ਰੂਵ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਉਹ ਵੀ ਨਾਲ ਜਿਹੜਾ ਹੈਗਾ ਫ੍ਰੀ ਆਫ ਕਾਸਟ ਜਿਹਨੂੰ ਕਹਿੰਦੇ ਆਪਾਂ ਉਹਨਾਂ ਨੂੰ ਇਲੈਕਸ਼ਨ ਆਈ ਕਾਰਡ। ਏਡੇ ਵੱਡੇ ਲੋਕਤੰਤਰ ਦਾ ਅਸੀਂ ਹਿੱਸਾ ਹੈ ਤੇ ਸਾਡਾ ਇੰਨਾ ਹੱਕ ਤੇ ਬਣਦਾ ਹੀ ਹੈ। ਔਰ ਮੈਂ ਨਾਲ ਇੱਕ ਦੂਜਾ ਸਵਾਲ ਜ਼ਰੂਰ ਪੁੱਛੂੰਗਾ ਕਿ ਜਿਹੜੀ ਇਹ ਸਾਰੀ ਪ੍ਰਕਿਰਿਆ ਹੈ ਇਹਦੇ ਵਿੱਚ ਇੱਕ ਬਾਰ-ਬਾਰ ਸ਼ਬਦ ਆਉਂਦਾ ਚੋਣ ਜਾਬਤਾ, ਮਾਡਲ ਕੋਡ ਆਫ ਕੰਡਕਟ, ਠੀਕ ਹੈ, ਕਿਧਰੇ ਉਹਦੀ ਉਲੰਘਣਾ ਦੀ ਖਬਰਾਂ ਭਰੀਆਂ ਹੁੰਦੀਆਂ ਨਜ਼ਰਾਂ 'ਚ, ਨਿਆਂ ਕਰਤਾ ਉਹ ਕਰਤਾ। ਵੈਸੇ ਮੋਟਾ ਲੋਕਾਂ ਨੂੰ ਜੇ ਸਮਝਾਉਣਾ ਹੋਵੇ ਤੇ ਇਹਦੇ ਵਿੱਚ ਇੱਕ ਆਮ ਬੰਦਾ ਕਿਹਨਾਂ ਚੀਜ਼ਾਂ ਤੇ ਨਜ਼ਰ ਰੱਖੇ? ਸਭ ਤੋਂ ਜ਼ਿਆਦਾ ਜ਼ਰੂਰੀ ਜੀ ਐਜ਼ ਅਵੇਅਰ ਵੋਟਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਇਹ ਹੈਗਾ ਕਿ ਵੋਟਰ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਇਹ ਇੰਡਿਊਸਮੈਂਟ ਕੀ ਚੀਜ਼ ਹੁੰਦੀ ਹੈ। ਅੱਛਾ ਜੀ। ਵੀ ਪੋਲੀਟੀਕਲ ਪਾਰਟੀਜ਼ ਅਟਰੈਕਟ ਕਿਵੇਂ ਕਰਦੀਆਂ। ਠੀਕ ਹੈ। ਸੋ ਡਿਊਰਿੰਗ ਜਿਹੜਾ ਚੋਣ ਜਾਬਤਾ ਲੱਗਿਆ ਹੁੰਦਾ ਹੈ, ਵੋਟਰਸ ਨੂੰ ਆਪਦਾ ਪੂਰਾ ਇਸ ਚੀਜ਼ ਦਾ ਆਲੇ ਦੁਆਲੇ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਇੱਕ ਕੰਪਲੇਂਟ ਜਿਹੜਾ ਹੈਗਾ ਨੰਬਰ ਵੀ ਦਿੰਦੇ ਹੈਗੇ ਆ, ਉਹ ਵੀ ਮੈਂ ਦੱਸ ਦਿੰਦਾ ਹੈਗਾ। ਜਿਵੇਂ ਜਲੰਧਰ ਜ਼ਿਲ੍ਹੇ ਦੇ ਵਿੱਚ ਹੈਗਾ ਟੋਲ ਫ੍ਰੀ ਨੰਬਰ ਹੁੰਦਾ ਹੈ 180001802512। ਅੱਛਾ ਜੀ। ਇਹ ਸਿਰਫ ਜਲੰਧਰ ਲਈ ਹੈ ਜਾਂ ਸਾਰਿਆਂ ਲਈ, ਪੰਜਾਬ ਸਾਰੇ ਲਈ? ਜਲੰਧਰ ਲਈ ਹੈਗਾ, ਸਿਰਫ ਜਲੰਧਰ ਲਈ। ਸੋ ਇਹਦੇ ਉੱਤੇ ਜਿਹੜਾ ਹੈਗਾ ਵੋਟਰ ਆਪਣੀ ਕੋਈ ਕੰਪਲੇਂਟ ਜਿਹੜੀ ਮਾਡਲ ਕੋਡ ਆਫ ਕੰਡਕਟ ਬਾਰੇ ਉਹ ਦੇ ਸਕਦਾ ਹੈ। ਅਸੀਂ 24 ਘੰਟੇ ਦੇ ਅੰਦਰ ਉਹਦੇ ਉੱਤੇ ਐਕਸ਼ਨ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਦੇਣੀ। ਮੈਂ ਫਿਰ ਆਉਣਾ ਤੁਹਾਡੇ ਵੱਲ। ਇੱਕ ਸਾਡਾ ਸਵਾਲ ਵੀ ਪਿਆ ਕਿ ਇਹਨਾਂ ਦਿਨਾਂ 'ਚ ਤਾਂ ਸ਼ਿਕਾਇਤਾਂ ਵੀ ਬਹੁਤ ਹੁੰਦੀਆਂ ਨੇ। ਮੈਨੂੰ ਲੱਗਦਾ ਲੋਕਾਂ ਨੇ ਦਫ਼ਤਰ ਬਣਾਏ ਹੁੰਦੇ ਆ ਵੀ ਆਪਣਾ ਪ੍ਰਚਾਰ ਘੱਟ ਕਰਨਾ, ਦੂਜੇ ਦੀਆਂ ਸ਼ਿਕਾਇਤਾਂ ਵੱਧ ਕਰਨੀਆਂ। ਬਿਲਕੁਲ ਜੀ, ਇਹ ਬੜੀ ਵੱਡੀ ਇੱਕ ਸਾਨੂੰ ਸਮੱਸਿਆ ਆਉਂਦੀ ਹੈ। ਇਹਦੇ ਵਿੱਚ ਕਈ ਵਾਰੀ ਅਸੀਂ ਦੇਖਿਆ ਫ੍ਰੀਵਲਸ ਕੰਪਲੇਂਟਸ ਵੀ ਬਹੁਤ ਆਉਂਦੀਆਂ ਜੀ। ਜ਼ਿਆਦਾਤਰ ਅਸੀਂ ਜਦੋਂ ਵੀ ਉਹਨੂੰ ਵੈਰੀਫਾਈ ਕਰਦੇ ਹਾਂ ਪਤਾ ਲੱਗਦਾ ਕਿ ਉਹ ਕੰਪਲੇਂਟ 'ਚ ਕੋਈ ਸੱਚਾਈ ਨਹੀਂ ਹੁੰਦੀ। ਮੈਂ ਤੁਹਾਡੇ ਵੱਲ ਪਰਦਾ, ਇੱਕ ਦਰਸ਼ਕ ਸਾਡੇ ਨਾਲ ਹੈ, ਮੈਂ ਉਹਨਾਂ ਨੂੰ ਲੈ ਲਵਾਂ ਜੀ। ਜਿਵੇਂ ਆਖਦੇ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਹੈਲੋ ਜੀ। ਹਾਂਜੀ, ਹੈਲੋ ਜੀ, ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਤੁਸੀਂ ਆਪਣੀ ਗੱਲ ਕਹਿੰਦੇ ਜਾਓ ਜੀ, ਸਾਨੂੰ ਅੱਛਾ ਲੱਗੇਗਾ। ਹਾਂਜੀ ਠੀਕ ਹੈ ਜੀ। ਹਾਂਜੀ, ਇੱਕ ਮੇਰੀ ਬੇਨਤੀ ਹੈ ਜੀ। ਦੱਸੋ ਜੀ, ਦੱਸੋ। ਹਾਂ, ਕਿ ਜਿਹੜਾ ਇਹ ਚੋਣਾਂ ਦੇ ਮੌਕੇ ਆ ਜਿਹੜਾ ਇਹ ਜਿਹੜੀ ਆ ਰੈਲੀ ਰੂਲੀ ਇਹ ਸਭ ਬੰਦ ਕਰ ਦੇਣੀ ਚਾਹੀਦੀ ਹੈ ਜੀ। ਜੀ ਹਾਂਜੀ, ਤੇ ਦਫਾ 147 ਲਾ ਦੇਣਾ ਚਾਹੀਦਾ ਹੈ ਜੀ। ਅੱਜ ਕੱਲ੍ਹ ਮੀਡੀਆ ਬਹੁਤ ਪ੍ਰਚਲਿਤ ਹੈ ਜੀ। ਹਾਂਜੀ ਹਾਂਜੀ, ਮੀਡੀਆ ਨੂੰ ਚੋਣ ਕਮਿਸ਼ਨ ਨੇ ਕਵਰ ਕਰ ਲੈਣਾ ਚਾਹੀਦਾ ਹੈ ਤੇ ਇਹਦੇ ਮੀਡੀਆ ਰਾਹੀਂ ਜਿਹੜਾ ਸਾਰਾ ਕੁਛ ਹੈ ਟੈਲੀਕਾਸਟ ਹੋਵੇ। ਜਿਹੜਾ ਇਹ ਇੰਨੀਆਂ ਵੱਡੀਆਂ ਚੋਣ ਰੈਲੀਆਂ ਜਾਂ ਕੋਈ ਤੇਲ ਜਾਂ ਮੈਂ ਤੁਹਾਡੀ ਭਾਵਨਾ ਸਮਝ ਰਿਹਾ ਕਿ ਇਹ ਦਿਖਾਵਾ ਮਾਤਰ ਨਾ ਹੋ ਕੇ ਚੋਣ ਪ੍ਰਕਿਰਿਆ ਤੁਸੀਂ ਸਮਝਦੇ ਹੋ ਕਿ ਜਿੱਦਾਂ ਦੂਜੇ ਦੇਸ਼ਾਂ ਦੇ ਵਿੱਚ ਕੈਂਡੀਡੇਟ ਆਪਣੀ ਗੱਲ ਰੱਖਦੇ ਆ ਉਸ ਤਰੀਕੇ ਨਾਲ ਜਾਣ। ਵੈਸੇ ਖੰਨਾ ਸਾਹਿਬ, ਮੀਡੀਆ ਦੀ ਗੱਲ ਆਈ ਤੇ ਤੁਹਾਡਾ ਜ਼ਿਕਰ ਆਉਂਦਾ ਹੈ। ਮੀਡੀਆ ਦੀ ਗੱਲ ਉਹਨਾਂ ਦੀ ਰੋਲ ਮੀਡੀਆ ਦਾ ਇੰਨਾ ਪ੍ਰਭਾਵੀ ਨਹੀਂ ਹੈ ਕਿਸੇ ਹੱਦ ਤੱਕ। ਠੀਕ ਨਹੀਂ ਪ੍ਰਭਾਵੀ ਤਾਂ ਮੀਡੀਆ ਦੇ ਬਿਨਾਂ ਤੇ ਲੋਕਤੰਤਰ ਦਾ ਤੁਸੀਂ ਸੋਚ ਨਹੀਂ ਸਕਦੇ। ਜੋ ਚਾਹੇ ਟੀਵੀ, ਅਸੀਂ ਅੱਜ ਬੈਠੇ ਹਾਂ ਤੇ ਮੀਡੀਆ ਦੀ ਭੂਮਿਕਾ ਹੀ ਹੈ। ਅਸੀਂ ਜਿਹੜੇ 4 ਆਦਮੀ ਬੈਠੇ ਹਾਂ, ਮੀਡੀਆ ਦੀ ਭੂਮਿਕਾ ਜਿੰਨੀ ਅੱਛੀ ਭੂਮਿਕਾ ਚਾਹੀਦੀ ਹੈ। ਮੇਰਾ ਜੋ ਪਹਿਲੇ DC ਸਾਹਿਬ ਨੇ ਕਿਹਾ ਜਿਹੜੀ ਚੋਣ ਦੇ ਜਿਹੜੇ ਕੋਡ ਆਫ ਕੰਡਕਟ ਦੀ ਗੱਲ ਕੀਤੀ ਤੁਸੀਂ, ਸਵਾਲ ਇਹ ਹੈ ਵੀ ਅਸੀਂ ਚੋਣ ਜਦੋਂ ਅਨਾਊਂਸ ਹੋ ਜਾਂਦੇ, ਸਾਡਾ ਜਿਹੜਾ ਜਨ ਪ੍ਰਤੀਨਿਧੀ ਕਾਨੂੰਨ ਹੈ ਉਹਦੇ 'ਚ 123/3 ਧਾਰਾ ਹੈ ਵੀ ਅਸੀਂ ਨਾ ਧਰਮ ਦੇ, ਨਾ ਜਾਤੀ ਦੇ, ਨਾ ਸੰਪਰਦਾਇ ਦੇ ਆਧਾਰ 'ਤੇ ਅਸੀਂ ਵੋਟ ਨਹੀਂ ਮੰਗ ਸਕਦੇ। ਜਿਹੜਾ ਮੰਗੇ ਉਹਨੂੰ ਅਸੀਂ ਡਿਸਕੁਆਲੀਫਾਈ ਕਰਦੇ। ਬਿਲਕੁਲ।
ਪਰ ਜਿਹੜੀ ਜੇ ਹਿੰਦੁਸਤਾਨ ਦੀ ਰਾਜਨੀਤੀ ਦੇਖੇ, ਰਾਜਨੀਤੀ ਪੋਲੀਟੀਕਲ ਪਾਰਟੀਆਂ ਸ਼ੁਰੂ ਹੀ ਇੱਥੋਂ ਹੁੰਦੀਆਂ, ਉਮੀਦਵਾਰ ਹੀ ਇੱਥੋਂ ਸ਼ੁਰੂ ਕਰਦੀਆਂ ਵੀ ਤੇਰੀ ਬਰਾਦਰੀ ਉਸ ਕਿੰਨੀ ਹੈ, ਤੇਰੀ ਜਾਤ ਕੀ ਹੈ। ਤੇ ਇਹ ਕੋਡ ਆਫ ਕੰਡਕਟ ਇਹ ਜਿਹੜੀ ਹੈ ਬੇਸਿਕ ਜਿਹੜੀ ਗੱਲ ਹੈ ਉਹਦੇ ਤੇ ਅਸੀਂ ਕਿਉਂ ਨਹੀਂ ਧਿਆਨ ਦਿੰਦੇ? ਇਹ ਇੱਕ ਬੜਾ ਵੱਡਾ ਫਲॉ ਹੈ ਸਾਡੇ ਲੋਕ। ਤੁਹਾਨੂੰ ਨਹੀਂ ਲੱਗਦਾ ਕਿ ਚੋਣ ਕਮਿਸ਼ਨ ਵੀ ਇਸੇ ਸਮਾਜ ਦਾ ਹਿੱਸਾ ਹੈ ਤੇ ਚੋਣ ਕਮਿਸ਼ਨ ਸ਼ਾਇਦ ਵਿਹਾਰਕ ਨਹੀਂ ਹੋਣਾ ਹੈ? ਤੁਹਾਨੂੰ ਲੱਗਦਾ ਜਿਹੜੇ ਕਾਨੂੰਨ ਦੇ ਜਿਹੜੇ ਅਧਿਕਾਰ, ਸੰਵਿਧਾਨ, ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਨਾ ਤਾਂ ਸੰਵਿਧਾਨ ਨੇ ਆਥੋਰਾਈਜ਼ ਕੀਤਾ ਹੈ ਤੇ ਉਹਦੇ ਤੇ ਇੰਪਲੀਮੈਂਟੇਸ਼ਨ ਪਾਰਟ ਭੋਗਲ ਸਾਹਿਬ ਕੋਈ ਗੱਲ ਜੋੜਨਾ ਚਾਹੁੰਦੇ ਮੈਨੂੰ ਲੱਗਦਾ। ਰੰਧਾਵਾ ਸਾਹਿਬ ਗੱਲ ਇਹ ਹੈ ਵੀ ਆਪਣੇ ਲੋਕਤੰਤਰ ਵਿੱਚ ਹਾਂ ਪੱਖੀ ਗੱਲਾਂ ਵੀ ਆ ਤੇ ਨਾ ਪੱਖੀ ਗੱਲਾਂ। ਬਿਲਕੁਲ ਬਿਲਕੁਲ, ਇਹ ਆਪਾਂ ਗੱਲ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਹਿੰਦੁਸਤਾਨ ਵਿੱਚ ਅਲੱਗ-ਅਲੱਗ ਧਰਮ ਹੈ, ਬਿਲਕੁਲ ਅਲੱਗ-ਅਲੱਗ ਜ਼ਾਤਾਂ ਆ, ਅਲੱਗ-ਅਲੱਗ ਭਾਸ਼ਾਵਾਂ ਆ, ਔਰ ਇਹਦਾ ਕਰਕੇ ਕੁਝ ਲੋਕਾਂ ਦੀਆਂ ਦਿਲਚਸਪੀਆਂ, ਤਰਜੀਹਾਂ ਵੀ ਹੈਗੀਆਂ ਉਹਨਾਂ ਦੀਆਂ। ਹਾਂ ਬਿਲਕੁਲ, ਉਹਨਾਂ ਦੀਆਂ ਭਾਵਨਾਵਾਂ ਵੀ ਹੈਗੀਆਂ। ਉਹ ਲੋਕ ਆਪਣੀਆਂ ਭਾਵਨਾਵਾਂ ਦਾ ਖਿਆਲ ਰੱਖਣ, ਲੇਕਿਨ ਵੋਟ ਪਾਉਣ ਲੱਗਿਆਂ ਇਹ ਦੇਖਣ ਪਈ ਕਿਹੜੀ ਪਾਰਟੀ ਚੰਗਾ ਪ੍ਰਸ਼ਾਸਨ ਚਲਾ ਸਕਦੀ ਆ, ਕਿਹੜਾ ਪ੍ਰਤੀਨਿਧ ਮੇਰੀ ਅੱਛੀ ਨੁਮਾਇੰਦਗੀ, ਮੇਰੇ ਇਲਾਕੇ ਦੀ ਅੱਛੀ ਨੁਮਾਇੰਦਗੀ ਕਰ ਸਕਦਾ। ਤਾਂ ਸਾਡੇ ਲੋਕਤੰਤਰ ਵਿੱਚ ਹਾਂ ਪੱਖੀ ਗੱਲ ਇਹ ਆ ਵੀ ਅਸੀਂ 52 ਤੋਂ ਲੈ ਕੇ ਹੁਣ ਤੱਕ ਹਰ 25 ਸਾਲੀ ਚੋਣਾਂ ਵਿੱਚ ਹਿੱਸਾ ਲੈਂਦੇ ਹਾਂ, ਚੋਣਾਂ ਕੀਤੀਆਂ ਜਾਂਦੀਆਂ, ਸਰਕਾਰਾਂ ਚੁਣੀਆਂ ਜਾਂਦੀਆਂ, ਪਰ ਨਾ ਪੱਖੀ ਗੱਲ ਇਹ ਆ ਵੀ ਸਾਡੀਆਂ ਪਾਰਟੀਆਂ, ਸਾਡੇ ਨੇਤਾ, ਕਦੇ ਸਾਡੇ ਵੋਟਰ। ਭੋਗਲਾਂ ਦੀ ਗੱਲ ਨੂੰ ਸਮਝਦਾ ਅਸੀਂ ਆਨਗੁੜ ਆਪਣੇ ਦੇਸ਼ ਦੇਖ ਲਈਏ, ਹਾਂਜੀ, ਉਹਨਾਂ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਚੱਲੀ ਤੇ ਟੁੱਟੀ ਕਰਦੇ, ਅਸੀਂ ਜ਼ਿਕਰ ਕਰ ਲੈਂਦੇ ਹਾਂ ਕਿ ਸਾਡੇ ਗੁਆਂਢੀ ਦੇਸ਼ ਦੇ ਵਿੱਚ ਸਾਡੇ ਜਿਹੜੇ ਉੱਥੇ ਸਮੱਸਿਆ ਨਹੀਂ ਆ, ਅਸੀਂ ਨਿਕਲੇ ਆਏ। ਪੱਖੀ ਭੂਮਿਕਾ ਵੀ ਨਿਭਾਈ ਆ ਤੇ ਕੁਝ ਨਾ ਪੱਖੀ ਭੂਮਿਕਾ ਵੀ ਨਿਭਾ ਰਹੇ ਆ। ਭੋਗਲ ਸਾਹਿਬ ਇੱਕ ਸਵਾਲ ਇੱਥੇ ਬਣਦਾ ਹੈ ਕਿ ਆਪਾਂ ਪੰਜਾਬ ਦੇ ਦ੍ਰਿਸ਼ ਨੂੰ ਦੇਖੀਏ, ਇੱਥੇ ਭਾਸ਼ਾ ਆਧਾਰਿਤ ਵੋਟ ਰਾਜਨੀਤੀ ਵੀ ਹੋਈ, ਇੱਥੇ ਵਰਗਾਂ ਦੀ, ਜਾਤਾਂ ਦੀ, ਧਰਮਾਂ ਦੀ ਵੋਟ ਰਾਜਨੀਤੀ ਵੀ ਹੋਈ, ਲੇਕਿਨ ਜਿਹੜੀ ਹੁਣ ਇਹਨਾਂ ਦਿਨਾਂ 'ਚ ਵੋਟ ਰਾਜਨੀਤੀ ਹੈ ਜਿਹਦੇ 'ਚ ਨਸ਼ਾ ਬਹੁਤ ਵੱਡੇ ਪੱਧਰ ਤੇ ਆ ਗਿਆ, ਜਿਹਦੇ ਵਿੱਚ ਮਸਲ ਪਾਵਰ ਆ ਗਈ, ਜਿਹਦੇ ਵਿੱਚ ਬਹੁਤ ਵੱਡੇ ਲਾਲਚ ਸ਼ਾਮਲ ਹੋ ਗਏ, ਉਹਨੂੰ ਕਿੱਦਾਂ ਪਰਿਭਾਸ਼ਿਤ ਕਰੋਗੇ ਸੰਖੇਪ 'ਚ? ਇਹ ਗੱਲ ਇਹ ਹੈ ਵੀ ਇਹ ਲਾਲਚ ਜਿਹੜੇ ਆ ਨਾ, ਲਾਲਸਾਵਾਂ ਜਿਹੜੀਆਂ ਵੋਟਰ ਦੇ ਮਨ ਵਿੱਚ ਪੈਦਾ ਕੀਤੀਆਂ ਜਾਂਦੀਆਂ, ਔਰ ਸਾਡੇ ਰਾਜਨੀਤਿਕ ਜਿਹੜੇ ਵਿਅਕਤੀ ਆ ਉਹ ਇਹ ਲਾਲਸਾਵਾਂ ਪੈਦਾ ਕਰਦੇ ਆ ਔਰ ਪੂਰੀਆਂ ਕਰਨ ਦਾ ਯਤਨ ਕਰਦੇ ਆ। ਇਹ ਸਭ ਗੱਲਾਂ ਨਾ ਪੱਖੀ ਆ, ਅਸੀਂ ਇਹਨਾਂ ਦੇ ਖਿਲਾਫ ਹਾਂ। ਇਹ ਲਾਲਸਾਵਾਂ ਜਾਂ ਤਾਂ ਪੈਦਾ ਨਹੀਂ ਕੀਤੀਆਂ ਜਾਣੀ ਚਾਹੀਦੀਆਂ, ਜਾਂ ਸਾਡਾ ਜਿਹੜਾ ਰਾਜਨੀਤਿਕ ਵਰਗ ਹੈ ਉਹਦਾ ਇਹ ਫਰਜ਼ ਬਣਦਾ ਅਸੀਂ ਉਹਨੂੰ ਇਸ ਗੱਲੋਂ ਚੇਤੰਨ ਕਰੀਏ, ਬਲਕਿ ਜੇ ਉਹ ਗਲਤ ਗੱਲਾਂ ਕਰਦਾ ਤਾਂ ਅਸੀਂ ਉਹਦੀ ਨੁਕਤਾਚੀਨੀ ਕਰੀਏ, ਔਰ ਅਸੀਂ ਨੁਕਤਾਚੀਨੀ ਕਰਦੇ ਹਾਂ। ਲੇਕਿਨ ਨਾਲ ਤੁਸੀਂ ਪੰਜਾਬ ਦਾ ਜ਼ਿਕਰ ਕੀਤਾ, ਪੰਜਾਬ ਵਿੱਚ ਬਾਕੀ ਕਈ ਇਲਾਕਿਆਂ ਨਾਲੋਂ ਘੱਟ ਮਸਲ ਪਾਵਰ ਵਰਤੀ ਜਾਂਦੀ ਹੈ, ਕਈ ਲਾਲਸਾਵਾਂ ਪੂਰੀਆਂ ਕੀਤੀਆਂ ਜਾਂਦੀਆਂ, ਪਰ ਇੱਥੇ ਜਿਹੜੀ ਹੈ ਨਾ ਬਾਹੂਬਲ, ਉਹਦੀ ਵਰਤੋਂ ਪੰਜਾਬ 'ਚ ਦੂਜੇ ਸੂਬਿਆਂ ਨਾਲੋਂ ਘੱਟ ਹੈ। ਹਾਂ ਪੱਖੀ ਗੱਲ ਵੀ ਹੈ ਵੀ ਪੰਜਾਬ 'ਚ ਚੋਣਾਂ ਕਾਫੀ ਪੁਰਅਮਨ ਹੁੰਦੀ ਆ। ਗੱਲ ਨਸ਼ਾ ਇੱਥੇ ਜ਼ਿਆਦਾ, ਨਸ਼ੇ ਦੀ ਗੱਲ ਦੁਰਸਤ ਹੈ, ਨਸ਼ਾ ਇੱਥੇ, ਪਰ ਇਨ ਟੋਟੈਲਿਟੀ ਅਸੀਂ ਦੇਖੀਏ ਜਦੋਂ ਅਸੀਂ ਨੈਸ਼ਨਲ ਲੈਵਲ ਤੇ ਜਾਂਦੇ ਹਾਂ ਤਾਂ ਜੁਡੀਸ਼ਰੀ ਨੇ, ਸੁਪਰੀਮ ਕੋਰਟ ਦਾ ਹੁਣ ਬੜਾ ਸਿੱਧਾ ਕਲੀਅਰ ਹੈ ਵੀ ਜਿਹੜੇ ਅਪਰਾਧੀਕਰਨ ਵਾਲਾ ਰਾਜਨੀਤੀ ਦੇ ਜਿਹੜਾ ਅਪਰਾਧੀਕਰਨ ਲੋਕਾਂ ਨੂੰ ਡਰ ਪੈਦਾ ਹੋਇਆ, ਹਾਂ ਉਹ ਡਰ ਸ਼ੁਰੂ ਹੋ ਗਿਆ। ਮੈਨੂੰ ਤੂੰ ਆਗਿਆ ਦੇ ਜਿਹੜਾ ਅੱਜ ਦਾ ਹੀ ਕੇਸ ਹੈ, ਮਤਲਬ 14 ਦਿਨ ਲਈ ਜਿਹੜਾ ਕਾਂਗਰਸ ਦਾ ਕੈਂਡੀਡੇਟ ਗਿਆ ਅੰਦਰ, ਉਹਦੇ ਭਾਸ਼ਣ ਤੋਂ ਗਿਆ। ਬੜੀ ਅੱਛੀ ਗੱਲ। ਸਾਨੂੰ ਡੀਸੀ ਸਾਹਿਬ ਦੀ ਜਿਹੜੀ ਅਮਲ 'ਚ ਲਿਆਉਣ ਦੀ ਕਾਨੂੰਨ ਨੂੰ ਪ੍ਰਕਿਰਿਆ ਉੱਤੇ ਭਰੋਸਾ ਹੈ। ਮੈਂ ਇੱਕ ਦਰਸ਼ਕ ਜੋੜ ਲਵਾਂ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਭਾਈ ਭੁਗਤ ਸਾਹਿਬ ਨੇ ਜਿਹੜੇ ਹੋਈ ਸਭ ਬੋਲ ਗਏ ਚੋਣਾਂ ਦੇ ਬਾਰੇ ਵਿੱਚ ਕਿਹਾ ਨਾ, ਉਹਨਾਂ ਨੇ ਸਾਨੂੰ ਆਪਣਾ ਬਚਪਨ ਯਾਦ ਦਵਾਤਾ, ਜਦੋਂ ਝੰਡੇ ਲੈ ਕੇ ਅਸੀਂ ਨੇਤਾਵਾਂ ਦੇ ਅੱਗੇ ਅੱਗੇ ਫਿਰਦੇ ਹੁੰਦੇ ਹੈ, ਢੋਲ ਵੱਜਦਾ ਸੀ, ਨਗਾਰੇ ਵੱਜਦੇ ਸੀ, ਚੋਣਾਂ ਤੇ ਉਹ ਸੀ, ਹੁਣ ਕਾਹਦੀਆਂ ਚੋਣਾਂ ਰਹਿ ਗਈਆਂ। ਸੈਕੰਡਲੀ ਜੇ ਅੱਜ ਚੋਣਾਂ ਹੈ ਵੀ ਨੇ ਤੇ ਭਾਜੀ ਇਹ ਸਿਰਫ ਇੱਕ ਬਹੁਤ ਵੱਡਾ ਫਰਾਡ ਹੈ, ਕਿਉਂਕਿ ਅੱਜ ਜਿੰਨੇ ਵੀ ਸਾਡੇ ਨੇਤਾ ਨੇ, ਜਿੰਨੀਆਂ ਵੀ ਇੱਕ ਦੋ ਪਾਰਟੀਆਂ ਨੂੰ ਛੱਡ ਕੇ ਬਾਕੀ ਸਿਰਫ ਚੋਣਾਂ ਦੇ ਵਿੱਚ ਆਪਣਾ ਮੂੰਹ ਦਿਖਾਉਂਦੇ ਨੇ ਮੈਂਬਰ ਆਫ ਪਾਰਲੀਮੈਂਟ। ਉਸ ਤੋਂ ਬਾਅਦ ਉਹ ਤਾਂ 5 ਸਾਲਾਂ ਤੋਂ ਬਾਅਦ ਹੀ ਕੱਢ ਕੇ ਆ ਗਏ ਨੀਤੀ ਨਾਲ ਵੀ। ਤੁਸੀਂ ਕੋਰਟ 'ਚ ਜਾਣਾ, ਸਾਡੇ ਛੋਟੇ ਵੀਰ ਆਪਣੇ ਜੇ ਪਾਰਲੀਮੈਂਟ ਚਲੇ ਵੀ ਜਾਂਦੇ ਨੇ ਤੇ ਪਾਰਲੀਮੈਂਟ ਉਹ ਅਟੈਂਡ ਹੀ ਨਹੀਂ ਕਰਦੇ। ਰਾਹੁਲ ਜੀ ਨੂੰ ਪੁੱਛ ਕੇ ਦੇਖੋ ਕਿ ਕਿੰਨੇ ਦਿਨ ਤੁਸੀਂ ਪਾਰਲੀਮੈਂਟ ਅਟੈਂਡ ਕੀਤੀ। ਤੇ ਇਹੋ ਜਿਹੇ ਹਾਲਾਤ ਵਿੱਚ ਲੋਕੀ ਕੀ ਐਕਸਪੈਕਟ ਕਰਦੇ ਨੇ। ਇਸ ਕਰਕੇ ਮੈਂ ਕਹਿੰਦਾ ਕਿ ਇਹ ਫਰਾਡ ਹੈ। ਰੰਧਾਵਾ ਜੀ ਥੋੜੇ ਤੁਸੀਂ 10 ਸਾਲ ਠਹਿਰ ਜਾਓ, ਇਹ ਫਰਾਡ ਜਿਹੜਾ ਖਤਮ ਹੋ ਜਾਏਗਾ। ਡੈਮੋਕ੍ਰੇਸੀ ਜਿਹੜੀ ਕਹਿੰਦੇ ਆਪਾਂ ਵੀ ਬਹੁਤ ਵੱਡੀ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ, ਕੀ ਚੱਟੋਗੇ ਇਸ ਡੈਮੋਕ੍ਰੇਸੀ ਨੂੰ, ਕੀ ਹਾਲਾਤ ਹੈ ਸਾਡੇ ਦੇਸ਼ ਦੇ। ਥੈਂਕ ਯੂ। ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਗਿਣਤੀ ਵੀ ਮੈਟਰ ਕਰਦੀ ਹੈ।
ਪਾਰਟੀਆਂ ਨੇ ਆਪਣੇ ਵੱਧ ਤੋਂ ਵੱਧ ਕੈਂਡੀਡੇਟ ਜਿਤਾ ਕੇ ਹੀ ਗਵਰਨਮੈਂਟ ਬਣਾਉਣੀ ਹੁੰਦੀ ਹੈ, ਲੇਕਿਨ ਫਿਰ ਵੀ ਜੇ ਅਸੀਂ ਸਾਰੇ ਦ੍ਰਿਸ਼ ਦੇ ਵਿੱਚ ਸਭ ਕੁਝ ਹੀ ਨਾ ਪੱਖੀ ਦੇਖੀਏ, ਐਸਾ ਨਹੀਂ। ਮੇਰੇ ਖਿਆਲ DC ਸਾਹਿਬ ਤੁਸੀਂ ਸਹਿਮਤ ਹੋਵੋਗੇ ਕਿ ਅਸੀਂ ਇੱਥੇ ਪੂਰੀ ਤਰ੍ਹਾਂ ਆਜ਼ਾਦ ਵੀ ਹਾਂ। ਸਾਡੇ ਲੋਕ ਜਿਹੜੇ ਆ ਸੁੱਖ ਦਾ ਸਾਹ, ਖੁੱਲ੍ਹਾ ਸਾਹ ਵੀ ਲੈਂਦੇ ਆ, ਸਾਡੇ ਤੇ ਕੋਈ ਬਹੁਤ ਵੱਡੀ ਪਾਬੰਦੀ ਨਹੀਂ, ਫੈਸਲਾ ਲੋਕਾਂ ਨੇ ਕਰਨਾ ਹੈ। ਇਹਨਾਂ ਲੋਕਾਂ ਲਈ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਸੁਨੇਹਾ ਹੈ? ਕਿਉਂਕਿ ਮੈਨੂੰ ਸਰਕਾਰੀ ਧਿਰ ਹੁੰਦਿਆਂ ਤੁਹਾਡੇ ਕੋਲ ਇਹ ਲੈ ਕੇ ਜਾਣਾ ਹੈ ਕਿ ਤੁਸੀਂ ਇੱਕ ਚੋਣ ਕਮਿਸ਼ਨ ਦੇ ਸਾਰੇ ਇੱਕ ਨੁਮਾਇੰਦੇ ਵਜੋਂ ਤੁਸੀਂ ਮੇਰੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਕਿਸ ਤਰੀਕੇ ਨਾਲ ਪ੍ਰਕਿਰਿਆ ਦਾ ਹਿੱਸਾ ਬਣ ਤੇ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ? ਇਹਦੇ ਵਿੱਚ ਜੀ ਮੈਂ ਸ਼ਮੂਲੀਅਤ ਵਧਾਈਏ ਲੋਕਾਂ ਦੀ। ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਜਿਵੇਂ ਕੰਪਲੇਂਟ ਕਰਦੇ ਹਾਂ ਕਿ ਵੀ ਸਾਡੇ ਸਿਸਟਮ 'ਚ ਇਹ ਮਾੜਾ ਹੈ, ਇਹ ਨਹੀਂ ਹੋਣਾ ਚਾਹੀਦਾ ਜੀ, ਪਰ ਅਸੀਂ ਇਹ ਨਹੀਂ ਸਮਝਦੇ ਕਿ ਉਹਦੇ ਨਾਲ ਸਾਡੀ ਜ਼ਿੰਮੇਵਾਰੀ ਕੀ ਹੈਗੀ। ਬਿਲਕੁਲ ਬਿਲਕੁਲ, ਬਹੁਤ ਵੱਡੀ ਗੱਲ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਅਸੀਂ ਵੋਟ ਨਹੀਂ ਪਾਉਂਦੇ ਤਾਂ ਫਿਰ ਸਾਨੂੰ ਕੰਪਲੇਂਟ ਵੀ ਨਹੀਂ ਕਰਨੀ ਚਾਹੀਦੀ। ਹਾਂ, ਜੋ ਅਸੀਂ ਜਿਹੜੇ ਤੰਤਰ ਯੰਤਰ ਨੂੰ ਆਪਣੇ ਉੱਤੇ ਲਾਗੂ ਕਰਨਾ ਚਾਹੁੰਦੇ ਆ, ਉਹ ਡੈਮੋਕ੍ਰੇਸੀ 'ਚ ਵੋਟ ਨਾਲ ਹੀ ਮਿਲਦਾ। ਸਾਨੂੰ ਸਿਸਟਮ ਬਦਲਣ ਲਈ ਸਿਸਟਮ ਦਾ ਹਿੱਸਾ ਬਣਨਾ ਪਊ, ਵੋਟ ਪਾਉਣੀ ਪਊ। ਬਿਲਕੁਲ, ਔਰ ਜੇ ਵੱਡੀ ਗੱਲ ਹੈ ਤਾਂ ਇਲੈਕਸ਼ਨ ਵੀ ਲੜਨੀ ਪਊ। ਐਗਜ਼ੈਕਟਲੀ ਜੀ। ਸੋ ਅਸੀਂ ਕੰਪਲੇਂਟ ਕਰਨਾ ਛੱਡੀਏ ਜੀ। ਦਿਸ ਇਜ਼ ਦ ਬੈਸਟ ਟਾਈਮ ਜਦੋਂ ਅਸੀਂ ਸਾਰੇ ਦੇਖੀਏ ਕਿ ਸਾਡਾ ਇਹ ਜਿਹੜਾ ਟਾਈਮ ਆ ਰਿਹਾ ਕਿੰਨਾ ਜ਼ਰੂਰੀ ਹੈ ਸਾਡੇ ਦੇਸ਼ ਦੇ ਲਈ, ਤੇ ਜਿਹੜਾ ਅਸੀਂ ਰਾਈਟ ਵੋਟ ਹੈਗਾ ਵਿਦਆਊਟ ਫੀਅਰ ਐਂਡ ਫੇਵਰ, ਜਦੋਂ ਅਸੀਂ ਆਪ ਹੀ ਕਹਿੰਦੇ ਕਿ ਅਸੀਂ ਕੋਈ ਸਾਨੂੰ ਅਲਿਓਰਮੈਂਟ ਦਿੰਦਾ ਹੈ, ਅਸੀਂ ਅਟਰੈਕਟ ਹੋ ਕੇ ਉਸ ਤੋਂ ਅਲਿਓਰਮੈਂਟ ਲੈ ਲੈਂਦੇ ਹਾਂ ਤੇ ਉਹਨੂੰ ਵੋਟ ਪਾ ਦਿੰਦੇ ਹਾਂ, ਤਾਂ ਮੇਰੇ ਸਮਝ 'ਚ ਉਹ ਗੱਲ ਠੀਕ ਨਹੀਂ ਹੈਗੀ। ਪਰ DC ਸਾਹਿਬ, ਚੋਣ ਕਮਿਸ਼ਨ ਨੂੰ ਇੰਨਾ ਸਖਤ ਹੋਣਾ ਪੈਂਦਾ ਹੈ, ਮੈਨੂੰ ਲੱਗਦਾ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕੁਝ ਅਵੇਅਰ ਲੋਕਾਂ ਤੇ, ਜਾਗਰੂਕ ਲੋਕਾਂ ਤੇ ਲਾਗੂ ਹੁੰਦੀ ਹੈ। ਬਹੁ ਗਿਣਤੀ ਐਸੀ ਵੀ ਹੈ ਜਿਹਨੂੰ ਵਰਗਲਾਇਆ ਜਾਂਦਾ ਸੌਖਿਆਂ, ਉੱਥੇ ਡੰਡਾ ਵੀ ਰੱਖਣਾ ਪੈਂਦਾ। ਉਹ ਡੰਡਾ ਕਿਤੇ ਕਿਤੇ ਕਮਜ਼ੋਰ ਪੈ ਜਾਂਦਾ ਚੋਣ ਕਮਿਸ਼ਨ ਦਾ, ਤਾਂ ਹੀ ਇਸ ਤਰ੍ਹਾਂ ਦੀਆਂ ਚੋਰ ਮੋਰੀਆਂ 'ਚ ਲੋਕ ਨਿਕਲ ਜਾਂਦੇ। ਨਹੀਂ, ਮੈਂ ਇਹਦੇ ਵਿੱਚ ਇਹ ਸਮਝਦਾ ਜੀ, ਕਿਉਂਕਿ ਇਹ ਜਿਹੜਾ ਇੱਕ ਇਲੈਕਸ਼ਨ ਦਾ ਮੈਕੈਨਿਜ਼ਮ ਹੈ ਐਡਾ ਵੱਡਾ ਹੁੰਦਾ ਜ਼ਿਲ੍ਹੇ ਪੱਧਰ ਤੇ ਜੀ। ਹੁਣ ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਹਰ ਪਿੰਡ 'ਚ, ਹਰ ਮੁਹੱਲੇ 'ਚ, ਸ਼ਹਿਰ 'ਚ ਅਸੀਂ ਪਹੁੰਚੀਏ ਜੀ, ਪਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਰਾਤ ਸਵੇਰੇ ਜਿਵੇਂ ਚੋਰ ਪੁਲਿਸ ਵਾਲੀ ਆਪਾਂ ਗੱਲ ਕਰ ਲਈਏ, ਉਹ ਖੇਡ ਚੱਲਦਾ ਹੈਗਾ ਇਹਦੇ ਵਿੱਚ, ਤਾਂ ਉਸ ਵੇਲੇ ਕਈ ਜਿਹੜੇ ਹੈਗੇ ਨੇ ਵਿੱਚ ਇਹ ਬਰਾਈਬਰੀ ਵਾਲਾ ਐਲੀਮੈਂਟ ਆ ਜਾਂਦਾ ਹੈ ਜੀ। ਪਰ ਹਮੇਸ਼ਾ ਤੁਸੀਂ ਦੇਖਿਆ ਹੋਣਾ ਕਿ ਐਵਰੀ ਟਾਈਮ ਜਦੋਂ ਇਲੈਕਸ਼ਨ ਆਉਂਦੀ ਹੈ ਤਾਂ ਉਹਦੇ ਵਿੱਚ ਇੱਕ ਨਵੀਂ ਅਸੀਂ ਮੈਕੈਨਿਜ਼ਮ ਲੱਭਦੇ ਹਾਂ, ਉਹਨੂੰ ਹੋਰ ਸਖਤ ਕਰਦੇ ਹਾਂ। ਇੱਕ ਇਲਜ਼ਾਮ ਵੀ ਆਉਂਦਾ ਹੈ ਆਮ ਤੌਰ ਤੇ ਪ੍ਰਸ਼ਾਸਨ ਤੇ ਕਿ ਕਈ ਵਾਰੀ ਸੱਤਾਧਾਰੀ ਧਿਰਾਂ ਕੋਈ ਵੀ ਹੋਣ ABC, ਉਹ ਕਈ ਵਾਰੀ ਅਫਸਰਾਂ ਨੂੰ ਵਰਤ ਜਾਂਦੀਆਂ, ਕਿਉਂਕਿ ਅਫਸਰ ਇਹ ਜਾਣਦੇ ਹੁੰਦੇ ਆ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਉਸੇ ਸਰਕਾਰ ਦੇ ਨਾਲ ਕੰਮ ਕਰਨਾ ਹੈ ਤੇ ਵਧੀਆ ਅਹੁਦਿਆਂ ਲਈ, ਵਧੀਆ ਪੋਸਟਾਂ ਲਈ ਕੁਝ ਲੋਕ ਫੇਵਰ ਵੀ ਕਰ ਜਾਂਦੇ। ਇਹ ਇਲਜ਼ਾਮ ਲੋਕਾਂ ਦਾ, ਮੇਰਾ ਨਹੀਂ। ਨਹੀਂ, ਤੁਹਾਡੀ ਗੱਲ ਠੀਕ ਹੈ ਜੀ, ਇਹ ਅਕਸਰ ਇਲਜ਼ਾਮ ਲੱਗਦਾ ਹੈ, ਪਰ ਇਹਦੇ ਵਿੱਚ ਤਾਂ ਮੈਂ ਬੜਾ ਸਿੰਪਲ ਹੈ ਕਿ ਇਹਦੇ ਵਿੱਚ ਜਿਹੜਾ ਅਫਸਰ ਇਹੋ ਜਿਹਾ ਕੋਈ ਕੰਮ ਕਰਦਾ ਜਾਂ ਕਰਮਚਾਰੀ ਇਹੋ ਜਿਹਾ ਕੋਈ ਕੰਮ ਕਰਦਾ ਹੈ, ਉਹਨੂੰ ਤਾਂ ਅਸੀਂ ਦੇਖਦੇ ਹਾਂ ਦੰਡ ਵੀ ਨਾਲ ਦੇ ਨਾਲ ਮਿਲਦਾ ਇਲੈਕਸ਼ਨ ਦੇ ਵਿੱਚ। ਇਹ ਹੈ ਇਹ 'ਚ ਕੋਈ ਸ਼ੱਕ ਨਹੀਂ ਜੀ। ਆਪਾਂ ਇੰਨਾ ਈਜ਼ੀਲੀ ਨਹੀਂ ਕਹਿ ਸਕਦੇ ਕਿ ਵੀ ਡਿਊਰਿੰਗ ਇਲੈਕਸ਼ਨ ਤੁਹਾਡੀ ਨਜ਼ਰ ਬਰੀਕ ਨਜ਼ਰ ਰਹਿੰਦੀ ਹੈ। ਬਿਲਕੁਲ ਜੀ, ਇਹਦੇ ਵਿੱਚ ਨਾਲ ਅਫਸਰ ਨੂੰ ਜਾਂ ਕਰਮਚਾਰੀ ਨੂੰ ਤਾਂ ਬਿਲਕੁਲ ਨਿਰਪੱਖ ਹੋ ਕੇ ਇਹ ਕੰਮ ਕਰਨਾ ਚਾਹੀਦਾ ਹੈ। ਸਾਰਾ ਕੰਮ ਹੀ ਉਹਨਾਂ ਨੇ ਕਰਵਾਉਣਾ। ਮੈਨੂੰ ਆਗਿਆ ਦਿਓ, ਮੈਂ ਇੱਕ ਦਰਸ਼ਕ ਜੋੜ ਲਵਾਂ ਜੀ। ਸਵਾਗਤ ਕਰਦੇ ਹਾਂ। ਹੈਲੋ, ਸਵਾਗਤ ਕਰਦੇ ਹਾਂ ਜੀ। ਸਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਪਿੰਡ ਅਗਲਾ ਬਰਨਾਲਾ ਦਾ ਬੋਲਦਾ ਸਰ। ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ ਸਰ ਜੀ। ਜਿਹੜੇ ਆਪਣੇ ਜਿਵੇਂ ਭਗਵੰਤ ਮਾਨ ਜੀ ਨੇ ਸਾਥੀ ਕਿਹਾ ਵੀ ਜਿਵੇਂ ਆਪਣੇ ਲੀਡਰ ਨੇ ਤੇ ਸੱਪ ਨੇ, ਇਹਦੇ ਕਿਸਮਤ ਤਕਰੀਬਨ ਮਿਲਦੀਆਂ ਜੁਲਦੀਆਂ ਨੇ ਜੀ। ਅੱਛਾ। ਜਿਵੇਂ ਸੱਪ ਜੀ ਕਹਿੰਦੇ ਕਈ ਕੁੰਜਾ ਵਾਲਦੇ ਸਾਲ ਦੇ ਭਗਵੰਤ ਮਾਨ ਤੇ ਮਤਲਬ ਇਹ ਬਾਲ ਲੈਂਦੇ। ਦੂਸਰਾ ਜੀ ਜਿਹੜੇ ਵੋਟਰ ਆ ਆਪਣੇ, ਜਦੋਂ ਚੋਣਾਂ ਨੇੜੇ ਆ ਜਾਂਦੀਆਂ ਨੇ ਜੀ, ਉੱਚੀ ਪੈਸਿਆਂ ਦੇ ਲਾਲਚ ਦੇ ਵਿੱਚ ਆਪਣੇ ਜ਼ਮੀਰ ਵੇਚ ਜੀ ਕੱਟ ਗਿਆ। ਮੇਰਾ ਖਿਆਲ ਹੈ, ਦੇਖੋ ਕਿੰਨੀ ਸਥਿਤੀ ਦਾ ਕਿੰਨਾ ਸੋਹਣਾ ਪਹਿਲੂ ਆ ਕਿ ਤੁਸੀਂ ਆਜ਼ਾਦ ਭਾਰਤ ਦਾ ਹਿੱਸਾ ਹੁੰਦਿਆਂ ਕਿੱਡੀ ਸੰਗੀਨ ਗੱਲ ਕਰ ਰਹੇ ਹੋ ਔਰ ਤੁਸੀਂ ਆਜ਼ਾਦ ਹੋ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਇਹਨਾਂ ਮੰਚਾਂ ਤੋਂ ਖੁੱਲੀ ਗੱਲ ਕਰਦੇ ਹਾਂ ਔਰ ਸਾਡੇ ਕੋਲ ਵੱਡੇ ਵੱਡੇ ਅਫਸਰ, ਵੱਡੇ ਵੱਡੇ ਪੋਲੀਟੀਸ਼ੀਅਨ ਹੁੰਦੇ ਆ, ਫਿਰ ਵੀ ਸਾਨੂੰ ਗੱਲ ਕਹਿਣ ਦੀ ਆਜ਼ਾਦੀ ਹੈ। ਮੈਨੂੰ ਲੱਗਦਾ ਇਸ ਤੋਂ ਵੱਡਾ ਸਾਡੇ ਦੇਸ਼ ਦਾ ਮਾਣ ਤਾਣ ਭੋਗਲ ਸਾਹਿਬ ਕੋਈ ਨਹੀਂ। ਕਲਮਾ ਆਜ਼ਾਦ ਨੇ, ਅਸੀਂ ਜੋ ਮਰਜ਼ੀ ਲਿਖ ਸਕਦੇ ਹਾਂ ਔਰ ਗੁਨਾਹ ਵੀ ਲੋਕ ਹੀ ਕਰਦੇ। ਗੱਲ ਸੁਣੋ ਰੰਧਾਵਾ ਸਾਹਿਬ, ਮੈਨੂੰ ਇਉਂ ਲੱਗਦਾ ਕਿ ਆਪਾਂ ਭਾਰਤੀ ਲੋਕਤੰਤਰ ਦੇ ਜਿਹੜੇ ਨਾ ਪੱਖੀ ਅੰਸ਼ ਹੈ ਉਹਨਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ ਤੇ ਹਾਂ ਪੱਖੀ ਅੰਸ਼ਾਂ ਵੱਲ ਧਿਆਨ ਨਹੀਂ ਦੇ ਰਹੇ। ਮੇਰੇ ਲੋਕਾਂ ਦੀ ਸੋਚ ਉਹੀ ਹੈ। ਤੁਸੀਂ ਮੈਨੂੰ ਕਹਿ ਲਓ ਕਿ ਮੈਂ ਕੁਝ ਪਲ ਲਈ ਤੁਹਾਡੀ ਫੇਵਰ 'ਚ ਗੱਲ ਕਰੂੰਗਾ, ਅਸੀਂ ਉਹ ਸੋਲੇ ਗਾਵਾਂਗੇ, ਪਰ ਉਹ ਲੋਕਾਂ ਨੇ ਪ੍ਰਵਾਨ ਨਹੀਂ ਕਰਨੀ। ਜੋ ਜ਼ਮੀਨ ਤੇ ਹੋ ਰਿਹਾ ਉਹ ਸਾਡੇ ਕੋਲ ਆਉਣਾ ਹੈ।
ਔਰ ਠੀਕ ਹੈ, ਅਸੀਂ ਸੁਣਨਾ ਚਾਹੁੰਦੇ ਜੀ। ਨਹੀਂ, ਇਹ ਜੋ ਹੋ ਰਿਹਾ ਆਲੇ ਦੁਆਲੇ 'ਚ, ਜਿਵੇਂ ਉਹਨਾਂ ਨੇ ਕਿਹਾ ਕਿ ਇਹਨਾਂ ਦਿਨਾਂ 'ਚ ਲੋਕ ਪਾਰਟੀਆਂ ਦੇ ਵਿੱਚ ਕਿੱਦਾਂ ਬਦਲਦੇ ਪਏ, ਜਿਹੜੇ ਇੱਕ ਅਸੂਲ ਸੀ ਰਾਜਨੀਤੀ ਦੇ। ਰੰਧਾਵਾ ਸਾਹਿਬ, ਮੈਂ ਬਿਲਕੁਲ ਮੰਨਦਾ ਪਏ ਆਪਾਂ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਹਾਂ ਰਾਜਨੀਤਿਕ ਪਾਰਟੀਆਂ ਦੇ ਖੇਤਰ ਵਿੱਚ ਵੀ ਜੀ, ਉਮੀਦਵਾਰਾਂ ਦੇ ਖੇਤਰ ਵਿੱਚ ਵੀ, ਵੋਟ ਪਾਉਣ ਦੇ ਖੇਤਰ ਵਿੱਚ ਵੀ ਆਪਾਂ ਗਲਤੀਆਂ ਕਰ ਰਹੇ ਹਾਂ। ਬਿਲਕੁਲ। ਲੇਕਿਨ ਆਪਾਂ ਇਹ ਵੀ ਦੇਖੀਏ ਕਿ ਜਦੋਂ ਵੀ ਚੋਣ ਹੁੰਦੀ ਆ ਲੋਕ ਕਾਫੀ ਹੁੰਮ ਹਵਾ ਕੇ ਵੋਟ ਪਾਉਣ ਆਉਂਦੇ ਨੇ, ਔਰ ਸਾਰੇ ਲੋਕ ਕਿਸੇ ਫੇਵਰ ਦੀ ਖਾਤਰ ਵੋਟ ਪਾਉਣ ਨਹੀਂ ਜਾਂਦੇ, ਆਪਣੇ ਆਜ਼ਾਦ ਰਾਏ ਦੇ ਮੁਤਾਬਕ ਵੋਟ ਪਾਉਣ ਜਾਂਦੇ ਆ। ਉਹਨਾਂ 'ਚ ਪੜ੍ਹੇ ਲਿਖੇ ਲੋਕ ਵੀ ਆ, ਅਨਪੜ੍ਹ ਲੋਕ ਵੀ ਆ, ਨੌਜਵਾਨ ਵੀ ਆ, ਬਜ਼ੁਰਗ ਵੀ ਆ। ਮੈਂ ਸਮਝਦਾ ਭਾਰਤ ਦੇ ਵੋਟਰਾਂ ਦੀ ਬਹੁਤ ਗਿਣਤੀ ਜਿਹੜੀ ਆ ਉਹ ਨਿਰਪੱਖ ਹੋ ਕੇ ਵੋਟ ਪਾਉਂਦੀ ਆ, ਪਰ ਕੁਝ ਲੋਕ ਕੁਝ ਭਾਵਨਾਵਾਂ ਤੇ ਕੁਝ ਲਾਲਸਾਵਾਂ ਦੀ ਪੂਰਤੀ ਲਈ ਵੋਟ ਪਾਉਣ ਜਾਂਦੇ ਆ। ਤਾਂ ਵੀ ਸਾਨੂੰ ਇਹ ਦੇਖਣਾ ਚਾਹੀਦਾ। ਭੋਗਲ ਸਾਹਿਬ, ਜਿਹੜੇ ਲੋਕ ਬਹੁਤ ਅੱਛੇ ਕੰਮ ਕਰ ਰਹੇ ਆ ਇਸ ਮੰਚ ਤੋਂ, ਉਹਨਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਆ। ਜਿਹੜੇ ਲੋਕ ਨੈਗੇਟਿਵ ਕੰਮਾਂ 'ਚ ਲੱਗੇ ਆ ਉਹਨਾਂ ਲਈ ਗੱਲ ਕਰੀਏ, ਮੈਨੂੰ ਲੱਗਦਾ ਸਾਡੇ ਇਸ ਮੰਚ ਦਾ ਫਾਇਦਾ ਜ਼ਿਆਦਾ ਹੋਊ। ਖੰਨਾ ਸਾਹਿਬ ਬੈਠੇ, ਮੈਂ ਇਹ ਦੱਸ ਸੋਚਦਾ ਭੋਗਲ ਸਾਹਿਬ ਦੀ ਗੱਲ ਜਿਹੜੀ ਅੱਗੇ ਵਧਾਉਂਦੇ ਆ ਵੀ ਜਿਹੜੇ ਫੋਨ ਆਇਆ ਸਾਨੂੰ ਉਸ ਭਾਵਨਾ ਨੂੰ ਸਮਝਦੇ ਹੋਇਆ ਵੀ ਜਦੋਂ ਅਸੀਂ ਅੱਜ 60 ਸਾਲ ਸਾਨੂੰ ਹੋ ਗਏ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਤੇ ਜਿਹੜੇ ਅਸੀਂ ਇਹਨੇ 16ਵੀਂ ਲੋਕ ਸਭਾ ਇਲੈਕਸ਼ਨ ਅਸੀਂ ਲੜਦੇ ਹੋਏ ਆ, ਔਰ ਜਿਹਦੇ ਅਸੀਂ 81 ਕਰੋੜ ਤੋਂ ਜ਼ਿਆਦਾ ਮਤਦਾਤਾ ਨੇ ਮਤਦਾਨ ਕਰਨਾ ਜਿਹਦੇ, ਔਰ 10-12 ਕਰੋੜ ਯੂਥ ਹੈ ਜਿਹਨੇ। ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਦੇਖਦੇ ਆ ਤੇ ਸਾਨੂੰ ਸਮਝਣਾ ਚਾਹੀਦਾ ਕਿੰਨਾ ਵੱਡਾ ਸਾਡਾ ਇਹ ਪ੍ਰਕਿਰਿਆ ਕਿੰਨੀ ਲੰਬੀ ਔਰ ਕਿੰਨੀ ਜ਼ਿਆਦਾ ਇਨਵੋਲਵ ਔਰ ਕਿੰਨੇ ਗਹਿਨ ਇਹਦੇ 'ਚ ਜਿਹੜੀ ਉਹਨਾਂ ਨੇ ਗੱਲ ਕੀਤੀ ਉਹ ਹੈ ਵੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਜਿਹੜੀ ਹੁਣ 60 ਸਾਲਾਂ ਬਾਅਦ ਚੇਂਜ ਵੀ ਮੰਗਦੀ ਹੈ। ਬਿਲਕੁਲ ਤਬਦੀਲੀ। ਜੇ ਅਸੀਂ ਇੱਕ ਚੀਜ਼ ਸਾਡੀ ਜਿਹੜੀ ਭੋਗਲ ਸਾਹਿਬ ਨੇ ਕਿਹਾ ਵੀ ਸਾਡੀ ਉਪਲਬਧਤਾ ਹੈ ਵੀ ਅਸੀਂ ਲਗਾਤਾਰ ਇਲੈਕਸ਼ਨ ਲਾਉਂਦੇ ਰਹੇ ਨੇ, ਪੀਸਫੁਲ ਹੁੰਦੇ ਨੇ, ਲੋਕਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ, ਔਰ ਜਿਹੜੀ ਕਿਸੇ ਵੇਲੇ 50-52% ਸੀ ਅੱਜ 70% ਤੇ ਪਹੁੰਚ ਗਈ, 70-75%। ਪਰ ਸਟਿਲ ਉਹਦੇ ਬਾਅਦ ਜਿਹੜੀ ਲੋਕਤੰਤਰ ਦੀ ਜਿਹੜੀ ਸਫਲਤਾ ਹੈ ਉਹਦੇ 'ਚ ਕੰਡੀਸ਼ਨ ਹੈ ਵੀ ਕੇਵਲ ਢਾਂਚਾ ਬਣ ਜਾਣਾ ਲੋਕਤੰਤਰ ਦੀ ਸਫਲਤਾ ਨਹੀਂ ਹੈ, ਉਹਦੇ ਵਿੱਚ ਸਮਾਜਿਕ ਤੇ ਆਰਥਿਕ ਨਿਆਂ ਹੋਣਾ ਵੀ ਜ਼ਰੂਰੀ ਹੈ। ਜੇ ਲੋਕਤੰਤਰ ਦੇ ਵਿੱਚ ਇੱਕ ਗਰੀਬ ਆਦਮੀ ਨੂੰ ਨਿਆਂ ਨਹੀਂ ਮਿਲਦਾ, ਸਮਾਜਿਕ ਉਹਨੂੰ ਨਿਆਂ ਨਹੀਂ ਮਿਲਦਾ, ਉਹਨੂੰ ਆਰਥਿਕ ਨਿਆਂ ਨਹੀਂ ਮਿਲਦਾ, ਜਿਹੜੀ ਸਾਡੀ ਇੱਕ ਸਮੱਸਿਆ ਆ ਰਹੀ ਹੁਣ ਸਾਡੀ ਸਾਨੂੰ ਸਮਝਣੀ ਚਾਹੀਦੀ ਸਾਰਿਆਂ ਨੂੰ, ਚਾਹੇ ਜਿਹੜੇ ਵੀ ਅਸੀਂ ਬੈਠੇ ਹਾਂ। ਜਿਹੜਾ ਅੱਜ ਦੇਸ਼ ਦੀ ਸਥਿਤੀ ਕੀ ਹੈ ਕਿ 70% ਆਦਮੀ ਜਿਹੜਾ 50 ਰੁਪਏ ਰੋਜ਼ ਤੋਂ ਔਸਤ ਦੀ ਆਮਦਨ ਨਹੀਂ ਹੈ। ਠੀਕ ਹੈ, ਅੰਕੜੇ ਇਹ ਕਹਿ ਰਹੇ ਆ। ਔਰ 1000 ਵੱਡਾ ਘਰਾਣਾ ਜਿਹੜਾ ਸਾਰੀ ਸੰਪਦਾ ਦੇਸ਼ ਦੀ ਸੰਭਾਲੀ ਬੈਠਾ ਹੈ। 1000 ਘਰਾਣਾ ਜਿਹੜਾ ਕਾਰਪੋਰੇਟ ਸੈਕਟਰ ਕਹਿ ਲਓ, ਵੱਡੇ ਬਿਜ਼ਨਸ ਹਾਊਸਿਸ ਕਹਿ ਲਓ, ਜਿਹੜੇ ਆ ਗਰੀਬ ਹੁੰਦਾ ਜਾ ਰਿਹਾ, ਅਮੀਰ ਹੁੰਦਾ ਜਿਹੜਾ ਅਮੀਰ ਤੇ ਗਰੀਬ ਦੀ ਜਿਹੜੀ ਦੂਰੀ ਉਹ ਵੱਧਦੀ ਤੁਰੀ ਜਾ ਰਹੀ ਹੈ। ਜਿਹੜੀ ਸਥਿਤੀ ਹੈ ਇਹ ਦੇਸ਼ ਦੀ ਲੋਕਤੰਤਰ ਦੇ ਲਈ ਕੋਈ ਚੰਗਾ ਸ਼ਗੁਨ ਸੰਕੇਤ ਨਹੀਂ ਹੈ ਸਾਡੇ ਲਈ। ਸਾਨੂੰ ਅੱਛਾ ਦੂਜੀ ਜਿਹੜੀ ਗੱਲ ਹੈ ਪੋਲੀਟੀਕਲ ਪਾਰਟੀ ਦੀ ਜਿਹੜੀ ਗੱਲ ਹੈ, ਜਿਹੜੇ ਇੱਕ ਛੋਟਾ ਜਿਹਾ ਸਵਾਲ ਹੈ, ਮੈਂ ਇਹ ਬਾਰ-ਬਾਰ ਟੈਲੀਵਿਜ਼ਨ ਚੈਨਲਾਂ ਦੀ ਬਹਿਸ 'ਚ ਵੀ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਸੁਣਦੇ ਆ, ਇਹ ਮਹਿਸੂਸ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਬੇਸ਼ੁਮਾਰ ਧਨ ਦੌਲਤ ਇਕੱਠੀ ਕੀਤੀ ਹੈ, ਜ਼ਰੂਰੀ ਹੈ ਕਿ ਉਹਨਾਂ ਸਾਰਿਆਂ ਨੇ 2 ਨੰਬਰ 'ਚ ਕੀਤੀ ਹੈ। ਹੋ ਸਕਦਾ ਕਿ ਉਹਨਾਂ ਨੇ ਦਿਮਾਗ ਨਾਲ, ਬ੍ਰੇਨ ਨਾਲ ਕੁਝ ਅੱਛੇ ਕੰਮ ਕਰਕੇ ਆਪਣੇ ਬਿਜ਼ਨਸ ਦਾ ਵਿਸਤਾਰ, ਇਹ ਤੇ ਆਜ਼ਾਦ ਭਾਰਤ ਦਾ ਸਾਨੂੰ ਤੁਸੀਂ ਹੱਕ ਨਹੀਂ ਦਿੰਦੇ ਇਸ ਗੱਲ 'ਚ। ਸੁਣੋ ਰੰਧਾਵਾ ਸਾਹਿਬ, ਖੰਨਾ ਸਾਹਿਬ ਦੀ ਇਹ ਗੱਲ ਦਰੁਸਤ ਹੈ ਵੀ ਸਾਡੇ ਹਿੰਦੁਸਤਾਨ ਵਿੱਚ 65 ਸਾਲਾਂ ਵਿੱਚ ਜੋ ਹੇਠਲਾ ਵਰਗ ਸੀ, ਗਰੀਬ ਵਰਗ ਸੀ, ਇੱਥੋਂ ਤੱਕ ਕਿ ਜ਼ਮੀਨ ਵਾਲਾ ਕਿਸਾਨ ਸੀ, ਉਹਦੀ ਹਾਲਤ ਉਹ ਬਦਤਰ ਹੋਈ ਹੈ, ਬਿਹਤਰ ਨਹੀਂ ਹੋਈ। ਔਰ ਇਹ ਸਾਡੇ ਲੋਕਤੰਤਰ ਦੀ ਨਾਕਾਮੀ ਹੈ, ਔਰ ਇਹ ਸਾਨੂੰ ਨਾਕਾਮੀ ਮੰਨਣੀ ਚਾਹੀਦੀ ਹੈ। ਪਰ ਜਦੋਂ ਅਸੀਂ ਇਸ ਚੋਣ ਪ੍ਰਕਿਰਿਆ ਬਾਰੇ ਗੱਲ ਕਰ ਰਹੇ ਹਾਂ ਤਾਂ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਆਪਣੇ ਵੋਟਰਾਂ ਨੂੰ ਅਸੀਂ ਚੇਤੰਨ ਕਰੀਏ। ਪਰ ਦੇਖੋ ਅਸੀਂ ਕਦੇ ਭੋਜਨ ਦਾ ਅਧਿਕਾਰ ਦਿੰਨੇ ਆ, ਅੱਛੀ ਗੱਲ ਹੈ, ਗਰੀਬ ਨੂੰ ਖਾਣਾ ਮਿਲਣਾ ਚਾਹੀਦਾ। ਕਦੇ ਅਸੀਂ ਰਾਈਟ ਟੂ ਐਜੂਕੇਸ਼ਨ ਦਿੰਨੇ, ਉਹ ਵੀ ਬਣਦਾ। ਕਈ ਵਾਰੀ ਅਸੀਂ ਅਜੀਬ ਤਰ੍ਹਾਂ ਦੀ ਰਿਜ਼ਰਵੇਸ਼ਨ ਦਿੰਨੇ ਆ, ਕਈ ਵਾਰੀ ਅਸੀਂ ਅਜੀਬ ਤਰ੍ਹਾਂ ਦੇ ਲਾਲਚ ਦਿੰਨੇ ਆ। ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਵਰਗਾਂ ਦੀ ਅਪਲਿਫਟਮੈਂਟ ਲਈ ਕੁਝ ਪਾਲਿਸੀਜ਼ ਬਣਨੀਆਂ ਚਾਹੀਦੀਆਂ? ਡੀਸੀ ਸਾਹਿਬ ਦੇਰ ਦੇ ਸ਼ਾਂਤ ਬੈਠੇ ਨੇ, ਮੈਂ ਉਹਨਾਂ ਵੱਲ ਜਾਵਾਂ ਕਿਤੇ ਸਾਡੇ ਤੇ ਇਲਜ਼ਾਮ ਨਾ ਲੱਗੇ ਕਿ ਮੈਂ ਇੱਕ ਦਰਸ਼ਕ ਵੀ ਸ਼ਾਮਲ ਕਰ ਲਵਾਂ ਨਾਲ। ਸਵਾਗਤ ਕਰਦਾ ਰੰਧਾਵਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੰਸ ਜੀ। ਰੰਧਾਵਾ ਜੀ, ਮੈਂ ਬੇਨਤੀ ਕਰਾਂ। ਨਹੀਂ, ਤੁਸੀਂ ਬੇਨਤੀ ਕੱਲੀ ਨਾ ਕਰੋ, ਤੁਸੀਂ ਸਾਨੂੰ ਆਦੇਸ਼ ਵੀ ਦੇ ਸਕਦੇ ਹੋ, ਮਾਲਕ ਹੋ ਤੁਸੀਂ। ਮਿਹਰਬਾਨੀ ਤੁਹਾਡੀ ਜੀ। ਭਈ ਚੋਣ ਕਮਿਸ਼ਨ ਹੁਣ ਦੇ ਸੰਦਰਭ ਦੇ ਵਿੱਚ 50 ਸਾਲੋਂ ਜ਼ਿਆਦਾ ਸਾਵਧਾਨ ਹੋ ਗਿਆ ਜੀ। ਬੀਬੀ ਕੁਲਸੁਮ ਸਿੱਧੂ ਸੀਗੇ ਜਿਹਨੇ ਪਿਛਲੇ ਸਾਲ ਇਲੈਕਸ਼ਨ ਕਰਾਈ ਸੀ 5 ਸਾਲ ਪਹਿਲਾਂ, ਮਗਰ ਹੁਣ ਦੀ ਜਿਹੜੀ ਹੁਣ ਦੀ ਕਹਾਣੀ ਆ ਉਹ ਵੱਖਰੀ ਹੋ ਗਈ। ਮੈਨੂੰ ਤੇ ਹੰਸ ਜੀ TN ਸੈਸ਼ਨ ਵੀ ਯਾਦ ਆਉਂਦੇ ਜਿਨ੍ਹਾਂ ਨੇ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕਰਤੀ ਸੀ। ਹਾਂਜੀ ਹਾਂ, ਅੱਗੇ ਤਾਂ ਆਪਣੇ ਹਿਸਾਬ ਦੇ ਨਾਲ ਜੀ ਚੋਣ ਕਮਿਸ਼ਨ ਲੜਾਈ ਕਰਾਉਂਦਾ ਸੀ। ਹਾਂਜੀ। ਪਰ ਅੱਜ ਦੇ ਵਿੱਚ
ਚੋਣ ਕਮਿਸ਼ਨ ਨੇ ਨੱਥ ਪਾਤੀ ਆ ਸਿਆਸੀ ਪਾਰਟੀਆਂ ਨੂੰ। ਆਪਾਂ ਡੀਸੀ ਸਾਹਿਬ ਨੂੰ ਸ਼ਾਬਾਸ਼ ਦਈਏ ਨਾਲ ਨਾਲ, ਹੈ ਨਾ। ਮੈਂ ਬੇਨਤੀ ਕਰਾਂ ਵੀ ਸਾਡਾ ਜਿਹੜਾ ਵੋਟਰ ਹੈ ਨਾ ਜੀ, ਉਹ ਜਿੱਦਾਂ ਪਹਿਲਾਂ ਕਰਦਾ ਸੀ, ਘਰਾਂ 'ਚ ਪੇਟੀਆਂ ਪਹੁੰਚ ਗਈਆਂ, ਘਰਾਂ 'ਚ ਦਾਰੂ ਪਹੁੰਚ ਗਿਆ, ਘਰਾਂ 'ਚ ਭੁੱਕੀ ਪਹੁੰਚ ਗਈ, ਸਮੈਕ ਪਹੁੰਚ ਗਈ, ਹਾਂਜੀ, ਉਹਨੂੰ ਨੱਥ ਜਿਹੜੀ ਆ ਉਹ ਡੀਸੀ ਸਾਹਿਬ ਨੇ ਨੱਥ ਪਾਤੀ ਆ। ਬਹੁਤ ਸਾਰੀ ਜਿਹੜੀ ਸਾਡੀ ਪ੍ਰਸ਼ਾਸਨ ਆ ਉਹ ਤੇਜ਼ ਆ, ਪਰ ਸਾਡੇ ਵੋਟਰ ਦਾ ਫਰਜ਼ ਹੈਗਾ ਵੀ ਜੋ ਕੇਂਦਰ ਨੇ ਕੀਤਾ ਉਹ ਕਿੰਨਾ ਕੁ ਸਹੀ ਆ, ਜਿਹੜੀ ਸਰਕਾਰ ਹੁਣ ਬਣ ਰਹੀ ਆ ਉਹ ਕਿੰਨੀ ਕੁ ਚੰਗੀ ਹੈਗੀ ਆ, ਜਿਹੜੀ ਸਾਡੀਆਂ ਪ੍ਰਾਂਤਕ ਸਰਕਾਰਾਂ ਹੈਗੀਆਂ ਸਟੇਟਾਂ ਦੀਆਂ ਉਹਨਾਂ ਦੀ ਕੀ ਕਾਰਗੁਜ਼ਾਰੀ ਹੈਗੀ ਆ, ਇਹ ਸਭ ਦੇਖ ਕੇ ਆਪਣੀ ਜਿਹੜੀ ਉਹਨਾਂ ਦੀ ਜ਼ਮੀਰ ਹੈਗੀ ਆ ਉਹਨੂੰ ਮੁੱਖ ਰੱਖ ਕੇ ਇਹ ਵੋਟ ਪਾਉਣੀ ਚਾਹੀਦੀ ਆ। ਜੇ ਅਸੀਂ ਮਾੜਾ ਮੋਟਾ ਨਸ਼ਾ ਪੱਤਾ ਲੈ ਕੇ ਵੋਟ ਪਾਉਂਦੇ ਆ, 5 ਸਾਲ ਜਿਹੜੇ ਆ ਉਹ ਸਰਕਾਰ ਦੇ ਰਗੜੇ ਖਾਣੇ ਪੈਣਗੇ। ਇਹ ਰਗੜੇ ਨੂੰ ਬਚਣ ਵਾਸਤੇ ਜਿੱਥੇ ਗੋਲੀ ਕੰਮ ਫੇਰ ਹੋ ਜਾਂਦੀ ਆ, ਉਸ ਜਿਹੜੀ ਬੋਰਡ ਹੈ ਨਾ ਉਹ ਆਪਣਾ ਕੰਮ ਕਰ ਜਾਂਦੀ ਆ। ਬੋਰਡ ਤੇ ਬੈਲਟ ਦੀ ਗੱਲ ਹੈ, ਬੋਰਡ ਆ ਉਹਦੀ ਵਧੀਆ ਵਰਤੋਂ ਕਰਕੇ ਆਪਣੇ ਜਿਹੜਾ ਸਮਾਜ ਆ ਉਹਨੂੰ ਸੁਧਾਰਨਾ ਚਾਹੀਦਾ, ਆਪਣੇ ਅਖਲਾਕ ਨੂੰ ਸੁਧਾਰਨਾ ਚਾਹੀਦਾ, ਆਪਣੇ ਆਪ ਜਿਹੜੀ ਸਰਕਾਰ ਆ ਉਹ ਇੰਨੀ ਕੁ ਸੁਧਾਰਨੀ ਚਾਹੀਦੀ ਆ ਵੀ ਉਹਨੇ ਸਰਕਾਰ ਨੂੰ ਨਾਨੀ ਚੇਤੇ ਹੋਵੇ ਵੀ ਸਰਕਾਰ 5 ਸਾਲ ਚਲਾਉਣੀ ਹੈ ਤੇ ਕਿੱਦਾਂ ਨਹੀਂ ਹੋਵੇਗੀ। ਧੰਨਵਾਦ ਵੀਰਵਾਨ। ਅਸੀਂ ਚਾਚੀਆਂ, ਮਾਮਿਆਂ, ਤਾਇਆ, ਭੂਆ, ਫੁੱਫੜਾ ਦੇ ਕਹਿਣ ਤੇ ਵੋਟਾਂ ਪਾਓ ਯਾਰ। ਇਹਦਾ ਤਾਂ ਧੰਨਵਾਦ ਕਰੀਏ, ਇਹਨਾਂ ਨੇ ਗੱਲਾਂ ਠੀਕ ਕੀਤੀਆਂ, ਵਧੀਆ ਅੱਛੀਆਂ ਗੱਲਾਂ ਕੀਤੀਆਂ। ਪਰ ਮੈਂ ਇੱਕ ਹੋਰ ਚੀਜ਼ ਕਹਿਣਾ, ਮੈਂ ਡੀਸੀ ਸਾਹਿਬ ਵੱਲ ਜਾਣਾ ਚਾਹੂੰਗਾ। ਵੈਸੇ ਹੰਸ ਜੀ, ਸਾਡੀ ਜਿਹੜੀ ਅਨੇਕਤਾ ਤੇ ਏਕਤਾ ਵਾਲੀ ਗੱਲ ਹੈ ਨਾ, ਪਿਛਲੇ ਸਾਲਾਂ ਦੇ ਵਿੱਚ ਕਿਸੇ ਨੂੰ ਮੈਜੋਰਟੀ ਨਹੀਂ ਆਈ, ਉਦੋਂ ਲੋਕਾਂ ਨੇ ਬਹੁਤ ਸਾਰੇ ਵੱਖ-ਵੱਖ ਖਿੱਤਿਆਂ ਚੋਂ ਅਲੱਗ-ਅਲੱਗ ਲੋਕ ਚੁਣ ਕੇ ਭੇਜੇ। ਮੈਨੂੰ ਲੱਗਦਾ ਲੋਕਾਂ ਦੀਆਂ ਗੱਲਾਂ ਦਾ ਧਿਆਨ ਵੀ ਰੱਖਿਆ ਗਿਆ। ਪਰ ਡੀਸੀ ਸਾਹਿਬ, ਜਿਸ ਤਰ੍ਹਾਂ ਦੀ ਇਹ ਕੁਝ ਨੁਕਤੇ ਸਿੱਧੇ ਤੁਹਾਡੇ ਵੱਲ ਆਉਂਦੇ ਪਏ, ਉਹ ਪੁਆਇੰਟ ਦਰ ਪੁਆਇੰਟ ਜੇ ਅਸੀਂ ਦੇਖਦੇ ਹਾਂ ਤੇ ਇਹਨਾਂ ਚੀਜ਼ਾਂ ਤੇ ਕਿਵੇਂ ਨਜ਼ਰ ਰੱਖਦੇ ਹੋ? ਮੈਂ ਦੱਸਣਾ ਚਾਹਾਂਗਾ ਜੀ, ਇਹਦੇ ਵਿੱਚ ਨਾ ਹਰ ਵਾਰੀ ਅਸੀਂ ਕੀ ਹੁੰਦਾ ਹੈ ਕਿ ਇੱਕ ਨਵੀਂ ਕੋਈ ਨਾ ਕੋਈ ਸਾਡੇ ਕੋਲੇ ਇੰਸਟਰਕਸ਼ਨਸ ਆਉਂਦੀਆਂ ਜੀ। ਇੱਕ ਬੜਾ ਜ਼ਰੂਰੀ ਮੈਕੈਨਿਜ਼ਮ ਹੈਗਾ, ਉਹਨੂੰ ਅਸੀਂ ਕਹਿੰਦੇ ਹਾਂ ਵਲਨਰੇਬਿਲਿਟੀ ਐਨਾਲਿਸਿਸ। ਅੱਛਾ ਜੀ। ਵਲਨਰੇਬਿਲਿਟੀ ਐਨਾਲਿਸਿਸ ਦੇ ਵਿੱਚ ਅਸੀਂ ਪਿਛਲੇ ਜਿਹੜੀਆਂ ਚੋਣਾਂ ਹੋਈਆਂ 2012 ਜਾਂ 2009 ਦੀਆਂ, ਉਹਦਾ ਸਾਰਾ ਡਾਟਾ ਕੱਢਦੇ ਹਾਂ। ਅੱਛਾ ਜੀ। ਵੀ ਕਿਹੜੇ ਬੂਥਾਂ ਦੇ ਵਿੱਚ ਘੱਟ ਚੋਣ ਪਈ, ਵੋਟਾਂ ਜਿਹੜੀਆਂ ਘੱਟ ਪਈਆਂ, ਹਾਂਜੀ, ਪ੍ਰਤੀਸ਼ਤ ਘੱਟ ਰਹੀ। ਫਿਰ ਅਸੀਂ ਇਹ ਵੀ ਦੇਖਦੇ ਹਾਂ ਵੀ ਕਿਹੜੇ 'ਚ ਟੌਪ 20 ਨੇ ਜਿਨ੍ਹਾਂ 'ਚ ਜ਼ਿਆਦਾ ਪਈ। ਸੋ ਉਹ ਜਿਹੜੇ ਸ਼ੱਕ ਦੀ ਨਜ਼ਰ ਨਾਲ ਵੀ ਵੇਖਦੇ ਹੋਗੇ ਕਿ ਇੱਥੇ ਜ਼ਿਆਦਾ ਕਿਉਂ ਪਈ, ਉਹ ਦੇਖਦੇ ਸ਼ੱਕ ਦੀ ਨਜ਼ਰ ਨਾਲ। ਅੱਛਾ, ਵੀ ਇਹ ਲਾਸਟ 20 ਕਿਉਂ ਸੀਗੇ, ਕੀ ਰੀਜ਼ਨ ਸੀਗਾ, ਉਹ ਪ੍ਰੋਫਾਈਲ ਕੀ ਹੈ ਵੋਟਰਸ ਦੀ, ਉਹਨਾਂ ਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਵੋਟ ਪਾਉਣ ਤੋਂ, ਜਾਂ ਜਿਹੜੇ ਜ਼ਿਆਦਾ ਪਾ ਗਏ ਉਹਨਾਂ ਨੂੰ ਜ਼ਿਆਦਾ ਕੋਈ ਅਲਿਓਰਮੈਂਟ ਤਾਂ ਨਹੀਂ ਦੇ ਦਿੱਤੀ। ਹਾਂ, ਬਿਲਕੁਲ। ਸੋ ਉਹਨੂੰ ਅਸੀਂ ਵਲਨਰੇਬਿਲਿਟੀ ਐਨਾਲਿਸਿਸ ਕਹਿੰਦੇ ਆ। ਉਹ ਅਸੀਂ ਇਹਨਾਂ ਦਿਨਾਂ 'ਚ ਕਰਨਾ ਹੁੰਦਾ ਤੇ ਅਸੀਂ ਕਰ ਚੁੱਕੇ ਹਾਂ। ਜਿਵੇਂ ਮੈਂ ਜਲੰਧਰ ਦੀ ਗੱਲ ਦੱਸ ਸਕਦਾ। ਪਰ ਜਿਹੜਾ ਤੁਹਾਡੇ ਕੋਲ ਅਮਲਾ ਫੈਲਾ ਹੈ, ਹਾਂਜੀ, ਉਹ ਦੱਸਣ ਲੱਗੇ ਸੀ, ਉਹਨਾਂ ਲੋਕਾਂ ਦੀ ਜਿਹੜੀ ਇਹਨਾਂ ਦਾ ਐਨਾਲਿਸਿਸ ਸੁਣਨਾ ਚਾਹੀਦਾ। ਮੈਂ ਇਹ ਫੀਲ ਕਰਦਾ ਭੋਗਲ ਸਾਹਿਬ ਕਿ ਜਿਹੜੇ ਤੁਹਾਡੇ ਕੋਲ ਅਮਲਾ ਫੈਲਾ ਹੈਗਾ, ਜਿਹੜਾ ਇਹ ਚੀਜ਼ ਨੂੰ ਸਿਰੇ ਚਾੜਦਾ ਹੈ, ਹਾਂਜੀ, ਉਹਦੀ ਭਰੋਸੇਯੋਗਤਾ ਵੀ ਲੋਕ ਪੁਆਇੰਟ ਆਊਟ ਕਰਦੇ ਹੋਣਗੇ। ਨਹੀਂ, ਮੈਂ ਇਹ 'ਚ ਤਾਂ ਬੜਾ ਇਹ ਕਲੀਅਰ ਹੈ ਨਾ ਜੀ। ਇਹ ਤਾਂ ਤੁਹਾਡਾ ਡਾਟਾ ਬੋਲਦਾ ਹੈਗਾ। ਵੋਟਰ ਪਰਸੈਂਟੇਜ ਜਿਹੜੀ ਹੁੰਦੀ ਹੈ ਸਾਡੇ ਕੋਲ ਹੁੰਦੀ ਹੈ ਜੀ, ਉਹ 'ਚ ਅਸੀਂ ਕੱਢ ਲੈਂਦੇ ਹਾਂ ਵੀ ਕਿੱਥੇ ਇਹ ਪ੍ਰੋਬਲਮ ਏਰੀਆਜ਼ ਹੈਗੇ ਨੇ। ਠੀਕ ਹੈ। ਉਹਦੇ ਉੱਤੇ ਫਿਰ ਅਸੀਂ ਸਪੈਸ਼ਲ ਐਫਰਟਸ ਕਰਦੇ ਹੈਗੇ। ਠੀਕ ਹੈ। ਜਿਵੇਂ ਹੁਣ ਸੈਂਟਰਲ ਪੈਰਾਮਿਲਟਰੀ ਫੋਰਸ ਆਉਂਦੀ ਹੈ, CRP ਆਉਂਦੀ ਹੈ, BSF ਆਉਂਦੀ ਹੈ, ਬਿਲਕੁਲ, ਉਹਨਾਂ ਨੂੰ ਅਸੀਂ ਇਹਨਾਂ ਏਰੀਆ 'ਚ ਹੁਣ ਡਿਪਲੋਏ ਕਰਨਾ ਹੁੰਦਾ। ਠੀਕ ਹੈ ਜੀ। ਉਹ ਇਹ ਏਰੀਆ 'ਚ ਨਜ਼ਰ ਰੱਖਦੇ ਆ ਕਿ ਬਾਹਰਲੇ ਐਲੀਮੈਂਟਸ ਤਾਂ ਨਹੀਂ ਆਉਂਦੇ। ਬਿਲਕੁਲ ਠੀਕ ਹੈ। ਵੀ ਬਾਹਰਲੀ ਗੱਡੀਆਂ ਤਾਂ ਨਹੀਂ ਆਉਂਦੀਆਂ। ਠੀਕ ਹੈ। ਕੈਸ਼ ਤਾਂ ਨਹੀਂ ਕਿਤੇ ਇਲੀਗਲ ਕੈਰੀ ਹੁੰਦਾ ਜੀ। ਸ਼ਰਾਬ ਦੀ ਜਿਹੜੀ ਹੁੰਦੀ ਜੇ ਨਾਰਮਲ ਸਾਨੂੰ ਸ਼ਿਕਾਇਤਾਂ ਆਉਂਦੀਆਂ ਵੀ ਯੂਜ਼ੇਜ ਹੁੰਦੀ ਹੈ ਜੀ, ਉਹਨੂੰ ਵੀ ਅਸੀਂ ਨਜ਼ਰ ਰੱਖਦੇ ਹੈਗੇ ਆ। ਤੁਸੀਂ ਅਕਸਰ ਦੇਖਦੇ ਹੋਣੇ ਕਿ ਕਾਫੀ ਮਾਤਰਾ 'ਚ ਇਹਨਾਂ ਦਿਨਾਂ 'ਚ ਸ਼ਰਾਬ ਤੇ ਜਿਹੜਾ ਪੈਸਾ ਉਸ ਫੜਿਆ ਵੀ ਹੈ ਹੁਣੇ ਹਾਂਜੀ, ਪਿੱਛੇ ਟਰੱਕ ਅਸੀਂ ਨੈਸ਼ਨਲ ਚੈਨਲਾਂ ਤੇ ਵੀ ਉਸ ਚੀਜ਼ ਦਾ ਜ਼ਿਕਰ ਹੋਇਆ ਕਿ ਜਲੰਧਰ ਪੁਲਿਸ ਨੇ ਇਸ ਤਰ੍ਹਾਂ। ਸੋ ਇਹ ਸਾਰਾ ਉਸ ਜਿਹੜਾ ਐਕਸਾਈਜ਼ ਦਾ ਹੀ ਪਾਰਟ ਹੈਗਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਛਾ, ਤੇ ਨਤੀਜੇ ਕਿਵੇਂ ਦੇ ਰਹਿੰਦੇ ਆ ਜਿਹੜਾ ਤੁਸੀਂ ਇਹ ਐਨਾਲਿਸਿਸ ਕਰਨੇ? ਮੈਂ ਉਹੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਹਰ ਇਲੈਕਸ਼ਨ 'ਚ ਇਹ ਚੀਜ਼ਾਂ ਰਿਫਾਈਨ ਹੋ ਰਹੀਆਂ। ਅੱਛਾ। ਹੁਣ ਇਸ ਇਲੈਕਸ਼ਨ 'ਚ ਅਸੀਂ ਪੂਰਾ ਜਿਹਨੂੰ ਕਹਿੰਦੇ ਆ ਕਿ ਦਿਨ ਰਾਤ ਇਸ ਚੀਜ਼ ਦੇ ਉੱਤੇ ਨਜ਼ਰ ਰੱਖ ਰਹੇ ਹਾਂ। ਠੀਕ ਹੈ। ਤੇ ਇਹਨੂੰ ਹੋਰ ਸਖਤੀ ਨਾਲ ਹੁਣ ਜਦੋਂ ਕੈਂਡੀਡੇਟ ਫਾਈਨਲ ਹੋ ਜਾਣਗੇ ਨੋਮੀਨੇਸ਼ਨ ਤੋਂ ਬਾਅਦ ਜੀ, ਇਹਨੂੰ ਹੋਰ ਸਖਤੀ ਨਾਲ ਅਸੀਂ ਜਿਹੜਾ ਹੈਗਾ ਸਾਰੇ ਪਾਸੇ ਆਪਦਾ ਫੈਲਾਵਾਂਗੇ ਤਾਂ ਕਿ ਜਿਹੜੀ ਇਹ ਗਲਤ ਕੁਰੀਤੀਆਂ ਹੈਗੀਆਂ ਇਹ ਕਰੀਬ ਨਾ ਹੋ ਜਾਣ ਵਿੱਚ। ਨਾਲ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਕੰਪਲੇਂਟ ਸੈਂਟਰ ਵੀ ਹੈਗਾ ਜੀ। ਬਿਲਕੁਲ। ਇਨਫੈਕਟ ਜਿਹੜੀ ਉਹ ਇਨਫੋਰਮੇਸ਼ਨ ਆਈ ਸੀਗੀ ਸਾਡੇ ਕੋਲੇ ਉਹ ਥਰੂ ਕੰਪਲੇਂਟ ਸੈਂਟਰ ਹੀ ਆਉਂਦੀ। ਅੱਛਾ, ਕਿਸੇ ਨੇ ਸ਼ਿਕਾਇਤ ਕੀਤੀ। ਸੋ ਬੜੇ ਜਾਗਰੂਕ ਲੋਕ ਵੀ ਹੈਗੇ ਸਾਡੇ ਸਮਾਜ 'ਚ ਜੀ, ਉਹ ਦੱਸਦੇ ਵੀ ਹੈਗੇ ਵੀ ਇਸ ਏਰੀਆ 'ਚ ਇਹ ਪ੍ਰੋਬਲਮ ਹੈਗੀ ਹੈ ਜੀ। ਉਹ ਨਾਲ ਦੇ ਨਾਲ ਅਸੀਂ ਜਿਹੜਾ ਉਹਦੇ ਉੱਤੇ ਐਕਟ ਪਾਉਣ ਕਰਨਾ ਹੁੰਦਾ, ਲੌਗ ਬਣਾਉਂਦੇ ਆ ਵੀ ਇਹ ਕੰਪਲੇਂਟ ਆਈ ਹੈ। ਇਹ ਨਹੀਂ ਹੈਗਾ ਕਿ ਕੰਪਲੇਂਟ ਆ ਗਈ ਤੇ ਕਿਤੇ ਲੌਗ ਨਹੀਂ ਬਣਿਆ ਉਹਦਾ। ਠੀਕ ਹੈ। ਸੋ ਉਹਦਾ ਲੌਗ ਵੀ ਬਣਦਾ ਹੈਗਾ, ਰਿਕਾਰਡ ਵੀ ਹੁੰਦਾ ਤੇ ਸਾਡੇ ਉੱਤੇ ਉਹ ਇੰਪੈਰੇਟਿਵ ਹੈ ਵੀ ਅਸੀਂ ਐਕਸ਼ਨ ਲੈਣਾ ਉਸਦੇ ਉੱਤੇ। ਔਰ ਤੁਸੀਂ ਲੈਣੇ ਵੀ। ਇੱਕ ਦਰਸ਼ਕ ਲੈ ਲਵਾਂ ਜੇ ਆਗਿਆ ਦਿਓ ਤਾਂ ਮੇਰਾ ਖਿਆਲ ਉਹ ਮੇਰੀ ਮਜਬੂਰੀ ਹੈ। ਸਵਾਗਤ ਹੈ ਜੀ।
ਸਵਾਗਤ ਹੈ ਜੀ, ਸਵਾਗਤ ਹੈ। ਹੈਲੋ ਜੀ ਹੈਲੋ ਜੀ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੈਂ ਕੌਸ਼ਲ ਬੋਲਦਾ ਜੀ। ਮੇਰੀ ਬੇਨਤੀ ਇਹ ਹੈ ਜੀ ਵੀ ਜਿਹੜੀ ਇਲੈਕਸ਼ਨਾਂ 'ਚ ਆਪ ਬੋਲਦੇ ਜਾਓ ਜੀ। ਡਿਊਟੀ ਲਾਈ ਜਾਂਦੀ ਹੈ ਨਾ ਹਾਂਜੀ। ਜੀ ਲੇਡੀਜ਼ ਦੀ, ਜੀ ਉਹਨਾਂ ਦੇ ਘਰਾਂ ਤੋਂ 60 ਕਿਲੋਮੀਟਰ ਦੂਰ 80 ਕਿਲੋਮੀਟਰ ਲਾਈ ਜਾਂਦੀ ਹੈ। ਮੈਂ ਇਹ ਚਾਹੁੰਦਾ ਕਿ ਉਹਨਾਂ ਦੀ ਡਿਊਟੀ ਜਿੱਥੇ ਰਹਿائش ਹੈ ਨਾ ਉਸ ਬਲਾਕ 'ਚ ਲਾਈ ਜਾਵੇ, ਕਿਉਂਕਿ ਨਹੀਂ ਤਾਂ ਰਾਤ ਨੂੰ ਆਉਂਦੀਆਂ ਨੇ ਅੱਜ ਕੱਲ੍ਹ ਲੇਡੀਜ਼ ਕੋਈ ਮਹਿਸੂਸ ਨਹੀਂ ਹੈਗੀ ਹਰ ਰੋਜ਼ ਕੀ ਹਾਲ ਹੋ ਰਿਹਾ ਹੈ। ਨੋਬਡੀ ਕੇਅਰ ਫॉर दैट। ਜੇ ਅਸੀਂ ਸਾਨੂੰ ਕੋਈ ਤਾਕਤ ਮਿਲੀ ਹੈ ਤਾਂ ਆਪਾਂ ਉਹਨਾਂ ਇਹ ਵੀ ਥੋੜੀ ਜਿਹੀ ਮੈਂ ਚੇਂਜ ਕਰੋ ਕਾਈਂਡਲੀ। ਮੈਂ ਰਹਿائشੀ ਬਲਾਕ ਹੈ ਉੱਥੇ ਲਗਾਓ ਡਿਊਟੀ। ਸਿੱਧੀ ਤੁਹਾਡੀ ਗੱਲ ਡੀਸੀ ਸਾਹਿਬ ਨਾਲ ਹੀ ਕਰਵਾ ਰਹੇ ਦੱਸੋ ਸਾਡੀ ਸਾਹਿਬ ਜੀ। ਇਹਦੇ ਵਿੱਚ ਇਦਾਂ ਜੀ ਪ੍ਰੋਬਲਮ ਇਹ ਹੈਗੀ ਹੈ ਕਿ ਇਹ ਜਿਹੜੀ ਡਿਊਟੀਆਂ ਲੱਗਦੀਆਂ ਹੈਗੀਆਂ ਇੱਕ ਰੈਂਡਮਾਈਜੇਸ਼ਨ ਸੌਫਟਵੇਅਰ ਹੁੰਦਾ ਹੈ, ਉਹਦੇ ਰਾਹੀਂ ਇਹ ਡਿਊਟੀਆਂ ਲੱਗਦੀਆਂ। ਉਹਦੇ ਕੰਪਿਊਟਰ ਉਹਨੂੰ ਚੁਣਦਾ ਹੈਗਾ ਜੀ। ਸੋ ਅਸੀਂ ਉਹ ਚੋਇਸ ਨਹੀਂ ਭਰ ਸਕਦੇ ਕਿ ਇਹਨੂੰ ਇੱਥੇ ਡਿਊਟੀ ਲਾਓ। ਅੱਛਾ, ਉਹ ਬਿਲਕੁਲ ਅੱਛਾ ਸਾਰਾ ਕੁਝ ਕੰਪਿਊਟਰਾਈਜ਼। ਹਾਂਜੀ, ਨਿਰਪੱਖਤਾ ਨਾਲ ਕਿਉਂਕਿ ਕਰਾਉਣਾ ਹੁੰਦਾ, ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ ਵੀ ਕੌਣ ਕਿੱਥੇ ਜਾ ਰਿਹਾ ਹੈ। ਮਾਨਵੀ ਪਹਿਲੂ ਸਾਰੇ ਮਾਈਨਸ ਹੋ ਜਾਂਦੇ ਆ। ਉਹ ਦਿੱਕਤ ਜ਼ਰੂਰ ਹੈਗੀ ਹੈ ਜੀ, ਬਟ ਸਟਿਲ ਮੈਂ ਕਹਿਣਾ ਚਾਹੂੰਗਾ ਮੈਨੂੰ ਲੱਗਦਾ ਹੈ ਕਿ ਤੁਸੀਂ ਵਿਅਕਤੀਗਤ ਤੌਰ ਤੇ ਬੜੇ ਮਾਨਵੀ ਸੁਭਾਅ ਵਾਲੇ ਹੋ। ਤੁਹਾਡੇ ਚਿਹਰੇ ਦਾ ਜਿਹੜਾ ਰੰਗ ਸਰੂਪ ਦੱਸਦਾ ਹੈ ਕਿ ਤੁਸੀਂ ਲੋਕ ਧਰਾਤਲ ਨਾਲ ਜੁੜੇ ਹੋ। ਫਿਰ ਕਿੱਦਾਂ ਇੰਜ ਕਰ ਲੈਂਦੇ ਹੋ ਕਿ ਸਿਰਫ ਇੱਕ ਕੰਪਿਊਟਰ ਹੀ ਫੈਸਲਾ ਲਵੇ? ਨਹੀਂ, ਮੈਂ ਇਹ 'ਚ ਉਹੀ ਅੱਗੇ ਕਹਿਣ ਲੱਗਿਆ ਸੀਗਾ ਜੀ, ਡਿਊਟੀਆਂ ਆ ਜਾਂਦੀਆਂ ਥਰੂ ਕੰਪਿਊਟਰ ਰਾਹੀਂ, ਬਟ ਫਰਦਰ ਜਿਹੜਾ ਹੈਗਾ ਜਿਵੇਂ ਉਹ ਕਹਿ ਰਹੇ ਨੇ ਕਿ ਲੇਡੀ ਸਟਾਫ ਦਾ ਅਸੀਂ ਖਾਸ ਧਿਆਨ ਰੱਖਦੇ ਹਾਂ। ਇਨਫੈਕਟ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਇੰਨੀ ਰਿਆਇਤ ਵੀ ਹੁੰਦੀ ਹੈ ਕਿ ਉਹ ਸਵੇਰ ਦੇ ਵੇਲੇ ਜਿਹੜਾ ਹੈਗਾ ਆਪਣੀ ਡਿਊਟੀ ਤੇ ਹਾਜ਼ਰੀ। ਡੀਸੀ ਸਾਹਿਬ ਇਹਨਾਂ ਦਿਨਾਂ 'ਚ ਸਿਫਾਰਿਸ਼ਾਂ ਬੜੀਆਂ ਆਉਂਦੀਆਂ, ਮੇਰੀ ਡਿਊਟੀ ਕਟਵਾ ਦਿਓ, ਉਹਨੂੰ ਕਿਵੇਂ ਫਿਰ ਹੈਂਡਲ ਕਰਦੇ ਹੋ? ਇੱਕ ਇਹ ਵੀ ਛੋਟਾ ਜਿਹਾ ਸਵਾਲ ਵੀ ਆਮ ਤੌਰ ਤੇ ਸਾਡੇ ਡੀਸੀ ਗੱਲ ਨਹੀਂ ਸੁਣਦੇ। ਇਹ ਤਾਂ ਬੜਾ ਔਖਾ ਕੰਮ ਹੈ ਜੀ। ਇਹਦੇ ਵਿੱਚ ਟੋਟਲ ਸਾਨੂੰ ਤਕਰੀਬਨ ਜਿਵੇਂ ਜਲੰਧਰ ਜ਼ਿਲ੍ਹੇ 'ਚ 13,000 ਇੰਪਲੋਈ ਦੀ ਸਾਨੂੰ ਜ਼ਰੂਰਤ ਹੈਗੀ ਹੈ। ਅੱਛਾ ਜੀ। ਤੇ ਜੇਕਰ ਤੁਸੀਂ ਯਕੀਨ ਮੰਨੋ ਸਾਡੇ ਕੋਲੇ ਇਹਦੇ ਆਲੇ ਦੁਆਲੇ ਫਿਗਰ ਹੈ ਜਿਹੜੀ ਫਾਈਨਲ ਸਾਨੂੰ ਇੰਪਲੋਈਜ਼ ਦੀ ਮਿਲਦੀ ਹੈ। ਅੱਛਾ। ਹੁਣ ਇਹਨਾਂ ਤੋਂ ਅਸੀਂ ਡਿਊਟੀਆਂ ਵੀ ਲੈਣੀਆਂ, ਕੰਮ ਵੀ ਕਰਾਉਣਾ ਜੀ। ਜੈਨੂਇਨ ਜਿਹੜਾ ਕੋਈ ਹੈਂਡੀਕੈਪ ਹੈਗਾ ਜਾਂ ਲੈਟਸ ਸੇ ਪ੍ਰੈਗਨੈਂਟ ਔਰ ਲੈਕਟੇਟਿੰਗ ਮਦਰ ਹੈ, ਉਹਨੂੰ ਅਸੀਂ ਨਾਲ ਦੇ ਨਾਲ ਡਿਊਟੀ ਤੋਂ ਫਾਰਗ ਕਰ ਦਿੰਦੇ ਹਾਂ, ਉਹਦੀ ਡਿਊਟੀ ਅਸੀਂ ਨਹੀਂ ਲਾਉਂਦੇ। ਠੀਕ ਹੈ। ਬਟ ਇਹਨਾਂ ਤੋਂ ਇਲਾਵਾ ਜਿਹੜੇ ਇੱਕ ਅੱਜ ਕੱਲ੍ਹ ਸਟੇਟਸ ਸਿੰਬਲ ਬਣ ਗਿਆ ਕਿ ਮੈਂ ਡਿਊਟੀ ਦੇਣੀ ਨਹੀਂ, ਮੈਂ ਕਟਵਾਣੀ ਹੈ, ਮੇਰੀ ਸਿਫਾਰਿਸ਼ ਹੈ ਜੀ, ਉਹ ਸਾਨੂੰ ਪਤਾ ਹੁੰਦਾ ਹੈ। ਸੋ ਉਹਨੂੰ ਅਸੀਂ ਥੋੜਾ ਸਖਤੀ ਨਾਲ ਡੀਲ ਕਰਦੇ ਹਾਂ। ਚਲੋ ਡੀਸੀ ਸਾਹਿਬ ਇਹ ਪ੍ਰਕਿਰਿਆ ਸਿਰੇ ਚਾੜਨ ਲਈ ਤੁਹਾਨੂੰ ਮੇਰੀ ਬੇਨਤੀ ਹੈ ਜੀ ਭਈ ਜਿਵੇਂ ਐਡਾ ਵੱਡਾ ਹਿੰਦੁਸਤਾਨ ਹੈ, ਇਲੈਕਸ਼ਨ ਕਮਿਸ਼ਨ ਹੈ, ਇਲੈਕਸ਼ਨ ਹਰ ਸਟੇਟ ਦਾ ਇਲੈਕਸ਼ਨ ਐਪਰੇਟਸ ਹੈ, ਉਹਦੇ ਲਈ ਅਸੀਂ ਪਰਮਾਨੈਂਟ ਇਲੈਕਸ਼ਨ ਸਟਾਫ ਨਹੀਂ ਭਰਤੀ ਕਰ ਸਕਦੇ? ਇਹ ਔਖਾ ਉਹੀ ਵੋਟਰ ਬਣਾਉਣ, ਉਹੀ ਇਲੈਕਸ਼ਨ ਕਰਾਉਣ। ਕਿਉਂ ਅਸੀਂ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਹੈ ਉਹਨਾਂ ਦਾ ਉਹ ਪੜ੍ਹਾਉਣ ਵੱਲੋਂ ਹਟਾ ਕੇ ਅਸੀਂ ਉਹਨਾਂ ਨੂੰ ਇਲੈਕਸ਼ਨ ਦਾ ਕੰਮ ਦਿੰਦੇ ਹਾਂ, ਪਹਿਲਾਂ ਵੋਟਾਂ ਬਣਾਉਣ ਦਾ ਕੰਮ ਦਿੰਦੇ ਹਾਂ। ਬਜਟ ਵਿੱਚ ਇਸ ਤਰ੍ਹਾਂ ਇਹ ਬੋਝ ਚੱਲਿਆ ਜਾ ਸਕਦਾ। ਬਾਹਰਲੇ ਮੁਲਕਾਂ ਵਿੱਚ ਇਦਾਂ ਮੈਨੂੰ ਲੱਗਦਾ ਸ਼ਾਇਦ ਔਖਾ ਹੈ। ਬਾਹਰਲੇ ਮੁਲਕਾਂ ਖੰਨਾ ਸਾਹਿਬ ਦੀ ਵੀ ਰਾਏ ਲੈ ਲਈਏ। ਹਾਂ, ਮਤਲਬ ਕਿਉਂਕਿ 5 ਸਾਲ ਬਾਅਦ ਆਇਆ, 5 ਸਾਲ ਉਹਦੇ ਬਾਅਦ ਜਿਹੜੇ ਇੱਕ 30 ਅਪ੍ਰੈਲ ਤੋਂ ਮੰਨ ਲਓ ਸਾਡੇ ਹੋ ਗਏ ਸਾਰਾ ਕੁਝ, 16 ਮਈ ਤੱਕ ਰਿਜ਼ਲਟ ਆ ਗਿਆ, ਡੇਢ ਮਹੀਨੇ ਦੇ ਬਾਅਦ ਉਹ ਸਟਾਫ ਕੀ ਕਰੇ? ਨਹੀਂ, ਸਟਾਫ ਉਹਨੂੰ ਕੰਮ ਕੀ ਦਿਆ? ਇਹ ਸੋਚਣ ਵਾਲੀ ਗੱਲ ਹੈ। ਲੇਕਿਨ ਮੇਰਾ ਆਪਣਾ ਫਿਰ ਵਨਸ ਅਗੇਨ ਮੇਰਾ ਇਹ ਵਿਚਾਰ ਹੈ ਕਿ ਇਲੈਕਸ਼ਨ ਵਾਸਤੇ ਟੀਚਰਾਂ ਨੂੰ ਨਹੀਂ ਬੁਲਾਉਣਾ ਚਾਹੀਦਾ। ਡੀਸੀ ਸਾਹਿਬ ਉਹਨਾਂ ਦਾ ਮਤਲਬ ਹੈ ਕਿ ਇਹ ਵਿਹਾਰਕ ਕਿਵੇਂ ਹੋਵੇ? ਉਹਨਾਂ ਦਾ ਜਿਹੜਾ ਖਿਆਲ ਹੈ ਕਿ ਅਸੀਂ ਸਕੂਲ ਪੜ੍ਹਾਉਣ ਵਾਲੇ ਜਾਣ ਵਾਲੇ ਟੀਚਰ ਵੀ ਕਾਫੀ ਸਮਾਂ ਉਸ ਚੀਜ਼ ਤੇ ਲਾ ਦਿੰਦੇ, ਪੜ੍ਹਾਈ ਪ੍ਰਭਾਵਿਤ ਹੁੰਦੀ, ਹੋਰ ਇਹੋ ਜਿਹੀਆਂ ਗੱਲਾਂ। ਪਰ ਸਾਡਾ ਇਸ ਵੇਲੇ ਫੋਕਸ ਖੰਨਾ ਸਾਹਿਬ ਮੈਂ ਤੁਹਾਡੇ ਵੱਲ ਆਉਂ ਇਸ ਗੱਲ ਤੇ ਹੈ ਕਿ ਲੋਕ ਇਸ ਪ੍ਰਕਿਰਿਆ 'ਚ ਵੋਟਾਂ ਪਾਉਣ ਦੀ ਸ਼ਮੂਲੀਅਤ ਵੱਧ ਤੋਂ ਵੱਧ ਕਿਵੇਂ ਕਰਨ, ਉਹਨਾਂ ਨੂੰ ਕਿਵੇਂ ਦੱਸਿਆ ਜਾਵੇ ਕਿ ਤੁਹਾਡੀ ਬਿਹਤਰੀ ਕਿਵੇਂ ਹੈ? ਦੇਖੋ, ਉਹ ਤਾਂ ਡੀ ਸਾਹਿਬ ਨੇ ਪਹਿਲੇ ਕਿਹਾ ਵੀ ਜਿੱਦਾਂ ਅਸੀਂ ਕਾਲਜ ਦੇ ਯੂਥ ਜਿੱਦਾਂ ਜਿਹਨੇ ਪਹਿਲੀ ਵਾਰੀ ਵੋਟ ਪਾਣੀ ਹੈ, ਹਾਂਜੀ, ਜਿਹੜਾ 18 ਸਾਲ ਦਾ ਯੁਵਕ ਹੈ ਉਹਦੇ ਤੋਂ ਪਹਿਲੇ ਉਤਸ਼ਾਹ ਆਪਣੇ ਆਪ ਵਿੱਚ ਹੈ। ਦੂਸਰੀ ਗੱਲ ਹੈ ਵੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੈ ਜੀ, ਔਰ ਜਿਹੜੀ ਗੈਰ ਸਰਕਾਰੀ ਸੰਗਠਨ ਵੀ ਹੈ ਜਿਹੜੇ ਜੀ, ਔਰ ਜਿਹੜਾ ਮੀਡੀਆ ਹੈ, ਇਹਨਾਂ ਨੂੰ ਸਾਰਿਆਂ ਨੂੰ ਆਪਣਾ ਇੱਕ ਕਰਤੱਵ ਸਮਝਣਾ ਚਾਹੀਦਾ ਵੀ ਅਸੀਂ ਵੋਟਰ ਨੂੰ ਜਾਗਰੂਕ ਕਰਨਾ ਹੈ। ਔਰ ਜਾਗਰੂਕਤਾ ਦੇ ਬਿਨਾਂ ਕੰਮ, ਤੁਸੀਂ ਉਹਨੇ ਗੱਲ ਕੀਤੀ ਵੀ ਜਿਹੜੇ ਐਜੂਕੇਸ਼ਨ ਦੇਣ ਦੀ ਗੱਲ, ਮਿਡ ਡੇ ਫੂਡ ਦੀ ਗੱਲ, ਜਾਂ ਇਹਦੇ ਨਾਲ ਤੁਸੀਂ ਇਹ ਵੀ ਦੇਖਿਆ ਵੀ ਜਿਹੜਾ ਗੇਹੂੰ ਦਿੰਦੇ ਪਏ ਨੇ ਉਹਦੀ ਕੰਡੀਸ਼ਨ ਕੀ ਹੈ, ਜਿਹੜੀ ਸਿੱਖਿਆ ਅਸੀਂ ਦੇ ਰਹੇ ਹਾਂ ਉਹਦਾ ਲੈਵਲ ਕੀ ਹੈ, ਜਿਹੜੀਆਂ ਸਵਾਸਥ ਸੇਵਾਵਾਂ ਉਹਦਾ, ਮਤਲਬ ਇਹ ਪੋਲੀਟੀਕਲ ਪ੍ਰੋਸੈਸ ਜਿਹੜਾ ਹੈ ਇਹਦੇ 'ਚ ਪੋਲੀਟੀਕਲ ਪਾਰਟੀਜ਼ ਔਰ ਜਿਹੜਾ ਵੋਟਰ ਹੈ ਦੋਨਾਂ ਦਾ ਬੜਾ ਇੱਕੋ ਜਿਹਾ ਭੂਮਿਕਾ ਕਹਿ ਸਕਣਾ। ਜਿਹੜੀ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਪੋਲੀਟੀਕਲ ਪਾਰਟੀ ਦੀ ਡੈਮੋਕ੍ਰੇਸੀ ਕਿੱਥੇ ਇੰਟਰਨਲ, ਉਹਦੇ ਪਰਿਵਾਰਵਾਦ ਆ ਚੁੱਕਾ ਹੈ, ਵੰਸ਼ਵਾਦ ਆ ਚੁੱਕਾ ਹੈ, ਉਹਦੇ 'ਚ ਇੱਕ ਬੰਦੇ ਦੀ %, ਬਾਕੀ ਜਿਹੜੇ ਉਹ ਹੌਲੀ ਹੌਲੀ ਡਮੀ ਹੋਈ ਜਾ ਰਹੇ, ਉਹਦੇ 'ਚ
ਉਹ ਘਰਾਣੇ ਵੱਡੇ ਹੁੰਦੇ ਜਾ ਰਹੇ ਜਿਨ੍ਹਾਂ ਕੋਲ ਪੈਸਾ ਆ ਗਿਆ। ਜੀ ਜੀ ਜੀ। ਦੂਸਰਾ ਜਿਹੜਾ ਆਮ ਕਾਰਜਕਰਤਾ ਜਿਹੜੀ ਉਹਨਾਂ ਨੇ ਗੱਲ ਕੀਤੀ ਅਦਲਾ ਬਦਲੀ ਦੀ, ਉਹ ਸਿਧਾਂਤ ਕਿੱਥੇ ਰਹਿ ਗਏ? ਅੱਜ ਸਵੇਰੇ ਇੱਕ ਪਾਰਟੀ ਦਾ, ਦੂਸਰੇ ਦਿਨ ਦੂਜੀ ਪਾਰਟੀ ਦਾ, ਕਿਉਂਕਿ ਲਕਸ਼ ਸਿਰਫ ਸੱਤਾ ਰਹਿ ਗਈ, ਵੈਸੇ ਤਾਕਤ ਲੈਣੀ। ਪਰ ਤਾਕਤ ਕਿਸੇ ਤਰ੍ਹਾਂ ਵੀ ਲੈਣੀ। ਲੋਕ ਇਹੋ ਜਿਹੇ ਲੋਕਾਂ ਦੇ ਹੱਸ ਵੀ ਰਹੇ ਨੇ। ਨਹੀਂ, ਰੰਧਾਵਾ ਸਾਹਿਬ, ਵੋਟਰਾਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਸਿਰਫ ਇਸ ਗੱਲੋਂ ਪਿੱਛੇ ਨਹੀਂ ਹਟਣਾ ਚਾਹੀਦਾ ਭਈ ਸਿਸਟਮ ਬਦਲ ਨਹੀਂ ਰਿਹਾ, ਸਮਾਜ ਬਦਲ ਨਹੀਂ ਰਿਹਾ, ਬਦਲੇਗਾ ਤਾਂ ਹੀ ਤੁਸੀਂ ਇਨਵੋਲਵ ਬਦਲ ਨਹੀਂ ਰਹੀ। ਰਸਤਾ ਇਹੋ ਹੀ ਆ ਜੀ, ਬਿਲਕੁਲ ਰਸਤਾ ਇਹੋ ਹੀ ਆ ਵੀ ਅਸੀਂ ਵੋਟ ਪਾਈਏ ਵੱਧ ਚੜ ਕੇ, ਜੋਸ਼ ਨਾਲ ਪਾਈਏ, ਸੋਚ ਕੇ ਪਾਈਏ, ਔਰ ਅੱਛੀਆਂ ਪਾਰਟੀਆਂ ਨੂੰ ਪਾਈਏ, ਅੱਛੇ ਉਮੀਦਵਾਰਾਂ ਨੂੰ ਪਾਈਏ, ਔਰ ਆਸ਼ਾ ਕਰੀਏ ਭਈ ਜਿਹੜਾ ਨਾ ਹਾਲਾਤ ਬਦਲਣਗੇ। ਰਾਸ਼ਟਰ ਹਿੱਤ ਸਾਹਮਣੇ ਹੋਣਾ ਚਾਹੀਦਾ, ਦੇਸ਼ ਹਿੱਤ ਸਾਹਮਣੇ ਹੋਵੇ, ਪ੍ਰਦੇਸ਼ ਹਿੱਤ ਸਾਹਮਣੇ ਹੋਵੇ, ਤਾਂ ਹੀ ਸਾਡੇ ਕੋਲ ਇੱਕ ਦਰਸ਼ਕ ਨੇ। ਲੋਕਤੰਤਰ ਦੇ ਵਿੱਚ ਲੋਕਾਂ ਦਾ ਅਰਥ ਬੜੇ ਵਿਸ਼ਾਲ ਕੈਨਵਸ ਤੇ ਵੇਖਿਆ ਜਾ ਸਕਦਾ, ਸੋ ਸਵਾਗਤ ਕਰਦੇ ਆ। ਸ਼ਾਇਦ ਤੁਹਾਡੀ ਗੱਲ ਸਾਨੂੰ ਕੋਈ ਨਵਾਂ ਮੋੜ ਦੇਵੇ। ਸਵਾਗਤ ਕਰਦੇ ਆ। ਹਾਂਜੀ ਹਾਂਜੀ ਜੀ ਜੀ, ਆਪਣੀ ਗੱਲ ਰੱਖੋ। ਮੇਰੇ ਕੋਲ ਸੰਪਰਕ ਟੁੱਟ ਗਿਆ। ਹੈਲੋ ਜੀ ਜੀ, ਗੱਲ ਕਰੋ ਪਲੀਜ਼, ਸਮਾਂ ਬਹੁਤ ਘੱਟ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਹੀ ਆਪਾਂ ਚੋਣ ਜਦੋਂ ਜ਼ਾਬਤਾ ਲਾਗੂ ਹੋ ਜਾਂਦਾ ਜੀ, ਬਿਲਕੁਲ ਉਦੋਂ ਆਮ ਹੀ ਦੇਖੀਦਾ ਜੀ, ਅਖਬਾਰਾਂ ਪੜ੍ਹੀ ਦੀਆਂ, ਟੀਵੀ ਤੇ ਦੇਖੀਦਾ ਜੀ ਵੀ ਫਲਾਣੇ ਤੇ ਹੀ ਚੋਣ ਜ਼ਾਬਤਾ ਲੱਗ ਗਿਆ ਜੀ, ਫਲਾਣਾ ਇਹ ਹੋ ਗਿਆ, ਬਹੁਤ ਹੋ ਗਿਆ ਜੀ, ਪਰ ਕਿਸੇ ਨੂੰ ਹੁੰਦਾ ਕੱਖ ਨਹੀਂ ਦੇਖਿਆ ਜੀ, ਕਿਸੇ ਨੂੰ ਸਜ਼ਾ ਨਹੀਂ ਹੁੰਦੀ ਦੇਖੀ ਚੋਣ ਦੇ ਉੱਤੇ ਲੰਘਣਾ ਦੀ। ਹਾਂ, ਡੀਸੀ ਸਾਹਿਬ ਪਰਚੇ ਬੜੇ ਹੋ ਜਾਂਦੇ ਇਹਨਾਂ ਦਿਨਾਂ 'ਚ, ਉਹਨਾਂ ਦਾ ਸਵਾਲ ਸਿੱਧਾ ਜਿਹਾ ਵੀ ਉਹਨਾਂ ਦਾ ਕੁਝ ਹੁੰਦਾ ਵੀ ਹੈ ਬਾਅਦ 'ਚ। ਨਹੀਂ, ਗੱਲ ਇੱਦਾਂ ਜੀ, 100% ਯਕੀਨੀ ਮੰਨਣ ਵਾਲੀ ਗੱਲ ਹੈ ਕਿ ਜਦੋਂ ਚੋਣ ਜ਼ਾਬਤੇ ਦੀ ਵਾਇਲੇਸ਼ਨ ਹੁੰਦੀ ਹੈ ਜੀ, ਤੇ ਸੀਰੀਅਸ ਜਦੋਂ ਉਹਦੇ ਵਿੱਚ ਜਿਹਨੂੰ ਕਹਿੰਦੇ ਵੀ ਪੀਨਲ ਐਕਸ਼ਨ ਜਦੋਂ ਇਨਵੋਲਵ ਹੁੰਦਾ ਹੈ, ਜਦੋਂ ਅਸੀਂ IPC ਲਾਉਂਦੇ ਹਾਂ ਤਾਂ ਇੱਕ ਉਹਦੇ ਉੱਤੇ FIR ਵੀ ਦਰਜ ਕਰਦੇ ਹਾਂ ਅਸੀਂ ਨਾਲ। ਅੱਛਾ ਜੀ। ਐਂਡ ਹੁੰਦਾ ਕੀ ਹੈ ਨਾ ਜੀ, ਨਾਰਮਲੀ ਇਹਨਾਂ ਦਿਨਾਂ 'ਚ ਜਿਹੜੇ ਮੀਡੀਆ ਹੁੰਦਾ ਉਹ ਚੀਜ਼ਾਂ ਤਾਂ ਜਾਗਰੂਕ ਹੋ ਜਾਂਦੀਆਂ, ਬਟ ਜੋ FIR ਦਾ ਬਾਅਦ 'ਚੋਂ ਕਾਰਵਾਈਆਂ ਪੈਂਦੀਆਂ, ਜੋ ਉਹਨੂੰ ਭੁਗਤਣਾ ਪੈਂਦਾ ਹੈਗਾ ਬੰਦੇ ਨੂੰ, ਉਹ ਜ਼ਿਆਦਾਤਰ ਮੈਂ ਦੇਖਿਆ ਕਿ ਉਹ ਹਾਈਲਾਈਟ ਨਹੀਂ ਹੁੰਦਾ, ਬਟ ਇਹ ਸੀਰੀਅਸ ਅਫੈਂਸ ਹੁੰਦਾ ਹੈ। ਜਦੋਂ FIR ਦਰਜ ਹੋ ਗਈ ਉਹਦੇ ਅਗੇਂਸਟ, ਉਹਨੂੰ ਜੋ ਵੀ ਉਹਦੇ ਪ੍ਰੋਸੈਸ ਥਰੂ ਤਾਂ ਫਿਰ ਜਾਣਾ ਹੀ ਪੈਂਦਾ ਜੀ ਬੰਦੇ ਨੂੰ। ਔਰ ਇਹ ਜਿਹੜੇ ਇਸ ਤਰ੍ਹਾਂ ਦੀ FIRs ਹੁੰਦੀਆਂ ਉਹ ਕ੍ਰਿਮੀਨਲ ਆਮ ਤੌਰ ਤੇ ਬਿਲਕੁਲ ਕ੍ਰਿਮੀਨਲ ਹੁੰਦੀਆਂ ਜੀ, ਸੀਰੀਅਸ ਅਫੈਂਸਿਸ ਹੁੰਦੇ, ਸਜ਼ਾ ਹੁੰਦੀ ਹੈ ਉਹਨਾਂ 'ਚ। ਅੱਛਾ, ਔਰ ਸਜ਼ਾ ਹੁੰਦੀ ਵੀ ਹੈ? ਸਜ਼ਾ ਹੁੰਦੀ ਹੈ ਜੀ, ਬਿਲਕੁਲ ਹੁੰਦੀ ਹੈ। ਭੋਗਲ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਉਦੋਂ? ਹਾਂ, ਮੈਂ ਇਹ ਕਹਿਣਾ ਚਾਹੁੰਦਾ ਵੀ ਵੋਟਰਾਂ ਨੂੰ ਤਾਂ ਵੋਟ ਪਾਉਣੀ ਚਾਹੀਦੀ। ਆਪਾਂ ਸੰਦੇਸ਼ ਇਹ ਦੇਣਾ, ਆਪਾਂ ਇੱਥੇ ਬੈਠੇ ਹਾਂ ਵੀ ਇਸ ਲੋਕਤੰਤਰ ਵਿੱਚ ਜੋ ਵੀ ਅਸੀਂ ਹਾਸਲ ਕਰਨਾ ਉਹ ਚੋਣਾਂ ਰਾਹੀਂ ਹਾਸਲ ਕਰਨਾ। ਜੇ ਅਸੀਂ ਸਮਾਜ ਨੂੰ ਬਦਲਣਾ ਤਾਂ ਇਸੇ ਕਿਸਮ ਦੀ ਚੁਣੀ ਹੋਈ ਸਰਕਾਰ ਰਾਹੀਂ ਅਸੀਂ ਸਮਾਜ ਨੂੰ ਬਦਲ ਸਕਦੇ ਹਾਂ। ਲੇਕਿਨ ਸਾਨੂੰ ਇੱਕ ਪਾਸੇ ਤਾਂ ਵੋਟ ਉਤਸ਼ਾਹ ਨਾ ਪਾਉਣੀ ਚਾਹੀਦੀ, ਦੂਜੇ ਪਾਸੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਵਿੱਚ ਵੀ ਜਿਹੜੇ ਲੋਕ ਹਿੱਸਾ ਲੈਂਦੇ ਆ ਉਹ ਜ਼ਿਆਦਾ ਜਾਗਰੂਕ ਕਿਸਮ ਦੇ ਹੋਣੇ ਚਾਹੀਦੇ। ਮੈਂ ਇੱਕ ਛੋਟਾ ਜਿਹਾ ਸਵਾਲ ਆਪਣੇ ਫਰਜ਼ ਨਾਲ ਛੋਟਾ ਜਿਹਾ ਸਵਾਲ ਕਰਦੇ ਹਾਂ ਤੁਹਾਨੂੰ ਕਿ ਕੀ ਇੰਜ ਸੰਭਵ ਨਹੀਂ ਕਿ ਸਾਡਾ ਜਿਹੜਾ ਕਰਿਕੂਲਮ ਆ, ਸਾਡੇ ਜਿਹੜੇ ਸਿਲੇਬਸ ਨੇ, ਉਹਨਾਂ ਦੇ ਵਿੱਚ ਸਾਨੂੰ ਇਸ ਸੰਬੰਧੀ ਅਵੇਅਰ ਕਰਨ ਲਈ, ਸਾਡੀ ਮਾਨਸਿਕਤਾ 'ਚੋਂ ਚੀਜ਼ਾਂ ਭਰਨ ਲਈ, ਜਿਵੇਂ ਧਰਮ ਭਰਤਾ ਜਾਂਦਾ ਹੈ, ਜਿਵੇਂ ਸਾਨੂੰ ਸਿਖਾਤਾ ਜਾਂਦਾ ਹੈ ਕਿ ਅਸੀਂ ਪੈਸੇ ਕਿਵੇਂ ਕਮਾਉਣੇ, ਮਸ਼ੀਨਾਂ ਬਣਾਉਣ ਲਈ ਐਜੂਕੇਸ਼ਨ ਤੁਰੀ ਹੋਈ, ਇਹ ਵੀ ਚੀਜ਼ਾਂ ਤੇ ਸਾਡੀ ਡੈਮੋਕ੍ਰੇਸੀ ਦਾ ਹਿੱਸਾ ਹੋਣਾ ਬਣਦਾ। ਇਹ ਹੋਣਾ ਚਾਹੀਦਾ, ਸਿੱਖਿਆ ਦਾ ਹਿੱਸਾ ਹੋਣਾ ਚਾਹੀਦਾ। ਲੇਕਿਨ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੇ ਅਸੀਂ ਰਾਜਨੀਤੀ ਵਿੱਚ ਹਿੱਸਾ ਲੈਂਦੇ ਹਾਂ ਤੇ ਕਾਫੀ ਸਰਗਰਮ ਹੋ ਕੇ ਹਿੱਸਾ ਲਈਏ। ਅਸੀਂ ਆਮ ਤੌਰ ਤੇ ਕਿਸੇ ਨਾ ਕਿਸੇ ਪਾਰਟੀ ਨਾਲ ਸਾਡੀ ਵਫਾਦਾਰੀ ਹੈ, ਲੇਕਿਨ ਅਸੀਂ ਉਹਨਾਂ ਦੀ ਰਾਜਨੀਤੀ ਵਿੱਚ ਸਰਗਰਮ ਹੋ ਕੇ ਹਿੱਸਾ ਨਹੀਂ ਲੈਂਦੇ, ਅਸੀਂ ਸਿਰਫ ਤਮਾਸ਼ਬੀਨ ਬਣੇ ਰਹਿੰਦੇ। ਭੋਗਲ ਸਾਹਿਬ, ਇੱਕ ਸਵਾਲ ਤੁਸੀਂ ਮੈਨੂੰ ਸੋਹਣਾ ਦੇ ਦਿੱਤਾ, ਮੈਂ DC ਸਾਹਿਬ ਵੱਲ ਚਲੇ ਜਾਣਾ ਲੈ ਕੇ। ਮੈਨੂੰ ਸਿਰਫ ਇਹ ਪੁੱਛਣਾ ਹੈ ਸਰ ਕਿ ਜਿਹੜੀ ਚੋਣ ਪ੍ਰਕਿਰਿਆ ਜਾਂ ਚੋਣ ਕਮਿਸ਼ਨ ਹੈ, ਸਿਰਫ ਇਹ ਚੋਣਾਂ ਨੂੰ ਆਰਗੇਨਾਈਜ਼ ਹੀ ਕਰਦਾ ਜਾਂ ਸਾਡੇ ਲੀਡਰ ਬਣਾਉਣ ਦੇ ਵਿੱਚ, ਐਜੂਕੇਟ ਕਰਨ ਦੇ ਵਿੱਚ, ਸਿਆਸਤ ਬਦਲਣ ਦੇ ਵਿੱਚ ਵੀ ਰੋਲ ਪਲੇ ਕਰ ਸਕਦਾ? ਹੋਣੀ ਚਾਹੀਦੀ ਕੁਝ ਭੂਮਿਕਾ ਕਿ ਕਿਸ ਤਰ੍ਹਾਂ ਦਾ ਲੀਡਰ ਹੋਵੇ ਚੋਣ ਕਮਿਸ਼ਨ ਨੂੰ, ਜਿਵੇਂ ਭੋਗਲ ਸਾਹਿਬ ਨੇ ਗੱਲ ਕਹੀ ਕਿ ਪੂਰਾ ਸਾਲ ਪ੍ਰਕਿਰਿਆ ਕਿਉਂ ਨਾ ਚੱਲੇ? ਨਹੀਂ, ਉਹ ਫਿਰ ਇਲੈਕਸ਼ਨ ਕਮਿਸ਼ਨ ਸਾਰਾ ਸਾਲ ਹਿੰਦੁਸਤਾਨ ਦੀ ਰਾਜਨੀਤੀ ਨੂੰ ਵੀ ਵਾਚ ਕਰੇ ਔਰ ਪੋਲੀਟੀਕਲ ਪਾਰਟੀਆਂ ਨੂੰ ਵੀ ਵਾਚ ਕਰੇ, ਉਹਨਾਂ ਦੇ ਅੰਦਰ ਦੀ ਡੈਮੋਕ੍ਰੇਸੀ ਨੂੰ ਵੀ ਵਾਚ ਕਰੇ। DC ਸਾਹਿਬ ਘੱਟ ਬੋਲ ਰਹੇ ਨੇ, ਮੈਨੂੰ ਲੱਗਦਾ ਹੈ ਕਿ ਉਹ ਬੜਾ ਸੰਭਲ ਕੇ ਚੱਲਦੇ ਪਏ ਆ ਕਿ ਅਸੀਂ ਤੇ ਹਾਂਜੀ ਇਹਨਾਂ ਕੋਲ ਜ਼ਿੰਮੇਵਾਰੀਆਂ ਵੱਡੀਆਂ। ਇਹ 'ਚ ਮੈਂ ਕਹਿਣਾ ਚਾਹੁੰਦਾ ਜੀ, ਜਿਵੇਂ ਭੋਗਲ ਸਾਹਿਬ ਕਹਿ ਰਹੇ ਨੇ ਕਿ ਪਾਰਟੀ ਦੀ ਇੰਟਰਨਲ ਡੈਮੋਕ੍ਰੇਸੀ ਬਾਰੇ, ਉਹਦੇ ਉੱਪਰ ਤਾਂ ਇਸ ਵੇਲੇ ਕੋਈ ਮੈਕੈਨਿਜ਼ਮ ਨਹੀਂ ਹੈਗਾ। ਚੋਣ ਕਮਿਸ਼ਨ ਬੇਸਿਕਲੀ ਜਿਹੜੀ ਡੈਮੋਕ੍ਰੇਸੀ ਦੀ ਸਾਲਾਨਾ 5 ਸਾਲਾਂ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ,
ਉਹਨੂੰ ਅਸੀਂ ਜਿਹੜਾ ਹੈਗਾ ਲੈ ਕੇ ਚੱਲਦੇ ਹੈਗੇ ਆ, ਹਾਊ ਟੂ ਕੰਡਕਟ ਦੋਜ਼ ਇਲੈਕਸ਼ਨਸ, ਚਾਹੇ ਸਟੇਟ ਅਸੈਂਬਲੀ ਦੀਆਂ ਚਾਹੇ ਲੋਕ ਸਭਾ ਦੀਆਂ ਇਲੈਕਸ਼ਨ ਹੈਗੀ। ਪਰ ਸਰ ਇੱਕ ਛੋਟੀ ਜਿਹੀ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਚੋਣ ਨੂੰ ਪ੍ਰਕਿਰਿਆ ਨੂੰ ਸੰਭਾਲਦੇ ਹਾਂ, ਜਿਸ ਤਰੀਕੇ ਨਾਲ ਅਸੀਂ ਵੋਟਰ ਨੂੰ ਵੋਟ ਪਾਉਣ ਲਈ ਕਹਿੰਦੇ ਹਾਂ, ਇਸੇ ਤਰ੍ਹਾਂ ਅਸੀਂ ਆਪਣੇ ਨੌਜਵਾਨਾਂ ਦੇ ਅੰਦਰ ਅੱਗੇ ਹੋ ਕੇ ਅਗਵਾਈ ਕਰਨ ਦਾ ਜਜ਼ਬਾ ਪੈਦਾ ਕਰਨ ਲਈ ਵੀ ਕੁਝ ਕਰ ਸਕਦੇ ਹਾਂ। ਐਗਜ਼ੈਕਟਲੀ, ਮੈਂ ਹੁਣ ਅਗਲੀ ਉਹ ਗੱਲ ਕਰਨ ਲੱਗਿਆ ਸੀ ਜੀ। ਮੈਂ ਇਹਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਜਲੰਧਰ ਦੀ ਅਸੀਂ ਗੱਲ ਕਰੀਏ ਜੀ, ਤਾਂ ਸਾਡੇ ਕੋਲੇ 15,18,000 ਇਸ ਵੇਲੇ ਵੋਟਰ ਹੈਗੇ ਨੇ ਜੀ, ਤੇ 15,18,000 ਵੋਟਰ ਦੇ ਵਿੱਚੋਂ ਜੋ ਅਸੀਂ ਪਿੱਛੇ ਡਾਟਾ ਕੱਢਿਆ ਸੀ, ਸਿਰਫ 40,000 ਯੰਗ ਵੋਟਰ ਹੈਗਾ। ਅੱਛਾ, ਦੈਟ ਮੀਨਸ ਕਿ 18 ਕਿੰਨੇ ਉਮਰ ਚ? ਹਾਂਜੀ, 18 ਤੋਂ 21 ਸਾਲ ਦੀ ਜਿਹੜੀ ਏਜ ਗਰੁੱਪ ਹੈ, 40,000, ਉਹ ਸਿਰਫ 40,000 ਸਾਡਾ ਯੰਗ ਵੋਟਰ ਸੀਗਾ। ਉਤਸ਼ਾਹੀ ਅੰਕੜਾ ਨਹੀਂ। ਸੋ ਇਹ ਬਹੁਤ ਘੱਟ ਗਿਣਤੀ ਹੈ, ਮੇਰਾ ਮੰਨਣਾ ਹੈਗਾ। ਬਿਲਕੁਲ। ਤੇ ਹੁਣ ਮੈਂ ਇਹਦੇ ਵਿੱਚ ਇਹ ਵੀ ਕਹਿਣਾ ਚਾਹਾਂਗਾ, ਜਦੋਂ ਅਸੀਂ ਇਹ ਹੁਣ ਪਿੱਛੇ ਐਕਟੀਵਿਟੀਜ਼ ਕਰ ਰਹੇ ਹਾਂ ਜੀ, ਅਸੀਂ ਕਾਲਜ ਤੋਂ ਕਾਲਜ ਗਏ ਜੀ, ਤਾਂ ਅਸੀਂ ਹੈਰਾਨ ਹੋ ਗਏ, ਮੈਂ ਵੀ ਆਪ ਕਾਲਜ ਗਿਆ ਸੀ, ਕਿ ਬੱਚਿਆਂ ਨੂੰ ਹਲੇ ਪਤਾ ਹੀ ਨਹੀਂ ਸੀ ਵੀ ਵੋਟ ਕਦੋਂ ਬਣਦੀ ਹੈ, ਵੋਟ ਕਿਵੇਂ ਬਣਦੀ ਹੈ ਜੀ, ਵੋਟ ਨਾਲ ਕੀ ਹੁੰਦਾ ਹੈ। ਮਤਲਬ ਉਹਨਾਂ ਨੂੰ ਫਿਰ ਜਦੋਂ ਉਹਨਾਂ ਨੇ ਮੈਨੂੰ ਸਵਾਲ ਪੁੱਛੇ, ਉਹ ਫਿਰ ਕੰਪਲੇਂਟਸ ਕਰਦੇ ਸੀ ਜੀ ਸ਼ਹਿਰ 'ਚ ਇਹ ਨਹੀਂ ਹੈਗਾ, ਉਹ ਸੜਕਾਂ ਮਾੜੀਆਂ ਹੈ ਜੀ, ਸਾਡੇ ਸਟਰੀਟ ਲਾਈਟ ਹੈ ਨਹੀਂ। ਫਿਰ ਉਹਨਾਂ ਨੂੰ ਅਸੀਂ ਇਹੀ ਕਿਹਾ ਕਿ ਇਹ ਤਾਂ ਸਰਕਾਰ ਤੁਸੀਂ ਚੁਣੀ ਹੈ, ਹਾਂ, ਜਾਂ ਤਾਂ ਤੁਸੀਂ ਵੋਟ ਨਹੀਂ ਪਾਈ, ਹਾਂ, ਜਾਂ ਵੋਟ ਪਾਈ ਹੈ ਤਾਂ ਤੁਹਾਨੂੰ ਪਤਾ ਹੋਏ ਕਿਹਨੂੰ ਪਾਈ ਹੈ। ਸੋ ਇਹ ਦੋਨੋਂ ਗੱਲਾਂ ਆਉਂਦੀਆਂ। ਸੋ ਅਸੀਂ ਉਹਨਾਂ ਨੂੰ ਇਨਵੋਲਵ ਕਰਨਾ ਚਾਹੁੰਦੇ ਹਾਂ। ਪਰ ਡੀਸੀ ਸਾਹਿਬ, ਇਹ ਉਹਨਾਂ 'ਚ ਦਿਲਚਸਪੀ ਨਹੀਂ ਰਹੀ ਜਾਂ ਉਹਨਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ? ਫੇਲੀਅਰ ਕਿੱਥੇ ਹੈ? ਮੇਰਾ ਮੰਨਣਾ ਹੈਗਾ ਜੀ ਇਹਦੇ ਵਿੱਚ ਅਵੇਅਰਨੈਸ ਦੀ ਕਮੀ ਹੈ, ਜਾਗਰੂਕਤਾ ਦੀ ਕਮੀ ਹੈ। ਹੁਣ ਐਫਰਟ ਬਹੁਤ ਸਿੰਸੀਅਰ ਐਫਰਟਸ ਚੱਲ ਰਹੇ ਨੇ ਜੀ। ਇਨਫੈਕਟ ਸਾਨੂੰ ਤਾਂ ਐਤਕੀ ਤਕਰੀਬਨ 15 ਦਿਨਾਂ ਦੇ ਵਿੱਚ ਹੀ 5,000 ਦੇ ਕਰੀਬ ਜਿਹੜੇ ਯੰਗ ਵੋਟਰਸ ਦੇ ਸਾਨੂੰ 18 ਤੋਂ 21 ਸਾਲ ਦੇ ਉਹਨਾਂ ਨੇ ਫਾਰਮਸ ਭਰ ਕੇ ਦਿੱਤੇ ਨੇ ਵੀ ਸਾਡੀ ਹੁਣ ਵੋਟ ਬਣਾਓ। ਖੰਨਾ ਸਾਹਿਬ, ਇਹ ਅਵੇਅਰਨੈਸ ਦੀ ਜ਼ਿੰਮੇਵਾਰੀ ਕਿਹਦੀ ਹੋਵੇ? ਇਹ ਕਿਹੜਾ ਲੋਕਾਂ ਨੂੰ ਇਨੀਸ਼ੀਏਟਿਵ ਲੈਣ ਲਈ ਉਕਸਾਵੇ? ਦੇਖੋ, ਇਸ ਜਿੱਥੇ ਇੱਕ ਦੋ ਸਰਕਾਰੀ ਪਹਿਲੂ ਵੀ ਹੈ, ਜਿਹੜਾ ਚੋਣ ਕਮਿਸ਼ਨ ਆਪਣੀ ਲੈਵਲ ਤੇ, ਜਿਸ ਤਰ੍ਹਾਂ ਡੀਸੀ ਸਾਹਿਬ ਕਾਲਜ ਜਾ ਰਹੇ ਨੇ, ਪੋਲੀਟੀਕਲ ਪਾਰਟੀਜ਼ ਦਾ ਸਾਰਾ ਮੇਨ ਕੰਮ ਤਾਂ ਪੋਲੀਟੀਕਲ ਪਾਰਟੀਜ਼ ਦਾ। ਬਿਲਕੁਲ। ਉਹਨਾਂ ਦਾ ਜਿਹੜੇ ਵਰਕਰ ਕਾਰਜਕਰਤਾ, ਭੋਗਲ ਸਾਹਿਬ ਨੇ ਕਹੇ, ਜਿਹੜੀ ਵਿਚਾਰਧਾਰਾ ਨਾਲ ਤੁਸੀਂ ਜੁੜੇ ਹੋ, ਉਹਦੀ ਇਮਾਨਦਾਰੀ ਤੇ ਤਾਂ ਹੀ ਹੈ ਨਾ। ਉਸ ਵਿਚਾਰਧਾਰਾ ਲਈ ਤੁਸੀਂ ਸੰਘਰਸ਼ ਵੀ ਕਰੋ, ਲੋਕਾਂ ਕੋਲ ਵੀ ਜਾਓ, ਉਹ ਆਪਣੀ ਗੱਲ ਵੀ ਕਰੋ। ਇੱਥੇ ਹੈ ਜਿਹੜੀ ਵੋਟ ਅਸੀਂ ਕਹਿੰਦੇ ਪਾਣਾ ਹੀ ਨਹੀਂ, ਨਿਖੇਧੀ ਕਰਨੀ। ਜੀ ਰੀਸਾ ਨੇ ਕਿਹਾ ਵੀ ਵੋਟ ਪਾਣ ਨਹੀਂ ਜਾਂਦਾ, ਆਲੋਚਨਾ। ਤੁਸੀਂ ਇੱਕ ਵਿਚਾਰ ਦੇ ਪ੍ਰਤੀ ਇਮਾਨਦਾਰ ਤਾਂ ਹੀ ਹੋ ਜੇ ਉਹਦੇ ਲਈ ਤੁਸੀਂ ਕਰਮ ਕਰਦੇ ਹੋ। ਜੇ ਤੁਸੀਂ ਕਰਮ ਨਹੀਂ ਕਰਦੇ ਤੇ ਸਿਰਫ ਵਿਚਾਰ ਹੀ ਕਰਦੇ ਰਹਿ ਜਾਂਦੇ ਹੋ ਤਾਂ ਉਹਦਾ ਅਸਰ ਤਾਂ ਨਹੀਂ ਹੋਣਾ। ਖੰਨਾ ਸਾਹਿਬ, ਇੱਕ ਹੋਰ ਸਵਾਲ ਹੈ। ਭਾਰਤੀ ਲੋਕ ਯਾਰ ਰਾਜਨੀਤੀ 'ਚ ਦਿਲਚਸਪੀ ਲੈਂਦੇ ਆ, ਲੇਕਿਨ ਸਰਗਰਮ ਨਹੀਂ ਲੈਂਦੇ। ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜ ਜਾਂਦੇ ਆ, ਲੇਕਿਨ ਉਸ ਪਾਰਟੀ ਦੀ ਰਾਜਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਨਹੀਂ ਲੈਂਦੇ, ਉਹਦੇ ਮੈਂਬਰ ਵੀ ਨਹੀਂ ਬਣਦੇ। ਉਹ ਦੋਨੋਂ ਪਾਸੇ ਇੱਕੋ ਜਿਹੀ ਗੱਲ ਹੈ, ਕਿਉਂਕਿ ਪੋਲੀਟੀਕਲ ਪਾਰਟੀ ਜਿਹੜੀ ਜਦੋਂ ਪਰਿਵਾਰਵਾਦ ਹੁੰਦਾ ਤਾਂ ਉਹਦੀ ਕੋਸ਼ਿਸ਼ ਵੀ ਹੁੰਦੀ ਵੀ ਡੰਮੀ ਰਹਿ ਜਾਏ ਸਾਰਾ ਕੰਮ। ਉਹ ਵੀ ਅੱਜ ਕੱਲ੍ਹ ਇਹ ਵੀ ਜਦੋਂ ਤੁਸੀਂ ਆਜ਼ਾਦੀ ਦੀ ਲੜਾਈ ਸੀ, ਉਸ ਵੇਲੇ ਕਾਂਗਰਸ ਜਵਾਨੀ ਦਾ ਇੱਕ ਮੈਂਬਰ ਬਣਾਉਂਦੀ ਸੀ, ਹਾਂਜੀ, ਤੇ ਹਰ ਚਵਾਨੀ ਦੇਣ ਵਾਲੇ ਕੋਲ ਲੈਤੀ ਜਾਂਦੀ ਸੀ ਜਵਾਨੀ। ਹੁਣ ਤੱਕ ਉੱਤੋਂ ਹੀ ਜਾਂਦੇ ਤੇ ਮੈਂਬਰ ਜਿਹੜੇ ਹੈ ਨਾ, ਰਾਸ਼ਨ ਕਾਰਡ ਜਿੱਥੇ ਬੰਦੇ ਉਹਦਾ ਰਜਿਸਟਰ ਚੁੱਕਦੇ, ਭਰਦੇ ਤੇ ਪੈਸਾ ਉੱਤੇ ਵਾਪਸ ਮੈਂ ਸਮਝਦਾ ਇਦਾਂ ਨਹੀਂ ਹੈ। ਦੇਖੋ, ਜਦੋਂ ਕੋਈ ਪਾਰਟੀ ਆਪਣੀਆਂ ਆਮ ਭਰਤੀ ਕਰਦੀ ਆ, ਮੈਂਬਰਾਂ ਤੋਂ ਚੰਦੇ ਤਾਂ ਇਕੱਠੇ ਕਰਦੀ ਹੈ, ਲੇਕਿਨ ਮੈਂਬਰ ਚੰਦੇ ਦੇਣ ਵਾਲੇ ਮੁੜ ਕੇ ਸਰਗਰਮ ਨਹੀਂ। ਇੱਕ ਦਰਸ਼ਕ ਜੁੜੇ ਨੇ ਜੀ, ਉਹਨਾਂ ਨਾਲ ਗੱਲ ਕਰ ਲਈਏ। ਸਵਾਗਤ ਹੈ ਜੀ ਤੁਹਾਡਾ। ਹੈਲੋ, ਸਵਾਗਤ ਹੈ ਜੀ। ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਰੰਧਾਵਾ ਸਾਹਿਬ, ਮੈਂ ਭੋਗਪੁਰ ਤੋਂ ਬੋਲਦਾ, ਬਲਾਕ ਸੰਮਤੀ ਮੈਂਬਰ। ਸਵਾਗਤ ਹੈ। ਹਾਂਜੀ ਸਰ, ਮੈਂ ਪੁੱਛਣਾ ਚਾਹੁੰਦਾ, ਮੈਂ ਆੜਤੀਆ ਵੀ ਹਾਂ ਜੀ, ਜਿਹੜਾ ਅਸਲਾ ਜਮ੍ਹਾਂ ਕਰਾਉਂਦੇ ਆ ਹਾਂਜੀ ਵੋਟਾਂ ਦੇ ਦਿਨਾਂ ਵਿੱਚ ਜੀ, ਉਹਦੇ 'ਚ ਦੇਖੋ ਕਈ ਹੋਰ ਮਾੜੇ ਅਨਸਰ ਸਾਨੂੰ, ਮਤਲਬ ਆਪ ਕਈ ਵਾਰ ਪੈਸਾ ਇੱਧਰ ਜਾਂ ਉੱਧਰ ਹੋਰ ਲੋਕਾਂ ਨੂੰ, ਹਾਂਜੀ, ਉਹਦੇ ਵਾਸਤੇ ਕੋਈ ਮਾੜੇ ਅਨਸਰ ਹੋਰ ਮਾੜੇ ਮਾਰਦਾਤਾਂ ਕਰ ਜਾਂਦੇ ਆ ਜੀ। ਤੇ ਉਹ ਕਿਉਂ ਅਸਲਾ ਆਪਣੀ ਰਾਖੀ ਵਾਸਤੇ, ਜਿਹਦੇ ਬੰਦਾ ਕੋਈ ਗਲਤ ਕੋਈ ਯੂਜ਼ ਕਰਦਾ, ਜਿਹੜੇ ਗਲਤ ਬੰਦੇ ਆ ਉਹ ਤੇ ਨਜਾਇਜ਼ ਵੀ ਲਈ ਫਿਰਦੇ ਹੋਣਗੇ। ਡੀਸੀ ਸਾਹਿਬ ਨਾਲ ਤੁਹਾਡੀ ਸਿੱਧੀ ਗੱਲ ਕਰਾਉਣਾ ਜੀ। ਹਾਂਜੀ, ਇਹਦੇ ਵਿੱਚ ਇੱਦਾਂ ਜੀ, ਤੁਸੀਂ ਜਿਹੜਾ ਅਸੀਂ ਗੱਲ ਕਰਦੇ ਹਾਂ ਵੀ ਡਿਊਰਿੰਗ ਇਲੈਕਸ਼ਨ ਅਸੀਂ ਅਸਲਾ ਜਮ੍ਹਾਂ ਕਰਾਉਂਦੇ ਹਾਂ, ਅਕਸਰ ਇਹ ਦੇਖਿਆ ਗਿਆ ਹੈ ਡਿਊਰਿੰਗ ਇਲੈਕਸ਼ਨ ਜੀ, ਇਹ ਜਿਹੜਾ ਲੀਗਲ ਵੈਪਨ ਹੁੰਦਾ ਹੈ, ਜਿਹਨੂੰ ਅਸੀਂ ਪਰਸਨਲ ਆਰਮਸ ਲਾਇਸੈਂਸ ਦੇ ਅਸਲਾ ਕਹਿੰਦੇ ਹਾਂ, ਅਣਜਾਣੇ ਯੂਜ਼ ਹੋ ਜਾਂਦਾ ਹੈ। ਸੋ ਇਹ ਕਿਉਂਕਿ ਐਟ ਪਾਰ ਰੱਖਣਾ ਹੁੰਦਾ ਹੈ, ਤਾਂ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਆਪਦਾ ਅਸਲਾ ਜਿਹੜਾ ਜਮ੍ਹਾਂ ਕਰਾਓ। ਬਿਲਕੁਲ ਠੀਕ। ਤੇ ਫਿਰ ਵੀ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਆਪਣੇ ਕੋਲ ਬਹੁਤ ਸਖਤ ਜ਼ਰੂਰਤ ਹੈ ਜਾਂ ਥ੍ਰੈਟ ਆਫ ਲਾਈਫ ਹੈ, ਉਹ ਕੇਸ ਵੀ ਅਸੀਂ ਪੁਲਿਸ ਡਿਪਾਰਟਮੈਂਟ ਥਰੂ ਰਿਵਿਊ ਕਰਾਉਂਦੇ ਹਾਂ। ਠੀਕ ਹੈ, ਕਿ ਵੀ ਐਕਚੁਅਲੀ 'ਚ ਇਹਨਾਂ ਨੂੰ ਉਸ ਅਸਲੇ ਦੀ ਜ਼ਰੂਰਤ ਹੈ ਕਿ ਨਹੀਂ ਹੈ ਜੀ। ਜੇਕਰ ਉਹ ਰਿਪੋਰਟ ਯੈਸ ਆਉਂਦੀ ਹੈਗੀ ਹੈ ਕਿ ਇਹਨਾਂ ਨੂੰ ਜ਼ਰੂਰਤ ਹੈ, ਉਹ ਕੇਸਾਂ 'ਚ ਅਸੀਂ ਰਿਲੈਕਸੇਸ਼ਨ ਵੀ ਦਿੰਦੇ ਹਾਂ ਜੀ। ਪਰ ਜਨਰਲ ਇਹ ਗੱਲ ਹੁੰਦੀ ਹੈ ਕਿ ਇਹ ਅਸਲਾ ਜਮ੍ਹਾਂ ਕਰਾਉਣਾ ਚਾਹੀਦਾ,
ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਸੇਫਟੀ ਦਾ ਸਵਾਲ ਹੈਗਾ। ਘਟਨਾਵਾਂ ਬਹੁਤ ਇਸ ਤਰ੍ਹਾਂ ਦੀਆਂ ਵਾਪਰੀਆਂ ਦਰਸ਼ਕੋ, ਜਿੱਥੇ ਉਹ ਜਾਇਜ਼ ਅਸਲਾ ਵੀ ਪੂਰੇ ਉਮਰ ਲਈ ਤੁਹਾਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਹੈ। ਬਹੁਤ ਥਾਵਾਂ ਤੇ ਘਟਨਾਵਾਂ ਵਾਪਰੀਆਂ। ਸੋ ਦੁਰਘਟਨਾਵਾਂ ਮੈਂ ਕਹੂੰਗਾ ਬਚਣਾ ਬਹੁਤ ਇਹਤਿਆਤ ਵਰਤਣੀ ਬਹੁਤ ਜ਼ਰੂਰੀ ਹੈ। ਮੈਂ ਖੰਨਾ ਸਾਹਿਬ ਵੱਲ ਫਿਰ ਵਰਤਣਾ ਚਾਹੁੰਦਾ ਹੈ। ਖੰਨਾ ਸਾਹਿਬ, ਸਵਾਲ ਖੜਾ ਹੈ ਕਿ ਜਜ਼ਬੇ ਦੀ ਕਮੀ ਹੈ, ਪੋਲੀਟੀਕਲ ਪਾਰਟੀਜ਼ ਦੇ ਵਿੱਚ ਉਹ ਜਜ਼ਬਾ ਨਹੀਂ ਰਿਹਾ, ਦੇਸ਼ ਸੇਵਾ ਕਿਤੇ ਬਹੁਤ ਪਿਛਾਂਹ ਰਹਿ ਗਈ। ਇਸ ਵੇਲੇ ਜਿਹੜਾ ਵਪਾਰ ਦਾ ਇੱਕ ਨਜ਼ਰੀਆ ਸਿਆਸਤ ਵਿੱਚ ਭਾਰੂ, ਉਹਦੇ 'ਚ ਹਰ ਕੋਈ ਬੰਦਾ ਸ਼ੱਕ ਦੀ ਨਜ਼ਰ ਨਾਲ ਹੀ ਵੇਖੀ ਜਾਂਦਾ ਇਹਨਾਂ ਤੇ ਪੈਸੇ ਬਣਾਉਣੇ ਜੀ। ਲੋਕਾਂ ਦਾ ਭਰੋਸਾ ਕਿਵੇਂ ਬਹਾਲ ਹੋਵੇ? ਮੈਂ ਜਿਹੜੀ ਹੁਣ ਕਰੰਟ ਜਿਹੜੀ ਅਸੀਂ ਸਿਨੈਰੀਓ ਨੈਸ਼ਨਲ ਲੈਵਲ 'ਤੇ ਅਸੀਂ ਦੇਖੀਏ, ਹਾਂਜੀ, ਇੱਕ ਪਾਰਟੀ 14 ਮਹੀਨੇ 'ਚ ਆਈ, ਉਹਨੇ ਸਾਰੀ ਵਿਵਸਥਾ ਨੂੰ ਇੱਕ ਪ੍ਰਸ਼ਨ ਚਿੰਨ੍ਹ ਲਾਤਾ। ਹਾਂਜੀ, ਬਿਲਕੁਲ ਠੀਕ। ਉਹਨੇ ਪ੍ਰਸ਼ਨ ਚਿੰਨ੍ਹ ਲਾਤਾ ਨਾ ਰੰਧਾਵਾ ਸਾਹਿਬ। ਜਿਹੜੀ ਨਵੀਂ ਪਾਰਟੀ ਆਈ ਉਹਨੇ ਸਾਰੀ ਵਿਵਸਥਾ ਨੂੰ ਪ੍ਰਸ਼ਨ ਚਿੰਨ੍ਹ ਲਾਤਾ। ਉਹ ਪ੍ਰਸ਼ਨ ਚਿੰਨ੍ਹ ਕਿਉਂ ਲੱਗਾ? ਕਿਉਂਕਿ ਲੋਕਾਂ ਦੇ ਮਨ ਵਿੱਚ ਇੱਕ ਭਾਵਨਾ ਸੀ, ਉਸ ਭਾਵਨਾ ਨੂੰ ਉਹਨੇ ਪਕੜਿਆ, ਠੀਕ ਹੈ। ਪਰ ਉਹਦੇ ਨਾਲ ਦੂਜਾ ਪਹਿਲੂ ਜਿਹੜਾ ਹੈ ਵੀ ਜੇ ਪਾਰਟੀ ਦੀ ਆਪਣੀ ਆਰਗੇਨਾਈਜੇਸ਼ਨ ਹੀ ਕੋਈ ਨਹੀਂ, ਜੇ ਉਹਦੇ ਕੋਲ ਕੱਲ੍ਹ ਨੂੰ ਸੱਤਾ ਆ ਜਾਵੇ ਤੇ ਉਹ ਸੱਤਾ ਉਹਨੇ ਸੰਭਾਲਣੀ ਕਿਸ ਤਰ੍ਹਾਂ ਹੈ? ਤਾਂ ਵੀ ਉਹ ਆਧਾਰ ਹੀ ਕੋਈ ਨਹੀਂ ਥੱਲੇ। ਖੰਨਾ ਸਾਹਿਬ ਤਾਂ ਵੀ ਉਹ ਇੱਕ ਜਾਗਰਤੀ ਆਈ, ਕੁਐਸਚਨ ਮਾਰਕ ਆਇਆ, ਕਿਉਂਕਿ ਅਸੀਂ ਸਲਾਬ ਗਏ, ਜਿਹਨੂੰ ਇਹ ਪੰਜਾਬੀ ਵਿੱਚ ਸਲਾਬ ਗਏ ਸੀ, ਪਰ ਇੱਕ ਸਿਸਟਮ ਸਲਾਬਿਆ ਸੀ, ਉਹਨੂੰ ਝੰਜੋੜਾ ਆਇਆ। ਇੱਕ ਸਲਾਬ ਤੇ ਇੱਕ ਸੈਲਾਬ ਵੀ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੀ ਆਜ਼ਾਦੀ ਦੇ ਦੌਰਾਨ ਵੀ ਸੈਲਾਬ ਹੀ ਆਏ, ਭਾਵਨਾਵਾਂ ਜਜ਼ਬਾਤਾਂ ਦੇ ਵੇਗ ਹੀ ਆਏ। ਚੈਨਲਾਈਜ਼ ਤਾਂ ਕਰਨਾ ਹੈ ਤੁਹਾਡੇ ਵਰਗੇ ਲੋਕਾਂ ਨੇ। ਨਹੀਂ, ਉਹ ਆਈ ਹੈ, ਜਾਗਰਤੀ ਵੀ ਆਈ, ਜਾਗਰਤੀ ਆਈ, ਔਰ ਇਹ ਜਾਗਰਤੀ ਆਉਣੀ ਚਾਹੀਦੀ ਹੈ, ਔਰ ਵਾਰ-ਵਾਰ ਆਉਣੀ ਚਾਹੀਦੀ ਹੈ, ਹਾਂਜੀ, ਤਾਂ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਪਹਿਲਾਂ ਵਾਰ-ਵਾਰ ਸੱਤਾ ਵਿੱਚ ਆਉਂਦੀਆਂ ਉਹ ਵੀ ਝੰਜੋੜੀਆਂ ਜਾਣ, ਇੱਕ ਡਰ, ਉਹਨਾਂ ਨੂੰ ਹੱਲੂ ਨਾ ਮਿਲੇ। ਇੱਕ ਐਸਟੈਬਲਿਸ਼ ਹੋਏ ਲੋਕਾਂ ਨੂੰ ਡਰ ਪੈਦਾ ਹੋ ਗਿਆ ਕਿ ਸਾਡੀ ਪਿਤਾ ਪੁਰਖੀ ਵਿਰਾਸਤ ਤੇ ਇਸ ਤਰ੍ਹਾਂ ਨਹੀਂ ਹੈ। ਰੋਜਮ ਸਾਹਿਬ ਵਰਗੇ ਵਧੀਆ ਨੌਜਵਾਨ, ਦੇਖੋ ਇੱਕ ਦਿਨ ਇਹਨਾਂ ਨੇ ਵੀ ਐਜੂਕੇਸ਼ਨ ਲਈ ਹੋਊਗੀ, ਇਹਨਾਂ ਕੋਲ ਵੀ ਸੁਪਨੇ ਹੋਣਗੇ। ਇਸ ਵੇਲੇ ਵਾਗਡੋਰ ਅਸਲ 'ਚ ਇਹਨਾਂ ਦੇ ਹੱਥ ਹੈ, ਰਾਜ ਇਹਨਾਂ ਦੇ ਕੋਲ ਹੈ। ਦੇਸ਼ ਦੇ ਵਿੱਚ ਕੁਛ ਇੱਕ ਚੀਜ਼ਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ। ਛੋਟਾ ਜਿਹਾ ਜਲੰਧਰ ਇੱਕ ਸਾਡੇ ਕੋਲ ਉਦਾਹਰਨ ਮਾਤਰ ਹੈ, ਠੀਕ ਹੈ ਜੀ। ਲੋਕਾਂ ਨੂੰ ਕਿਸ ਤਰੀਕੇ ਨਾਲ ਪ੍ਰਸ਼ਾਸਨ ਸੋਹਣੀ ਜ਼ਿੰਦਗੀ ਦੇਣ ਲਈ ਪ੍ਰਤੀਬੱਧ ਹੈ। ਨੰਬਰ 1, ਇੱਕ ਨੋਟਾ ਵੀ ਆਇਆ, ਉਹਦੀ ਜਾਣਕਾਰੀ ਲੈਣੀ, ਕਿਉਂਕਿ ਮੈਨੂੰ ਉਹਦਾ ਵੀ ਇਸ਼ਾਰਾ ਸੀਗਾ ਕਿ ਅਸੀਂ ਉਹ ਜ਼ਰੂਰ ਪੁੱਛੀਏ। ਮੈਂ ਤੁਹਾਨੂੰ ਇਹ ਪੁੱਛਣਾ ਕਿ ਲੋਕਾਂ ਦਾ ਜੀਵਨ ਸਟਾਈਲ ਬਦਲਣ ਲਈ ਪ੍ਰਸ਼ਾਸਨ ਕਿਵੇਂ ਕਾਰਆਮਦ ਹੁੰਦਾ ਹੈ? ਜ਼ਰੂਰੀ ਥੋੜ੍ਹੀ ਹੈ ਕਿ ਸਾਨੂੰ ਕੋਈ ਡਾਇਰੈਕਸ਼ਨਸ ਹੀ ਦੇਵੇ ਕੋਈ ਸਰਕਾਰ। ਤੁਹਾਡੇ ਕੋਲ ਤਾਂ ਬਹੁਤ ਕੁਛ ਹੈ ਜੀ, ਕਿਵੇਂ ਕਰਨੇ ਹੋ? ਬਿਲਕੁਲ ਠੀਕ ਗੱਲ ਹੈ ਜੀ। ਇਹਨੂੰ ਥੋੜ੍ਹਾ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਸਾਡੇ ਕੋਲ ਆਮ ਆਦਮੀ ਆਉਂਦਾ ਹੈ ਜਾਂ ਕੋਈ ਆਪਦੀ ਕੰਪਲੇਂਟ ਲੈ ਕੇ ਆਉਂਦਾ ਹੈ, ਗ੍ਰੀਵੈਂਸ ਲੈ ਕੇ ਆਉਂਦਾ ਹੈ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਉਹਦੇ ਪੈਰਾਂ 'ਚ ਖੜੇ ਹੋ ਕੇ ਦੇਖੀਏ। ਉਹਨੂੰ ਕੀ ਲੱਗਦਾ ਹੈ ਵੀ ਕੀ ਪ੍ਰੋਬਲਮ ਹੈ। ਬਿਹਤਰੀਨ। ਉਹਦੇ ਨਾਲ ਜਿਹੜਾ ਹੈਗਾ ਸਾਡਾ ਉਹਦੀ ਪ੍ਰੋਬਲਮ ਨੂੰ ਡੀਲ ਕਰਨ 'ਚ ਬੜਾ ਫਾਇਦਾ ਹੁੰਦਾ ਹੈ ਜੀ। ਸਮਝ ਪਾਉਂਦੇ ਹਾਂ ਕਿ ਉਹਦੀ ਐਕਚੁਅਲੀ ਪ੍ਰੋਬਲਮ ਕੀ ਹੈਗੀ ਹੈ ਤੇ ਬੜੇ ਸਹੀ ਉਹਦੇ ਜਿਹੜੇ ਸੋਲੂਸ਼ਨ ਉਸ ਵੇਲੇ ਨਿਕਲ ਪਾਉਂਦੇ ਹੈਗੇ ਨੇ। ਸੋ ਇਹ 'ਚ ਮੈਂ ਜਨਰਲੀ ਇਹੀ ਕਹਿੰਦਾ, ਆਪਣੇ ਨਾਲ ਸਾਥੀ ਅਫਸਰਾਂ ਨੂੰ ਇਹੀ ਕਹਿੰਦਾ ਕਿ ਥੋੜਾ ਆਪਣੇ ਵਿੱਚ ਸੈਂਸਿਟੀਵਿਟੀ ਜਿਹੜਾ ਲੈਵਲ ਹੈ ਉਹ ਵਧਾਉਣ ਦੀ ਲੋੜ ਹੈ। ਇੱਕ ਛੋਟਾ ਜਿਹਾ ਲੋਕਾਂ ਦਾ ਗਿਲਾ ਰਹਿੰਦਾ ਹੈ, ਕੁਦਰਤੀ ਹੈ। ਤੁਸੀਂ ਬਹੁਤ ਆਮ ਤੌਰ ਤੇ ਸਾਨੂੰ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਜਿਨ੍ਹਾਂ ਨੂੰ ਸਵਾਲ ਕਰ ਸਕੀਏ। ਲੋਕ ਇਹ ਕਹਿੰਦੇ ਆ ਕਿ ਵੱਡੇ ਅਫਸਰ ਘੁਲਦੇ ਮਿਲਦੇ ਜ਼ਿਆਦਾ ਨਹੀਂ ਸਾਡੇ ਨਾਲ, ਔਰ ਲੋਕਾਂ ਨਾਲ ਜ਼ਿਆਦਾ ਲੋਕ ਡਰਦੇ ਵੀ ਹੈ। ਤੁਹਾਡੇ ਦਫ਼ਤਰ 'ਚ ਸ਼ਾਮਲ ਬਣਨ ਲੱਗਿਆ ਵੀ ਨਾ, ਲੋਕਾਂ ਦੇ ਅੰਦਰ ਡਰ ਰਹਿੰਦਾ। ਹਾਂ, DC ਦਫ਼ਤਰ ਜਾਣਾ, ਮੈਨੂੰ ਲੱਗਦਾ ਕਿ ਤੁਸੀਂ ਸਭ ਤੋਂ ਉਹ ਵਰਗ ਹੋ ਜਿਹੜਾ ਸਭ ਤੋਂ ਸੁਲਝਿਆ ਹੋਇਆ ਤੇ ਸਭ ਤੋਂ ਉੱਪਰ ਬੈਠਾ, ਉਹ ਆਪਣੇ ਲੋਕਾਂ ਨੂੰ ਜੇ ਗਾਈਡ ਕਰੇ ਤਾਂ ਮੈਨੂੰ ਲੱਗਦਾ ਸਿਸਟਮ ਕੋ ਬਦਲ ਸਕਦਾ ਹੈ। ਬਿਲਕੁਲ ਜੀ, ਇੱਦਾਂ ਦਾ ਵੈਸੇ ਹੋਣਾ ਨਹੀਂ ਚਾਹੀਦਾ ਕਿ ਅਫਸਰ ਨੂੰ ਡਰ ਲੱਗਣਾ ਚਾਹੀਦਾ ਵੀ ਅਫਸਰ ਨੂੰ ਅਸੀਂ ਮਿਲਣ ਜਾ ਰਹੇ ਹਾਂ ਜੀ। ਬਟ ਡੈਫੀਨੇਟਲੀ ਔਨ ਦ ਅਫਸਰਾਂ ਦੇ ਪਾਰਟ 'ਤੇ ਵੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਉਹ ਲੋਕਾਂ ਨੂੰ ਮਿਲਣ ਤੇ ਸਮਝਣ ਕਿ ਐਕਚੁਅਲੀ ਕਿਹੜੀ ਪ੍ਰੋਬਲਮਸ ਹੈਗੀਆਂ ਜਿਹਨਾਂ ਨਾਲ ਉਹ ਜੂਝ ਰਹੇ ਹੈਗੇ। ਮੈਂ ਇੱਕ ਦਰਸ਼ਕ ਲੈਣਾ, ਕਦੇ DC ਕਚਹਿਰੀਆਂ ਲਾਉਂਦੇ ਹੁੰਦੇ ਸੀ, ਅੱਜ ਵੀ ਲੋਕ ਚਾਹੁੰਦੇ ਕਿ ਨਿਜ਼ਾਮ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਹੋਣ। ਸੋ ਅਸੀਂ ਸਵਾਗਤ ਕਰਦੇ ਹਾਂ ਜੀ ਆਪਣੇ ਦਰਸ਼ਕ ਦਾ ਜੀ। ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਮੈਂ ਚੋਣ ਮੈਨੀਫੈਸਟੋ ਬਾਰੇ ਗੱਲ ਕਰਨੀ ਚਾਹੁੰਦਾ ਸੀ ਜੀ। ਜ਼ਰੂਰ। ਇਹ ਪੋਲੀਟੀਕਲ ਪਾਰਟੀਆਂ ਬਹੁਤ ਵੱਡੇ ਵਾਅਦੇ ਕਰ ਲੈਂਦੀਆਂ ਸੀ ਆਪਣੇ ਨਾਲ ਜੀ, ਪਰ ਉਹ ਬਾਅਦ ਦੇ ਵਿੱਚ ਵੋਟਰ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦਾਗਾ ਜੀ। ਇਹ ਪੂਰੀ ਸਖਤੀ ਨਾਲ ਲਾਗੂ ਹੋਣਾ ਚਾਹੀਦਾ ਹੈ। ਜੋ ਵਾਅਦੇ ਕਰਦੇ ਨੇ ਉਹ ਨਿਭਾਉਣ, ਤਾਂ ਉਸ ਵਾਅਦਿਆਂ ਵੱਲ ਕਦਮ ਪੁੱਟਣ ਜੀ, ਕੁਝ ਕਰਨ, ਪਰ ਇਹ ਬਾਅਦ ਦੇ ਵਿੱਚ ਕੁਝ ਨਹੀਂ ਕਰਦੇ। ਇਹ ਭੋਗਲ ਸਾਹਿਬ ਇੱਕ ਠੱਗੀ, ਇਹ ਵੀ ਵੋਟਰ ਨਾਲ ਇੱਕ ਠੱਗੀ ਹੈ। ਮੈਂ ਤਾਂ ਵਾਰ-ਵਾਰ ਕਹਿਣਾ ਚਾਹੁੰਦਾ ਕਿ ਰਾਜਨੀਤੀ ਵਿੱਚ ਦਿਲਚਸਪੀ ਨਾ ਲਓ, ਸਰਗਰਮੀ ਨਾਲ ਹਿੱਸਾ ਵੀ ਲਓ। ਜੇ ਜਿਸ ਪਾਰਟੀ ਨੂੰ ਤੁਸੀਂ ਚੰਗਾ ਸਮਝਦੇ ਆ ਉਹਦੀ ਰਾਜਨੀਤੀ ਵਿੱਚ ਹਿੱਸਾ ਲਓ, ਤੁਸੀਂ ਮੈਂਬਰ ਬਣੋ ਔਰ ਕੋਸ਼ਿਸ਼ ਕਰੋ ਕਿ ਤੁਸੀਂ ਨੇਤਾ ਬਣੋ। ਪਰ ਗੁੰਜਾਇਸ਼ ਹੈ। ਹਾਂ, ਬਹੁਤ ਗੁੰਜਾਇਸ਼ ਹੈ।
ਪੰਜਾਬ ਦੇ ਵਿੱਚ? ਦੇਖੋ ਤੁਸੀਂ, ਅਸੀਂ ਪੰਜਾਬ ਨੂੰ ਦੇਖ ਲਈਏ। ਹਾਂ, ਪੰਜਾਬ 'ਚ ਦੇਖ ਲਓ ਤੁਸੀਂ। ਇੱਥੇ ਜਿਹੜੀਆਂ ਦੋ ਸੱਤਾਧਾਰੀ ਪਾਰਟੀਆਂ, ਉਹਨਾਂ ਬਾਰੇ ਆਮ ਤੌਰ ਤੇ ਦੋਸ਼ ਲੱਗਦਾ ਵੀ ਪਰਿਵਾਰਵਾਦ ਚੱਲ ਰਿਹਾ। ਇਹ ਵੀ ਦੋਸ਼ ਲੱਗਦਾ ਵੀ ਕੁਝ ਪੈਸੇ ਵਾਲੇ ਲੋਕ ਪਰ ਜਿਹੜੇ ਐਸਟੈਬਲਿਸ਼ ਲੋਕ ਆ ਉਹ ਨਵੇਂ ਲੋਕਾਂ ਨੂੰ ਬਹੁਤ ਔਖੇ ਆ, ਇਹ ਸੋਚ ਚਾਹੁੰਦਾ। ਤੁਸੀਂ ਜਲੰਧਰ ਲੈਵਲ ਦੇ ਜਿਹੜੇ ਆ ਨਾ ਅਲੱਗ-ਅਲੱਗ ਦੋਨਾਂ ਪਾਰਟੀਆਂ ਦੇ ਜਲੰਧਰ ਲੈਵਲ ਦੇ ਨੇਤਾ ਦੇਖ ਲਓ। ਹਾਂਜੀ, ਉਹ ਕੀ ਸਾਰੇ ਅਮੀਰ ਲੋਕ ਆ? ਮੇਰਾ ਖਿਆਲ ਅਮੀਰ ਲੋਕ ਨਹੀਂ ਆ, ਉਹ ਹੇਠੋਂ ਉੱਠੇ ਉਹ ਨੇਤਾ ਆ। ਜੇ ਉਹ ਚੰਗੀ ਤਰ੍ਹਾਂ, ਪਰ ਹੁਣ ਬਹੁਤ ਗਿਣਤੀ ਵਾਵਾ ਅਮੀਰ ਹੋ ਗਏ ਖੰਨਾ ਸਾਹਿਬ ਵੱਲ। ਪਰ ਜੇ ਉਹ ਕੰਮ ਨਹੀਂ ਕਰਦੇ ਤੇ ਇਹ ਜਿਹੜੇ ਪਾਰਟੀਆਂ ਦੇ ਫਾਲੋਅਰ ਆ ਨਾ, ਜਿਹੜੇ ਵਾਰ-ਵਾਰ ਸ਼ਿਕਾਇਤ ਕਰ ਰਹੇ ਆ, ਉਹ ਆਪ ਸਰਗਰਮ ਨਹੀਂ ਆ। ਉਹਨਾਂ ਨੂੰ ਖੰਨਾ ਸਾਹਿਬ ਜਿਹੜੇ ਸਭ ਤੋਂ ਅਵੇਅਰ ਲੋਕ ਸੀ, ਲੇਖਕ ਲੋਕ ਸੀ, ਕਲਮਾਂ ਵਾਲੇ ਸੀ, ਪੱਤਰਕਾਰ ਸੀਗੇ, ਬੁੱਧੀਜੀਵੀ ਸੀਗੇ, ਪੜ੍ਹਿਆ ਲਿਖਿਆ ਵਰਗ ਸੀਗਾ, ਉਹਦੀ ਦਿਲਚਸਪੀ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਦੀ ਘਟਦੀ ਗਈ। ਔਰ ਸਿਆਸਤ ਵਿੱਚ ਜਿਹੜੇ ਧੱਕਾ ਮਾਰ ਕੇ ਚੱਲਣ ਵਾਲੇ, ਲੱਠ ਮਾਰ ਕਿਸਮ ਦੇ ਲੋਕ, ਉਹਨਾਂ ਨੇ ਆਪਣੀ ਜਿਹੜੀ ਆ ਸਥਾਪਤੀ ਕਰ ਲਈ। ਜਿਹੜੇ 65 ਸਾਲ ਅਸੀਂ ਸਾਡੇ ਨਿਕਲੇ, ਉਹਨੂੰ ਤੁਸੀਂ 3 ਹਿੱਸੇ 'ਚ ਵੰਡ ਸਕਦੇ ਹੋ ਜੀ। ਪਹਿਲੇ ਜਿਹੜੇ 2-20 ਸਾਲ ਰਹੇ ਜੀ, ਉਹ ਰਹੇ ਨੇਤਾ ਜਿਹੜੇ ਫਰੀडम ਫਾਈਟਰ ਨਾਲ ਜੁੜੇ ਦੇ ਸੀ ਜੀ, ਉਹਨਾਂ ਦੀ ਸਪਿਰਿਟ ਹੋਰ ਸੀ। ਉਹ ਅਗਲੇ ਜਿਹੜੇ 20-25 ਸਾਲ ਆਏ, ਉਹ ਆਏ ਸੇਵਾ ਵਾਲੇ ਨਹੀਂ ਸੀ ਆਏ, ਸੱਤਾ ਦੇ ਆਏ। ਅੱਜ ਫਿਰ ਦੌਰ ਦੁਬਾਰਾ ਜਿਹੜਾ ਯੂਥ ਹੈ, ਅੱਜ ਦੁਬਾਰਾ ਉਸ ਦੌਰ ਤੋਂ ਫਿਰ ਉਹ ਤੰਗ ਹੈ। ਆਮ ਆਦਮੀ ਵੀ ਤੰਗ ਹੈ, ਉਹਦੇ ਤੰਗ। ਔਰ ਉਹ ਜਿਹੜੇ ਉਹਦਾ ਜਿਹੜੇ 20 ਸਾਲ ਦਾ ਪਰਿਣਾਮ ਇਹ ਨਿਕਲਿਆ ਵੀ 30% ਸਾਡੇ ਜਿਹੜੇ MP ਹੈ ਉਹ ਕ੍ਰਿਮੀਨਲ ਕੇਸਿਸ ਉਹਨਾਂ ਦੇ ਚੱਲਦੇ। ਮਤਲਬ 30% ਬੜਾ ਵੱਡਾ ਇੱਕ ਪਰਸੈਂਟੇਜ ਹੈ ਜਿਨ੍ਹਾਂ ਦੇ। ਇੱਕ DC ਸਾਹਿਬ ਤੋਂ ਮਾਫੀ ਮੰਗ ਕੇ ਤੁਹਾਡੇ ਦੋਵਾਂ ਵਾਲੀ ਸਵਾਲ ਹੈ ਬਈ, ਵਰੁਣ ਜੀ ਨੂੰ ਇੱਥੋਂ ਤੱਕ ਆਉਣ ਲਈ ਬੜੀ ਤਪੱਸਿਆ ਕਰਨੀ ਪਈ। ਗਾਂ ਜਿਹੜੇ ਨੌਜਵਾਨ ਵੀ ਆ ਰਹੇ ਆ, ਉਹ ਸਿਵਲ ਸਰਵਿਸਿਜ਼ ਦੇ ਰਾਹੀਂ ਬੜੀ ਔਖੀ, ਬੜੀ ਮਿਹਨਤ ਹੈ। ਇਹ ਪਾਵਰ ਤੇ ਇਹ ਸੇਵਾ ਬੜੀ ਔਖੀ ਮਿਲੀ, ਬੜੀ ਵੱਡੀ ਪੜ੍ਹਾਈ ਤੇ ਬੜੇ ਵੱਡੇ ਕੰਪੀਟੀਸ਼ਨ, ਤੇ ਸਿਆਸਤ ਵਿੱਚ ਆਉਣ ਲਈ, ਮੁੱਖ ਮੰਤਰੀ ਬਣਨ ਲਈ, ਮੰਤਰੀ ਬਣਨ ਲਈ ਉਹ ਵੀ ਸੌਖਾ ਨਹੀਂ। ਮੇਰੀ ਗੱਲ ਸੁਣੋ, ਕੋਈ ਯੋਗਤਾ ਨਹੀਂ, ਕੋਈ ਕੁਆਲੀਫਿਕੇਸ਼ਨ ਹੋਣੀ ਚਾਹੀਦੀ। ਕੁਆਲੀਫਿਕੇਸ਼ਨ ਲੋਕਾਂ ਨੇ ਚੁਣਿਆ, ਕੁਆਲੀਫਿਕੇਸ਼ਨ ਹੈ ਵੀ ਲੋਕਾਂ ਦੇ ਨਾਲ ਆਏ। ਦੂਜੀ ਗੱਲ ਹੈ, ਉਹਨਾਂ ਦਾ ਹਰ ਵੇਲੇ ਟੈਸਟ ਹੈ। 5 ਸਾਲਾਂ ਬਾਅਦ ਉਹਨਾਂ ਦੀ ਨੌਕਰੀ ਜਾ ਸਕਦੀ ਹੈ, ਇਹਨਾਂ ਨੇ ਨਹੀਂ ਜਾਣੀ। ਇਹਨਾਂ ਨੇ ਟੈਸਟ ਦਿੱਤਾ ਹੈ, ਉਹ ਵੀ ਸਰਗਰਮ। ਇਹਨਾਂ 40 ਸਾਲ ਸੇਫਟੀ ਇਹਨਾਂ ਦੇ। ਪਰ ਮੈਂ ਉਹਨਾਂ ਦਾ ਟੈਸਟ ਜਿਹੜਾ ਪ੍ਰਾਈਮ ਮਿਨਿਸਟਰ ਬੈਠਾ, ਉਹਨੇ 10 ਸਾਲ ਬਾਅਦ ਚਲੇ ਜਾਣਾ। ਸਾਡੇ ਕੋਲ ਸਮਾਂ ਘੱਟ ਹੈ, ਮੈਂ ਇਹਨੂੰ ਬਹਿਸ ਨੂੰ ਸਮੇਟਣਾ ਚਾਹੂੰਗਾ। ਮੇਰਾ ਇਹ ਮਤਲਬ ਜਿਹੜੇ ਲੋਕ ਸਿਆਸਤ ਵਿੱਚ ਖੰਨਾ ਸਾਹਿਬ ਹੈਗੇ ਆ, ਨਹੀਂ 5 ਸਾਲ ਬੇਸ਼ੱਕ ਪਾਵਰ 'ਚ ਰਹੇ, ਲੇਕਿਨ ਉਹਨਾਂ ਨੂੰ ਮੈਂ ਰਿਟਾਇਰ ਹੁੰਦੇ ਨਹੀਂ ਦੇਖਿਆ। ਉਹ ਪਾਵਰ 'ਚ ਹੀ ਨੇ, ਉਹ ਭੀੜ ਦਾ ਹਿੱਸਾ ਹੀ ਨੇ। ਤੁਹਾਨੂੰ ਨਹੀਂ ਲੱਗਦਾ ਕਿ ਉਹ ਪ੍ਰਭਾਵੀ ਰਹਿੰਦੇ ਆ ਪ੍ਰਸ਼ਾਸਨ ਤੇ? ਉਹ ਇਸ ਕਰਕੇ ਵੀ ਰਾਜਨੀਤੀ ਤਾਕਤ ਰਾਜਨੀਤਿਕ ਲੋਕਾਂ ਦੇ ਹੱਥ ਵਿੱਚ ਆ। ਅਸਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਦੇ ਹੱਥ ਵਿੱਚ ਉਹ ਤਾਕਤ ਨਹੀਂ ਜੋ ਰਾਜਨੀਤਿਕ ਲੋਕਾਂ ਦੇ ਪਾਸ ਹੈ। ਮੈਨੂੰ ਤੁਸੀਂ ਸਵਾਲ ਦਿੱਤਾ, ਵੈਸੇ DC ਸਾਹਿਬ ਮੈਂ ਇਹੀ ਸਰਗਰਮੀ ਨਾਲ ਸਵਾਲ ਲੈ ਕੇ ਆਉਣਾ ਚਾਹੁੰਦਾ ਸੀ ਕਿ ਸੱਤਾ ਜਿਹੜੀ ਆ ਉਹ ਸਿਆਸਤ ਦੇ ਹੱਥ ਹੈ ਤੇ ਉਹਦੇ ਵਿੱਚ ਇੱਕ ਵੋਟਰ ਸਭ ਤੋਂ ਅਹਿਮ ਆ। ਜਾਂਦੇ ਮੈਂ ਇਹ ਪੁੱਛਣਾ ਹੈ, ਇਹ ਸਾਰੀ ਬਹਿਸ ਦਾ ਨਿਚੋੜ ਕਿ ਉਹ ਬਹਿਸ, ਉਹ ਵੋਟਰ ਜਿਹਨੇ ਆਪਣਾ ਰਾਜ ਚੁਣਨਾ, ਉਹਦੇ ਲਈ ਤੁਹਾਡੇ ਕੋਲ ਇਸ ਵੇਲੇ ਕਹਿਣ ਲਈ ਕੀ ਹੈ? ਫਾਈਨਲੀ ਜਾਂਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਵੋਟਰ ਨੂੰ ਇੱਕ ਤਾਂ ਜਾਗਰੂਕ ਹੋਣਾ ਚਾਹੀਦਾ ਹੈ। ਉਹਨੂੰ ਆਪਦਾ ਜਿਹੜਾ ਰਾਈਟ ਆਫ ਵੋਟ ਹੈ ਉਹਦੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ ਕਿ ਉਹਨੂੰ ਉਹ ਕਿਸ ਤਰ੍ਹਾਂ ਯੂਜ਼ ਕਰੇ ਜੀ, ਤੇ ਰਿਸਪੌਂਸਿਬਲੀ ਯੂਜ਼ ਕਰੇ ਜੀ। ਬਿਕੋਜ਼ ਹੁਣ ਜਦੋਂ ਇਹ 5 ਸਾਲ ਬਾਅਦ ਜਿਹੜਾ ਹੈਗਾ ਸਮਾਂ ਆਉਂਦਾ ਜੀ, ਇਹਦੇ ਵਿੱਚ ਇਹ ਤੁਸੀਂ ਜਿਹੜਾ ਆਪਣਾ ਰਾਈਟ ਨਹੀਂ ਵਰਤਿਆ ਸਹੀ ਤਰੀਕੇ ਨਾਲ, ਤਾਂ ਇਹਦਾ ਜਿਹੜਾ ਹੈਗਾ ਤੁਹਾਨੂੰ ਹੀ ਨੁਕਸਾਨ ਜਾਂ ਨਫਾ ਜੋ ਤੁਹਾਨੂੰ ਭੁਗਤਣਾ ਪੈਣਾ ਜੀ। ਸੋ ਇਹਨੂੰ ਪ੍ਰੋਪਰਲੀ ਸਮਝ ਕੇ ਪੂਰਾ ਅਵੇਅਰ ਹੋ ਕੇ ਯੂਜ਼ ਕਰੋ ਤਾਂ ਕਿ ਜਿਹੜੀ ਸਹੀ ਜਿਹੜਾ ਹੈਗਾ ਜਨਮਤ ਜਿਹੜੀ ਹੈਗੀ ਹੈ ਸਾਹਮਣੇ ਆਵੇ। ਮਤਲਬ ਤੁਸੀਂ ਲੋਕਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਂਦੇ ਹੋ ਜੇ ਨਿਡਰ ਹੋ ਕੇ ਅੱਗੇ ਚੱਲਣੋ? ਬਿਲਕੁਲ, ਅਸੀਂ ਸਾਰੇ ਵੋਟਰਸ ਦੇ ਨਾਲ ਹੈਗੇ ਹਾਂ ਜੀ। ਸਾਡਾ ਦਿਨ ਰਾਤ ਕੰਮ ਹੀ ਇਸ ਵੇਲੇ ਇਹ ਇਨਸ਼ੋਰ ਕਰਨਾ ਹੈਗਾ ਕਿ ਵਿਦਆਊਟ ਫੀਅਰ ਐਂਡ ਫੇਵਰ ਇਲੈਕਸ਼ਨ ਕੰਡਕਟ ਹੋਵੇ, ਤੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਉਹ ਸਾਡੇ ਟੋਲ ਫ੍ਰੀ ਨੰਬਰਸ ਅਵੇਲੇਬਲ ਨੇ। ਸੋ ਵੀ ਆਰ ਆਲਵੇਜ਼ ਵਿਦ ਦ ਵੋਟਰਸ ਜੀ। ਭੋਗਲ ਸਾਹਿਬ, ਜਾਂਦੇ ਇੱਕ ਲਾਈਨ ਦੇ ਵਿੱਚ ਕੁਝ ਕਹਿਣਾ ਹੋਵੇ? ਮੈਂ ਸਮਝਦਾ ਕਿ ਲੋਕਾਂ ਨੂੰ ਵੋਟ ਪਾਉਣ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ। ਔਰ ਜੇ ਤੁਸੀਂ ਕਿਸੇ ਮੈਂ ਕਈ ਵਾਰ ਕਹਿ ਚੁੱਕਾ, ਜੇ ਤੁਸੀਂ ਕਿਸੇ ਪਾਰਟੀ ਵਿੱਚ ਦਿਲਚਸਪੀ ਰੱਖਦੇ ਹੋ, ਉਹਦੀ ਰਾਜਨੀਤੀ ਨੂੰ ਠੀਕ ਮੰਨਦੇ ਹੋ, ਤਾਂ ਘਰ ਬੈਠੇ ਉਹਦਾ ਸਮਰਥਨ ਨਾ ਕਰੀ ਜਾਓ, ਤੁਸੀਂ ਉਹਦੇ ਵਿੱਚ ਸਰਗਰਮ ਹਿੱਸਾ ਲਓ। ਖੰਨਾ ਸਾਹਿਬ, ਮੈਂ ਕਹਿੰਦਾ ਮਤਦਾਤਾ ਜਿਹੜਾ ਨਾ ਇਸ ਵਿਵਸਥਾ ਦਾ ਨੀਂਹ ਹੈ, ਨੀਂਹ ਪੱਥਰ ਜਿਹਨੂੰ ਕਹਿੰਦੇ। ਜੇ ਨੀਂਹ ਕਮਜ਼ੋਰ ਹੋ ਗਈ ਤੇ ਵਿਵਸਥਾ, ਜੇ ਨੀਂਹ ਕਮਜ਼ੋਰ ਹੋ ਗਈ ਤੇ ਵਿਵਸਥਾ 'ਚ ਕੁਝ ਨਹੀਂ ਬਚੇਗਾ। ਮਤਦਾਤਾ ਹੀ ਨੀਂਹ ਹੈ, ਉਹ ਜਿੰਨਾ ਮਜ਼ਬੂਤ ਹੋਏਗਾ ਉਨੇ ਹੀ ਜ਼ਿਆਦਾ ਵਿਵਸਥਾ ਮਜ਼ਬੂਤ। ਸਮਾਪਤੀ ਨੋਟ ਤੇ ਮੈਂ DC ਸਾਹਿਬ ਨੂੰ ਇਹ ਜ਼ਰੂਰ ਪੁੱਛੂੰਗਾ ਕਿ ਜਿਹੜਾ ਪੂਰਾ ਸਾਡਾ ਸਟੇਟ ਦਾ ਇੱਕ ਸਿਸਟਮ ਹੈ, ਉਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਇਹੀ ਪ੍ਰਕਿਰਿਆ ਹੈ,
ਮੁੱਖ ਚੋਣ ਕਮਿਸ਼ਨਰ ਜਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸੇਮ ਜਿਵੇਂ ਤੁਸੀਂ ਇੱਥੇ ਦੱਸੀ? ਬਿਲਕੁਲ ਜੀ ਜੀ। ਸਾਡੇ ਚੰਡੀਗੜ੍ਹ ਵਿੱਚ ਸੀਓ ਸਾਹਿਬ ਹੁੰਦੇ ਨੇ, ਚੀਫ ਇਲੈਕਟੋਰਲ ਆਫਿਸਰ ਜੀ। ਇਸ ਵੇਲੇ ਸ਼੍ਰੀ ਵੀਕੇ ਸਿੰਘ ਹੈਗੇ ਨੇ ਜੀ। ਉਹਨਾਂ ਦੇ ਅੰਡਰ ਅਸੀਂ ਜਿਹੜੇ 22 ਜ਼ਿਲ੍ਹੇ ਨੇ 22 ਡਿਪਟੀ ਕਮਿਸ਼ਨਰਸ ਐਜ਼ ਡਿਸਟ੍ਰਿਕਟ ਇਲੈਕਟੋਰਲ ਆਫਿਸਰ ਕੰਮ ਕਰਦੇ ਆ ਜੀ। ਤੇ ਸਾਡੇ ਥੱਲੇ ਜਿਹੜੇ ਐਸਡੀਐਮ ਲੈਵਲ ਦੇ ਅਧਿਕਾਰੀ ਨੇ ਉਹ ਅਸਿਸਟੈਂਟ ਰਿਟਰਨਿੰਗ ਅਫਸਰ ਦਾ ਪੂਰੀ ਇੱਕ ਕੰਮ ਟੀਮ ਕਰਦੇ ਹੈ। ਬਹੁਤ ਧੰਨਵਾਦ ਭੋਗਲ ਸਾਹਿਬ, ਖੰਨਾ ਸਾਹਿਬ, ਡੀਸੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ ਤੁਹਾਡਾ ਵੀ ਧੰਨਵਾਦ। ਤੁਸੀਂ ਇਸ ਲੋਕਤੰਤਰ ਦੇ ਵੱਡੇ ਮੇਲੇ ਦੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਾ ਹੈ ਤੇ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣਾ ਹੈ। ਸਰਕਾਰ ਆਪਣੀ ਮਰਜ਼ੀ ਦੀ ਬਣਾਉਣੀ ਹੈ, ਸ਼ਿਕਵੇ ਨਹੀਂ ਕਰਨੇ, ਲੇਕਿਨ ਆਪਣਾ ਭਵਿੱਖ ਚੁਣਨਾ ਹੈ। ਧੰਨਵਾਦ।